ਪਿੰਡ ਕਹਿਰਵਾਲੀ ਦਾ ਜਿਹੜਾ ਨਾਂ ਸੀ ਕਿਸੇ ਬੰਦੇ ਤੋਂ ਨਾਂ ਤੇ ਸੀ ਇਹ ਪਿੰਡ ਕੈਰ ਸਿੰਘ ਮੇਰ ਸਿੰਘ ਦੋ ਭਰਾ ਸਨ। ਅੱਛਾ, ਇਹ ਚਵਿੰਡੇ ਤੋਂ ਆਏ ਸਨ, ਰੰਨਾਂ ਪਈਆਂ ਹੁੰਦੀਆਂ ਹਨ। ਚਿਵਿੰਡਾ ਬਾਜਵਾ, ਅੱਛਾ, ਉੱਥੋਂ ਆਏ ਸਨ। ਉੱਥੋਂ ਆਇਆ ਨੂੰ ਤੇ ਇਹਨਾਂ ਕੋ ਵਾਧਾ ਵੱਧ ਗਿਆ ਸੀ। ਇਹਨਾਂ ਨੇ 17 ਦੋ ਬੰਦੇ ਮਾਰ ਛੱਡੇ ਹਨ ਜਾ ਕੇ ਪਾਣੀ ਤੋਂ। ਕਹਿਰ ਸਿੰਘ ਨੇ, ਮੇਰ ਸਿੰਘ ਨੇ। ਅੱਛਾ ਨੱਡੇ ਲੱਗਦੀ ਸੀ, ਅੱਛਾ, ਠੱਠੇ ਗੁਲਾਬ ਸਿੰਘ ਲੱਗਦੀ ਸੀ, ਹਾਂ, ਫਿਰ ਇਮਨਾਬਾਦ ਲੱਗਦੀ ਸੀ। ਹੂੰ, ਹਾਟ ਬਣ ਕੇ ਜਾਂਦੇ ਹਨ, ਛੋਟੇ ਹਾਥੇ ਪਰ ਸ਼ਰਾਬਾਂ ਦੀ ਬੋਤਲਾਂ ਸੀ ਹੁੰਦੀਆਂ ਹਨ ਇਹਨਾਂ ਨੂੰ। ਉਧਰੋਂ ਲੋਈ ਕੀ ਵੀ ਲੱਗਦੀ ਸੀ, ਲੋਈ ਕੀ ਵੀ ਜਾਂਦੇ ਹਨ। ਅੱਛਾ, ਪੱਤੇ ਵੀ ਬੜੇ ਹਨ ਇਲਾਕੇ ਚ। ਹੂੰ, ਅੱਛਾ, ਜਿਹੜੇ ਅੱਛਾ, ਇੱਥੋਂ ਦੇ ਸਿੱਖ ਜਿਹੜੇ ਤਾਂ ਦੇ ਨਾਂ ਕਹਿ ਰਹੀ ਪੱਕਾ ਵੱਜਾ ਆ। ਹਾਂ, ਅੱਛਾ, ਠੀਕ ਹੈ, ਠੀਕ ਹੈ। ਇਹਨਾਂ ਬਦਲਣਾ ਚਾਹੁੰਦਾ। ਗੱਲ ਚੋਰੀ ਸਾਹਿਬ ਵਿੱਚ 5 ਦੇ ਘਰ ਸਨ ਇੱਥੇ ਮਾਲਕਾਂ ਦੇ ਸਿੱਖਾਂ ਦਾ, ਹੋਰ ਸਭ ਮਜਾਰੀ ਸਨ ਇੱਥੇ ਸਵਾਦ ਟੋਟੀਆਂ ਤੇ ਮਾਲ। ਕਿੰਨਾ ਰਕਬਾ ਜੀ ਪਿੰਡ ਕਹਿਰਵਾਲੀ ਦਾ ਟੋਟਲ? ਰਕਬਾ ਜੀ 16 ਪਿੰਡਾਂ ਨੂੰ ਲੱਗਦਾ ਜੀ। 125 ਮਰਬੇ। ਅੱਛਾ, 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 16 ਪਿੰਡਾਂ ਦਾ ਰਕਬਾ ਲੱਗਦਾ ਜੀ। ਹੂੰ, ਸਾਡੇ ਸਿਰਜੇ ਨਾਲ ਵੱਡਾ ਪਿੰਡ ਕੋਈ ਨਹੀਂ ਹੈਗਾ ਅਜੇ ਤੱਕ ਨਿਕਲਿਆ। ਹਾਂ, ਹੂੰ, ਦੇਵਾ ਸਿੰਘ ਦੇ ਹਾਂ, ਉਹ ਦੋ ਭਰਾ ਸਨ। ਅੱਛਾ, ਇੱਕ ਉਹਨਾਂ ਦੀ ਭੈਣ ਸੀ ਦੂਸਰੇ ਭਰਾ ਦਾ ਕੀ ਨਾਂ ਸੀ? ਸਰਜਨ ਸਿੰਘ, ਸਰਜਨ ਸਿੰਘ। ਅੱਛਾ, ਤੇ ਭੈਣ ਦਾ ਨਾਂ? ਬਾਲ ਕੌਰ। ਬਾਲ ਕੌਰ। ਉਹ ਫਿਰ ਜੇ ਕਰੀ ਵੇਖਿਆ ਤੇ ਇੱਥੇ ਕੋਈ ਹੋਰ ਕਸਬਾ ਨਾ ਵੇਖਿਆ। ਹਾਂ, ਕਸਬਾ ਕਾਹਦਾ ਵੇਖਿਆ? ਸ਼ੇਰ ਪੈਂਦੇ ਸੀ ਬੱਕਰੀ ਨੂੰ। ਅੱਛਾ, ਹੂੰ, ਉਹ ਜਿਹੜੀ ਨਾ ਬੱਕਰੀ ਉਹ ਸ਼ੇਰ ਨੂੰ ਨੇੜੇ ਨਹੀਂ ਸੀ ਆਉਣ ਦਿੰਦੀ। ਉਹ ਕਹਿਰ ਸਿੰਘ ਦੇ ਮੇਰ ਸਿੰਘ ਵੇਂਦੇ ਨੇ ਪਕੌੜਿਆਂ ਦੇ ਬੈਠੇ ਹੋਏ। ਉਹਨਾਂ ਕਿਹਾ ਕਿ ਇਹ ਪਿੰਡ ਜੁਮਨ ਟਿਕਰੀ ਜੁਮਨ ਆ ਰਹੀ ਹੈ, ਇੱਥੇ ਪਿੰਡ ਪਾਣ ਦੀ ਘੱਟੋ ਸਲਾਹ ਨਹੀਂ ਆ। ਹਾਂ, ਇਹ ਸਾਰਿਆਂ ਘਰਾਂ ਤੁਸੀਂ ਆਣਾ ਜਾਣਾ, ਰੋਟੀ ਪਾਣੀ, ਲੱਸੀ ਲੁੱਸੀ, ਇਹ ਉਹ। ਹਾਂ, ਬਸ ਬਿਲਕੁਲ ਜੀ। ਹਾਂ, ਠੀਕ ਹੈ, ਠੀਕ ਔਰ ਹੈ। ਉਂਝ ਮਾਨ ਤਾਂ ਕੋਈ ਨਹੀਂ, ਹਾਂ, ਕਿਸੇ ਦਾ ਬੈਤ ਨਹੀਂ ਹੋਇਆ ਵੀ ਕਿਸੇ ਦੇ ਨਾਲ ਰਹਿਣੇ। ਅੱਛਾ, ਅੱਛਾ, ਹਾਂਜੀ। ਜਿੱਧਰੋਂ ਲੱਭੀ ਖਾ ਲਈ। ਜਿੱਥੇ ਮੈਂ ਨਾ ਬਾਜਾ ਮਾਰ ਮਾਰ ਕੇ ਦੇਣੇ, ਵਾਹ। ਮਾਨਾ ਹੀ ਬੜਾ ਚੰਗਾ ਸੀ। ਪਿਆਰ ਵਾਲੇ ਲੋਕ ਹੁਣ ਸਨ। ਤੇ ਗੱਲ ਹੀ ਕੋਈ ਨਹੀਂ ਰਹੀ। ਹੂੰ, ਤੁਸੀਂ ਸ਼ਰਾਬ ਉਹ ਪੀਂਦੇ ਹਨ, ਸ਼ਰਾਬ ਨੇ ਸਾਰੇ ਆਦੀ ਸਨ। ਅੱਛਾ, ਹਾਂ, ਮੈਂ ਬੁਗਾ ਹੁੰਦੇ ਨਹੀਂ ਜੀ, ਅਜੇ ਵੀ ਤੁੰਬਾ ਮੇਰੇ। ਹੂੰ, ਸਹੀ, ਠੀਕ ਹੈ, ਠੀਕ ਹੈ, ਚਲੋ। ਉਹ ਤੇ ਮਰ ਗਿਆ ਸੀ, ਮਗਰ ਤਾਰ ਕੌਰ ਨੇ ਅੱਜ ਸੀधा ਹੀ ਮਜਾਰੇ ਰੱਖੇ। ਉਹਨੇ ਆਖਿਆ ਮੇਰੇ ਮਜਾਰਿਆਂ ਦੇ ਕਿਸੇ ਹੋਏ ਆਖੇ ਨਹੀਂ, ਮੈਂ ਤੇ ਕਰਾ ਦੇਣੀ। ਉਹਨਾਂ ਨੇ ਬੀਬੀ ਫਿਰ ਘੋੜੇ ਦੇ ਸਾਰੀ ਜ਼ਮੀਨ ਦਾ ਰੋਜ਼ਾਨਾ ਜਿਹੜਾ ਨਾ ਆਪਣਾ ਵਿਜ਼ਿਟ ਕਰਦੀ ਸੀ। ਦੇਵਾ ਸਿੰਘ ਦੀ ਭੈਣ ਸੀ ਜਿਹੜੀ। ਹਾਂਜੀ, ਦੇਵਾ ਸਿੰਘ ਦੀ ਭੈਣ ਜਿਹੜੀ ਹੈ, ਉਹ ਘੋੜੀ ਤੇ ਬਹਿ ਕੇ ਨਾ ਰੋਜ਼ਾਨਾ ਸਵੇਰ ਦੇ ਟਾਈਮ ਰੋਟੀ ਖਾਣ ਤੋਂ ਪਹਿਲਾਂ ਸਾਰੀ ਪੈਲੀ ਦਾ ਚੱਕਰ ਜਿਹੜਾ ਲਾ ਹੁੰਦੀ ਸੀ ਬੀਬੀ। ਜਿੰਨੇ ਕੋ ਨੇ ਕਰ ਲਾਈ ਹੈ ਉਹ ਮੇਰੀ ਇਹਨੇ ਕੋ ਦੁਨੀਆ ਤੇ ਨਹੀਂ ਕੋਈ ਅੱਛਾ, ਕੀ ਤਰਲੇ ਲੈਣ ਦੱਸੋ। ਚੱਕਰ ਕਰਨਾ ਨਾਲੇ ਰੋਂਦੇ ਆ। ਓਹੋ, ਜਿਹਦਾ ਭਰਾ ਹੀ ਮਰ ਜਾ। ਕਿੰਨੇ ਮਾਰਿਆ ਸੀ ਭਰਾ ਨੂੰ? ਪਿੰਡ ਸਾਰੇ ਰੱਖੇ ਮਾਰਿਆ ਸੀ। ਕਿਉਂ? ਮਾਲਕ ਜੀ ਹੀ ਬੜਾ ਅੱਛਾ, ਮਾਲਕ ਸੀ ਜੇ ਥਾਣੇ ਠਪਾਣੇ ਚ ਹਰ ਇੱਕ ਉਹਦੀ ਗੱਲ ਸੁਣੀ ਜਾਂਦੀ ਸੀ। ਦੇਵਾ ਸਿੰਘ ਦੀ। ਅੱਛਾ, ਦੇਵਾ ਸਿੰਘ ਦੀ। ਹਾਂ, ਤੇ ਉਹ ਤੋਂ ਬਾਅਦ ਦੇ ਵਿੱਚ ਜੱਟਾਂ ਨੂੰ ਸਿਖਾਉਂਦੇ ਨੇ, ਹੁਣ ਵੀ ਮਾਰਦੇ ਰਹਿੰਦੇ ਨੇ। ਹੂੰ, ਹੂੰ, ਬਦੋ ਮੱਲੀ, ਮਰਦਾਨਾ, ਜਾਜੋ ਗਿੱਲ, ਜਿਹੜਾ ਬਾਰਡਰ ਹੈ ਨਾ ਜੀ ਆਪਣਾ ਕਾਂਗੜੇ ਦਾ ਬਾਰਡਰ, ਤੇ ਉਥੋਂ ਕ੍ਰਾਸ ਕਰਦੇ ਹੁਣ ਮੀਰੋਵਾਲ, ਕਾਂਗੜਾ, ਜਾਜੋ ਗਿੱਲ, ਇੱਥੋਂ ਬਾਰਡਰ ਕ੍ਰਾਸ ਕਰਦੇ ਸੀ। ਸਾਡੇ ਇਸ ਏਰੀਆ ਦੇ ਜਿੰਨੇ ਵੀ ਸਿੱਖ ਭਰਾ ਨਾ ਉੱਥੋਂ ਨਾ ਬਾਰਡਰ ਕ੍ਰਾਸ ਕੀਤਾ ਸੀ। ਡਫਰਵਾਲ, ਕਾਂਗੜਾ ਤੇ ਬਾਠਾਂ ਵਾਲਾ, ਇਹ ਏਰੀਆ ਇਹਨਾਂ ਕ੍ਰਾਸ ਕੀਤਾ ਸੀ ਸਾਡੇ ਇਲਾਕੇ ਦੇ ਸਿੱਖ ਭਰਾ। ਕੋਈ ਕਰ ਛੱਡੇ ਕਿ ਮੈਨੂੰ ਤਾਂ ਕੋਈ ਕਰ ਛੱਡੇ, ਇਹਨਾਂ ਮੁੰਡਿਆਂ ਨੂੰ ਕੱਖ ਵੀ ਨਹੀਂ ਹੁੰਦਾ। ਹੈਲੋ ਜੀ, ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਕਹਿਰਵਾਲੀ ਦੇ ਵਿੱਚ। ਜ਼ਿਲ੍ਹਾ ਗੁਜਰਾਂਵਾਲਾ ਤੇ ਤਹਿਸੀਲ ਕਾਮੋਕੀ ਦੇ ਵਿੱਚ ਆਂਦਾ ਹੈ ਜੀ ਪਿੰਡ ਕਹਿਰਵਾਲੀ। ਤੇ ਇੱਥੇ ਜਿਹੜੇ ਲੋਕ 1947 ਤੋਂ ਪਹਿਲੇ ਆਬਾਦ ਸਨ, ਸਿੱਖ ਸਰਦਾਰ ਲੋਕ, ਉਹਨਾਂ ਦੀ ਜਿਹੜੀ ਗੋਤ ਸੀ ਉਹ ਬਾਜਵਾ ਸੀ। ਸਾਰਾ ਪਿੰਡ ਜੀ ਬਾਜਵੇ ਜੱਟਾਂ ਦਾ ਸੀ। ਤੇ ਬਾਕੀ ਦੀ ਮਜ਼ੀਦ ਹੋਰ ਕਿਹੜੀਆਂ ਬਰਾਦਰੀਆਂ ਇਸ ਪਿੰਡ ਦੇ ਵਿੱਚ ਬੈਠੀਆਂ ਸਨ, ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ। ਤੇ ਬੜੀ ਇੱਜ਼ਤ ਤੇ ਬੜਾ ਪਿਆਰ ਮਿਲਿਆ ਸਾਨੂੰ ਪਿੰਡ ਕਹਿਰਵਾਲੀ ਦੇ ਜਿਹੜੇ ਵਾਸੀ ਨੇ ਉਹਨਾਂ ਤੋਂ। ਤੇ ਤੁਸੀਂ ਦੇਖ ਸਕਦੇ ਹੋ ਕਿੱਡੀ ਮੁਹੱਬਤ ਨਾਲ ਤੇ ਕਿੱਡੀਆਂ ਚਾਵਾਂ ਨਾਲ ਹਰ ਬੰਦਾ ਆਪਣੇ ਆਪ ਨੂੰ ਕੈਮਰੇ ਦੀ ਸਕਰੀਨ ਅੱਗੇ ਲਿਆ ਕੇ ਤੇ ਬਹੁਤ ਖੁਸ਼ੀ ਫੀਲ ਕਰ ਰਿਹਾ।
ਤੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਥੇ ਇਕੱਠ ਹੋਇਆ ਵੇ ਤੇ ਇੱਕ ਬਜ਼ੁਰਗਾਂ ਦਾ ਵੇਟ ਹੈ ਜੀ ਜਿਨ੍ਹਾਂ ਦੀ ਉਸ ਵੇਲੇ 18-20 ਸਾਲ ਉਮਰ ਸੀ। ਅਸੀਂ ਇੰਤਜ਼ਾਰ ਕਰ ਰਹੇ ਹਾਂ ਤੇ ਉਹ ਬਜ਼ੁਰਗ ਆਉਂਦੇ ਨੇ ਤੇ ਸਾਡੇ ਨਾਲ ਗੱਲਬਾਤ ਕਰਦੇ ਨੇ। ਸਾਂਝਾ ਪੰਜਾਬ ਟੀਮ ਸ਼ੁਕਰਗੁਜ਼ਾਰ ਹੈ ਚੌਧਰੀ ਦਿਲਸ਼ਾਦ ਕੰਬੋ ਤੇ ਚੌਧਰੀ ਆਮਰ ਮਹਿਮੂਦ ਸਾਹਿਬ ਜਿਨ੍ਹਾਂ ਨੇ ਸਿਰ ਤੇ ਟੋਪੀ ਪਾਈ ਹੈ ਜੀ। ਇਹਨਾਂ ਦੀ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਵੈਲਕਮ ਕੀਤਾ, ਸਾਨੂੰ ਇਨਵਾਈਟ ਕੀਤਾ ਆਪਣੇ ਪਿੰਡ ਕਹਿਰਵਾਲੀ ਦੇ ਵਿੱਚ। ਤੇ ਇਸ ਵੇਲੇ ਮੌਜੂਦਾ ਜਿਹੜੀ ਚੁਧਰਾਹਟ ਹੈ, ਜਿਹੜੇ ਆਗੂ ਹੱਥ ਨੇ ਪਿੰਡ ਕਹਿਰਵਾਲੀ ਦੇ, ਉਹ ਇਹ ਹੀ ਘਰਾਣਾ ਜੀ ਚੌਧਰੀ ਦਿਲਸ਼ਾਦ ਤੇ ਚੌਧਰੀ ਆਮਰ ਮਹਿਮੂਦ ਕੰਬੋ ਸਾਹਿਬ। ਇਹਨਾਂ ਦੀ ਇਨਵੀਟੇਸ਼ਨ ਤੇ ਇਹਨਾਂ ਦੀ ਦਾਵਤ ਤੇ ਅਸੀਂ ਅੱਜ ਸਾਂਝਾ ਪੰਜਾਬ ਦੀ ਟੀਮ ਪਿੰਡ ਕਹਿਰਵਾਲੀ ਦੇ ਵਿੱਚ ਹਾਜ਼ਰ ਹੋਈ। ਤੇ ਇਸ ਵੇਲੇ ਜੀ ਇਹ ਪਿੰਡ ਦੇ ਚੌਧਰੀ ਨੇ ਤੇ 12 ਮੁਰੱਬੇ ਇਹਨਾਂ ਕੋਲ ਰਕਬਾ ਹੈ ਜੀ। ਤੇ ਪਿੰਡ ਦੇ ਵਿੱਚ ਕੋਈ ਵੀ ਚੰਗੀ ਮਾੜੀ ਹੋ ਜਾਂਦੀ ਹੈ ਤੇ ਇਹ ਉਹਦਾ ਫੈਸਲਾ ਬੜਾ ਹੀ ਮੁਨਸਿਫਾਨਾ ਤੌਰ ਤੇ ਕਰਦੇ ਨੇ ਤੇ ਬੜੀ ਇੱਜ਼ਤ ਲੋਕ ਕਰਦੇ ਨੇ ਤੇ ਬੜੀ ਪਿਆਰ ਤੇ ਬੜੀ ਮੋਹ ਦੇ ਨਾਲ ਇੱਥੇ ਇਕੱਠ ਹੋਇਆ। ਤੇ ਆਓ ਜੀ ਫਿਰ ਬਜ਼ੁਰਗਾਂ ਨਾਲ ਗੱਲਬਾਤ ਕਰਨੇ, ਉਹਨਾਂ ਤੋਂ ਪੁੱਛਣੇ ਕੀ ਕੁਝ ਜਾਣਦੇ ਨੇ। ਤੇ ਹਿਸਟਰੀ ਲਵਰਸ, ਹਿਸਟਰੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਜੀ। ਤੇ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ 1947 ਤੋਂ ਪਹਿਲੇ ਜਿਸ ਸਟਾਈਲ ਦੇ ਵਿੱਚ ਲੋਕ ਆਪਣਾ ਘਰ ਬਣਾਉਂਦੇ ਸਨ ਜਿਸ ਤਰ੍ਹਾਂ ਦਾ ਵੀ, ਤੇ ਉਸੇ ਸਟਾਈਲ ਦੇ ਵਿੱਚ ਹੀ ਇਹਨਾਂ ਨੇ ਆਪਣਾ ਘਰ ਬਣਾਇਆ। ਤੁਸੀਂ ਦੇਖ ਰਹੇ ਹੋ ਦੀਆ ਚਿਰਾਗ ਕਰਨ ਵਾਸਤੇ ਬਿਲਕੁਲ ਉਹੀ ਸਟਾਈਲ ਦਾ ਇਹਨਾਂ ਨੇ ਬਣਾਇਆ। ਤੇ ਪੁਰਾਣੇ ਦੌਰ ਦੀ ਜਿਹੜੀ ਬਿਲਡਿੰਗ ਉਹਨੂੰ ਜੀ ਇਹਨਾਂ ਨੇ ਨਵਾਂ ਵਜੂਦ ਦਿੱਤਾ। ਅੱਜ ਉਸੇ ਤਰ੍ਹਾਂ ਦਾ ਬਣਾਇਆ। ਹਾਂ, ਉਸੇ ਤਰ੍ਹਾਂ ਦਾ ਬਣਾਇਆ ਜੀ। ਹਾਂ, ਇਹ ਤੁਸੀਂ ਦੇਖ ਰਹੇ ਹੋ ਜੀ। ਤੁਹਾਨੂੰ ਲੱਗ ਰਿਹਾ ਹੈਗਾ ਕਿ ਜਿਵੇਂ 1947 ਤੋਂ ਪਹਿਲੇ ਦਾ ਬਣਿਆ ਹੈ। ਨਹੀਂ ਜੀ ਨਹੀਂ, ਤਕਰੀਬਨ ਚੋ ਸਾਹਿਬ ਕਿੰਨੀ ਦੇਰ ਪਹਿਲੇ ਤੁਸੀਂ ਇਹ ਬਿਲਡਿੰਗ ਬਣਾਈ ਹੈ? 2017 ਦੇ ਵਿੱਚ ਬਣੀ ਹੈ, ਲੇਕਿਨ ਤੁਹਾਨੂੰ ਦੇਖ ਕੇ ਹੀ ਲੱਗ ਰਿਹਾ ਕਿ ਜਿਵੇਂ 1947 ਤੋਂ ਪਹਿਲੇ ਦੀ। ਜੀ ਅਸਾਂ ਬਿਲਕੁਲ ਉਸੇ ਤਰ੍ਹਾਂ ਦਾ ਹੀ ਜੀ ਇਹਨਾਂ ਨੇ ਡੇਰਾ ਬਣਾਇਆ ਹੋਇਆ ਜਿਸ ਤਰ੍ਹਾਂ ਕਿ 1947 ਤੋਂ ਪਹਿਲੇ ਲੋਕ ਅਸੀਂ ਮਾਜਰੋ ਕੇ ਆਏ ਤਾਂ ਅਸਾਂ ਆਪਣੀ ਯਾਦ ਤਾਜ਼ਾ ਕੀਤੀ। ਬਹੁਤ ਵਧੀਆ ਜੀ। अस्सलाम वालेकुम। ਵਾਲੇਕੁਮ ਸਲਾਮ ਜੀ। बाबा जी की हाल? ਅੱਲਾ ਦਾ ਸ਼ੁਕਰ ਹੈ, ਖੈਰ ਠੀਕ ਠਾਕ। की नाम जी अपना? ਸਫਦਰ सफदर, मोहम्मद सफदर। ਜੀ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਮ? ਲਾਲਦੀਨ ਲਾਲਦੀਨ। ਤੇ ਬਾਬੇ ਦਾ ਨਾਮ ਕੀ ਸੀ ਦਾਦੇ ਦਾ? ਟੁੰਡਾ। ਟੁੰਡਾ। ਹਾਂ, ਅੱਛਾ, ਕਿਹੜੀ ਬਰਾਦਰੀ ਆਪਣੀ? ਰਾਈ ਬਰਾਦਰੀ। ਰਾਈ ਬਰਾਦਰੀ। ਜੱਦੀ ਪਿੰਡ ਹੈ ਹੀ ਕਹਿਰਵਾਲੀ? ਇਹ ਹੀ ਕਹਿ ਰਿਹਾ ਜੀ। ਠੀਕ ਹੈ। ਤੇ ਜ਼ਿਲ੍ਹਾ ਲੱਗਦਾ ਇਹਨੂੰ ਗੁਜਰਾਂਵਾਲਾ, ਤਹਿਸੀਲ ਕਾਮੋਕੀ ਦੇ ਵਿੱਚ ਆਂਦਾ। ਕੰਮ ਕੀ ਜੀ। ਠੀਕ ਹੈ ਬਾਬਾ ਜੀ। ਜਦੋਂ 47 ਦੀ ਵੰਡ ਹੋਈ ਹੈ, ਜੀ, ਜਦੋਂ ਇੱਧਰ ਦੇ ਲੋਕ ਉੱਧਰ ਤੇ ਉੱਧਰ ਦੇ ਲੋਕ ਇੱਧਰ, ਉਸ ਵੇਲੇ ਕਿੰਨੀ ਉਮਰ ਸੀ ਆਪਣੀ? ਉਦੋਂ ਮੇਰੀ 10-12 ਸਾਲਾਂ ਦੀ। 10-12 ਸਾਲ ਉਮਰ ਸੀ ਤੁਹਾਡੀ। ਠੀਕ ਹੈ। ਤੇ ਤੁਸੀਂ ਜਾਣਦੇ, ਤੁਹਾਨੂੰ ਸੁਝਾਣ ਹੈ ਜਿਹੜੇ ਪਿੰਡ ਦੇ ਤੁਹਾਡੇ ਇੱਥੇ ਪੁਰਾਣੇ ਲੋਕ ਰਹਿੰਦੇ ਸਨ, ਹਾਂਜੀ। ਕਿਹੜੀ ਕਿਹੜੀ ਬਰਾਦਰੀ ਆਬਾਦ ਸੀ ਪਿੰਡ ਕਹਿਰਵਾਲੀ ਦੇ ਵਿੱਚ? ਬਰਾਦਰੀ ਰਾਈ ਬਰਾਦਰੀ, ਰਾਈ ਬਰਾਦਰੀ, ਮਲਵਾਣੇ ਬਰਾਦਰੀ, ਠੀਕ ਹੈ, ਮੁਗਲ ਬਰਾਦਰੀ, ਕਸ਼ਮੀਰੀ। ਅੱਛਾ, ਸਿੱਖ ਬਰਾਦਰੀ। ਠੀਕ ਹੈ, ਸਿੱਖ ਬਰਾਦਰੀ। ਸਿੱਖ ਬਰਾਦਰੀ। ਸਿੱਖ ਕਿਹੜੇ ਸਨ? ਬਾਜਵੇ ਸਨ? ਮਸੀਹ ਬਰਾਦਰੀ। ਅੱਛਾ, ਮਸੀਹ ਬਰਾਦਰੀ ਦੇ ਘਰ ਆ ਸਨ। ਠੀਕ ਹੈ, ਠੀਕ ਹੈ। ਉਸ ਵੇਲੇ ਜੀ ਜੀ, ਉਸ ਵੇਲੇ ਕਿੱਡਾ ਕੁ ਵੱਡਾ ਪਿੰਡ ਸੀ ਕਹਿਰਵਾਲੀ? ਉਸ ਵੇਲੇ ਇਹਦੇ ਨਾਲੋਂ ਛੋਟਾ ਸੀ ਪਿੰਡ। ਛੋਟਾ ਹੈ। ਤੁਸੀਂ ਮੋਟਾ ਅੰਦਾਜ਼ਾ ਦੱਸ ਸਕਦੇ ਹੋ? ਕੋਈ ਹੈ 100-150 ਘਰ ਉਸ ਵੇਲੇ? ਨਹੀਂ, 150 ਪੌਣੇ 200 ਹੈ ਸੀ। ਅੱਛਾ, 150-200 ਘਰ ਹੈ। ਕਿੰਨੀਆਂ ਪਤੀਆਂ ਸਨ ਪਿੰਡ ਦੀਆਂ? ਨੰਬਰਦਾਰ ਕਿੰਨੇ ਸਨ? ਨੰਬਰਦਾਰ ਇੱਕੋ ਹੀ ਸੀ ਇੱਥੇ। ਇੱਕੋ ਹੀ ਸੀ ਨੰਬਰਦਾਰ? ਹਾਂ। ਕੀ ਨਾਂ ਸੀ ਉਹਦਾ? ਉਤਮ ਸਿੰਘ। ਅੱਛਾ, ਸਰਦਾਰ ਉਤਮ ਸਿੰਘ। ਹਾਂਜੀ। ਉਹ ਨੰਬਰਦਾਰੀ ਉਹਦੇ ਕੋਲ ਸੀ। ਹਾਂ। ਸਰਦਾਰ ਉਤਮ ਸਿੰਘ ਤੋਂ ਇਲਾਵਾ ਹੋਰ ਕਿਹੜੇ ਬੰਦੇ ਸਨ ਆਗੂ ਹੱਥ? ਹੋਰ ਵਿਰਸਾ ਸਿੰਘ ਵੀ ਸੀ, ਸਰਦਾਰ ਵਿਰਸਾ ਸਿੰਘ। ਜੰਗੀਰ ਸਿੰਘ, ਅੱਛਾ, ਰੂੜ ਸਿੰਘ, ਹਾਂ। ਚੀਮੇ ਸਾਨੇ ਥੇ। ਅੱਛਾ, ਚੀਮੇ ਵੀ ਘਰ ਆਇਆ ਸੀ? ਹਾਂਜੀ। ਉਹ ਕਿੰਨੇ ਘਰ ਸਨ? ਉਹ ਇੱਕੋ ਹੀ ਘਰ ਸੀ ਉਹਨਾਂ ਚੀਮਿਆਂ ਦਾ। ਇੱਕੋ ਹੀ ਘਰ ਸਨ। ਉਹਨਾਂ ਦਾ ਜੱਦੀ ਪਿੰਡ ਸੀ ਜਾਂ ਕਿਤੋਂ ਉੱਠ ਕੇ ਆਇਆ ਸੀ? ਨਹੀਂ, ਜੱਜੀ ਹੀ ਹੋਈ ਸੀ। ਅੱਛਾ, ਠੀਕ। ਹੋਰ ਜੀ ਤੇ ਵੱਡਾ ਮਾਲਕ ਜਿਹਦੇ ਕੋਲ ਸਭ ਤੋਂ ਜ਼ਿਆਦਾ ਰਕਬਾ ਸੀ, ਉਹਦਾ ਨਾਂ ਕੀ ਸੀ? ਜੈਸਾ ਦੇਵਾ ਸਿੰਘ ਸੀ। ਸਰਦਾਰ ਦੇਵਾ ਸਿੰਘ। ਦੇਵਾ ਸਿੰਘ ਉਹ ਤਰਿਆਈ ਦਾ ਮਾਲਕ ਸੀ। ਹਾਂ, ਅੱਛਾ, ਬੱਲੇ ਬੱਲੇ ਬੱਲੇ, ਬੜਾ ਵੱਡਾ ਜ਼ਮੀਂਦਾਰ ਸੀ। ਠੀਕ ਹੈ। ਤੇ ਖੁਦਾ ਤਰਸ ਬੰਦਾ ਵੀ ਸੀ?
ਆ ਖੁਦਾ ਤਰਸ ਵੀ ਅਸੀਂ ਤੇ ਨਹੀਂ ਵੀ ਸੀ, ਅੱਛਾ ਦੋਵੇਂ ਚੀਜ਼ਾਂ ਨੇ ਉਹਦੇ ਚ। ਸੁਣਾਓ ਗੱਲ। ਇੱਕ ਉਹਦੀ ਭੈਣ ਸੀ ਅੱਛਾ ਤੇ ਇੱਕ ਆਪ ਸੀ, ਅੱਛਾ ਉਹਦੇ ਨਾਲ ਬਾਲ ਕੌਰ ਸੀ। ਨਹੀਂ, ਜਿਹੜੀ ਤੁਸੀਂ ਗੱਲ ਕੀਤੀ ਥੋੜੀ ਦੇਰ ਪਹਿਲੇ ਕਿ ਖੁਦਾ ਤਰਸ ਵੀ ਸੀ ਤੇ ਨਹੀਂ ਵੀ ਸੀ, ਹਾਂ, ਇਹਦੀ ਵੰਡ ਕਰੋ ਇਸ ਗੱਲ ਦੀ। ਇਹਦੀ ਬਣਦਾ ਨਹੀਂ ਨਹੀਂ ਕਿਉਂ ਨਹੀਂ ਸੀ? ਹਾਂ ਨਹੀਂ, ਤੁਸੀਂ ਕੀ ਕੁਝ ਚਲੋ ਬਜ਼ੁਰਗਾਂ ਕੋ ਸੁਣਿਆ ਕਿ ਕਿੱਥੋਂ ਆ ਕੇ ਤੁਹਾਨੂੰ ਲੱਗਦਾ? ਬਸ ਕਿਸੇ ਨੂੰ ਕੋਈ ਦੇਸ਼ੇ ਨਹੀਂ ਚਾਹੇ, ਕਿਸੇ ਨੂੰ ਨਹੀਂ ਦੇਣੀ ਚਾਹੇ, ਅੱਛਾ ਅੱਛਾ, ਇਹ ਗੱਲ ਸੀ। ਮੌਜ ਦਾ ਸੀ, ਮੌਜ ਜ਼ਿਆਦਾ ਜੀ। ਮੌਜ ਵਾਲਾ ਬੰਦਾ ਹੈ। ਹਾਂ, ਕਿਸੇ ਵੇਲੇ ਵਹਿਲ ਚ ਆਇਆ ਤੇ ਦੇਹੜੀ ਤੇ ਨਹੀਂ ਤੇ ਨਹੀਂ ਨਹੀਂ ਸੀ। ਸੀ। ਠੀਕ ਹੈ। ਹੋਰ ਇਹਦੇ ਤੋਂ ਇਲਾਵਾ ਕਿਹੜੇ ਕਿਹੜੇ ਸਰਦਾਰ ਸਿੰਘ ਲੋਕ ਸੀ। ਸੀ? ਹਾਂ ਵਿਰਸਾ ਸਿੰਘ, ਹਾਂ ਜੰਗੀਰ ਸਿੰਘ, ਜਗੀਰ ਸਿੰਘ ਹੋ ਗਿਆ। ਹਾਂ ਹਾਂਜੀ ਹਾਂ ਹਾਂਜੀ, ਸ਼ਿੰਗਾਰਾ ਸਿੰਘ, ਅੱਛਾ, ਸ਼ਿੰਗਾਰਾ ਸਿੰਘ ਵੀ ਸੀ, ਉਤਮ ਸਿੰਘ, ਉੱਤਮ ਸਿੰਘ। ਠੀਕ ਹੈ, ਇਹ ਸਾਰੇ ਬਾਜਵੇ ਸਨ। ਜੀ ਹਾਂ। ਇਹ ਜਿੱਥੇ ਬੈਠੇ ਹੋਏ ਜਿਹੜੀ ਮੇਰੇ ਕੋਲ ਜਗ੍ਹਾ ਵੇ, ਇਹ ਕਿਦਾ? ਇਹਦਾ ਮੈਨੂੰ ਨਹੀਂ ਪਤਾ, ਨਹੀਂ ਪੱਕ ਪਤਾ ਨਹੀਂ ਇਹਦਾ ਮੈਨੂੰ। ਅੱਛਾ 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 ਅੱਛਾ। ਬਾਬਾ ਜੀ ਇੱਕ ਗੱਲ ਦੱਸੋ, ਪਿਆਰ ਪੂਰਾ ਸੀ ਉਸ ਵੇਲੇ, ਸਲੂਕ ਹੈ ਸੀ ਆਪਸ ਚ ਸਭ? ਆਹੋ, ਬੜਾ ਪਿਆਰ ਕਰਦੇ ਹਨ ਕਿ ਉਹ। ਹਾਂ ਹਾਂ, ਠੀਕ ਹੈ। ਕਿਸੇ ਮਾੜੇ ਬੰਦੇ ਦੀ ਮਾੜੇ ਵੀ ਜੁਗ ਜੁਗ ਪਿਆਰ ਕਰਦੇ ਹਨ। ਹਾਂ, ਕਿਸੇ ਦੇ ਕੋਈ ਮਾੜੇ ਬੰਦੇ ਕੋ ਧੀ ਪੁੱਤਰ ਦੀ ਸ਼ਾਦੀ ਆ ਜਾਣੀ ਹੈ। ਪਿਆਰ ਕਰਦੇ ਹਨ ਬਹੁਤ ਸਾਰਾ। ਅੱਛਾ ਠੀਕ ਹੈ। ਤੇ ਹਿੰਦੂ ਖੱਤਰੀ ਲੋਕ ਵੀ ਹੈ ਸਨ? ਹਿੰਦੂ ਵੀ, ਖੱਤਰੀ ਵੀ, ਅਰੋੜੇ ਵੀ। ਅੱਛਾ, ਹਾਂ, ਪਿੰਡ ਕਹਿਰੋਲੀ ਦੇ ਵਿੱਚ ਹੈ ਸਨ? ਹਾਂਜੀ। ਠੀਕ ਹੈ। ਉਹ ਨਾਂ ਯਾਦ ਹੈ ਕਿਸੇ ਦਾ, ਕਿਸੇ ਨਾਂ- ਦੁਕਾਨਦਾਰ ਦਾ? ਹੈਂ? ਤੁਹਾਨੂੰ ਪਤਾ ਉਸ ਵੇਲੇ ਖੱਤਰੀ ਲੋਕ ਜ਼ਿਆਦਾ ਦੁਕਾਨਦਾਰੀ ਕਰਦੇ ਸਨ? ਖੱਤਰੀ ਲੋਕ ਦੁਕਾਨਦਾਰੀ ਕਰਦੇ, ਨਾ ਐਡਾ ਕੋਈ ਨਹੀਂ ਸੀ, ਮੈਨੂੰ ਯਾਦ ਨਹੀਂ। ਨਹੀਂ, ਕੋਈ ਆਪਣੇ ਮਹੱਲੇ 'ਚ ਕਿਸੇ ਉਹ ਛੋਟੇ ਹੁੰਦਿਆਂ ਨਹੀਂ ਤੁਸੀਂ ਜਾਣਦੇ? ਨਾਂ ਨਹੀਂ ਯਾਦ ਰਹੇ? ਨਾ ਨਹੀਂ ਯਾਦ। ਹੋਰ ਕਿਸੇ ਕੋਈ ਸੰਗੀ ਬੇਲੀ ਦਾ ਨਾਂ ਯਾਦ ਹੈ ਸਿੱਖਾਂ ਵਿੱਚੋਂ ਹੀ? ਬਸ ਇਹਨਾਂ ਦੇ ਨਾਂ ਯਾਦ ਨੇ ਜਿਹੜੇ ਤੁਹਾਨੂੰ ਮੈਂ ਦੱਸ ਛੱਡੇ। ਹਾਂ ਹਾਂ, ਜਿਹੜੇ ਮਸ਼ਹੂਰ ਸਨ। ਮਸ਼ਹੂਰ ਸਨ ਬੰਦੇ। ਠੀਕ ਹੈ, ਠੀਕ ਸਹੀ, ਠੀਕ ਹੈ। ਸਰਦਾਰ ਦੇਵਾ ਸਿੰਘ ਦੇ ਕਿੰਨੇ ਖੂਹ ਸਨ? ਉਹਦੇ ਖੂਹ 2-3 ਸਨ। ਅੱਛਾ, ਜੀ, 35-36 ਮਰਬੇ ਪਹਿਲੀ ਖੂਹ? 36 ਮਰਬੇ ਦਾ ਮਾਲਕ ਸੀ ਉਹ। ਅੱਛਾ, ਖੂਹ 2-3 ਹੀ ਸਨ। ਬਾਬਾ ਜੀ ਸਾਰੀ ਤੇ ਨਹੀਂ ਵਸਦੀ ਹੋਣੀ? ਹੈ ਸਾਰੀ ਤੇ ਨਹੀਂ ਪੈਲੀ ਵਸਦੀ? ਨਹੀਂ, ਕੋਈ ਵਿੱਚ ਦੀ ਬਾਜੀ ਵਰਾਨੀ ਵੀ ਹੈ ਸੀ? ਰੇਜਾਂ ਵੀ ਪਈਆਂ ਹਨ ਵਿੱਚ। ਹਾਂ ਹਾਂ, ਆਜ਼ਾਦ ਲੋਕ ਸਨ। ਠੀਕ ਹੈ, ਠੀਕ ਠੀਕ ਹੈ। ਉਹਦਾ ਕੋਈ ਧੀ ਪੁੱਤਰ ਹੈ? ਨਾ ਧੀ ਪੁੱਤਰ ਕੋਈ ਨਹੀਂ ਸੀ ਉਹਦਾ, ਅੱਛਾ, ਇਕੱਲਾ ਹੀ ਉਹਦੀ ਸੀ। ਸ਼ਾਦੀ ਹੋਈ ਸੀ? ਹਾਂ, ਅੱਛਾ ਅੱਛਾ, ਔਲਾਦ ਕੋਈ ਨਹੀਂ ਸੀ ਉਹਦੀ? ਕੋਈ ਨਹੀਂ। ਠੀਕ ਹੈ। ਉਹ ਦੋਵੇਂ ਭੈਣ ਭਰਾ ਹੀ ਸਨ। ਅੱਛਾ, ਬਾਬਾ ਤੇ ਉਹ ਬਾਬਾ ਦੇ ਦੋ ਭਰਾ। ਇੱਧਰ ਆਓ ਬਾਬਾ ਜੀ, ਤੁਸੀਂ ਇੱਧਰ ਆਇਓ। ਆਜੋ ਇੱਧਰ ਆਜੋ। ਨਹੀਂ ਉਹਨਾਂ ਉੱਠ ਕੇ ਆਜਾ ਪਿੰਡ ਦੀ ਇੱਜ਼ਤ ਦਾ ਮਸਲਾ ਹੈ। ਆਜਾ ਸਰਜਰ ਸਿੰਘ ਤੇ ਪਿੰਡ ਦੀ ਗੱਲ ਮੈਂ ਲਾਂਭੇ ਤੈਨੂੰ ਜਾਣੀ ਪਤਾ ਹੈ, ਹੋਣਾ। ਉਹਨੂੰ ਬਣਾ ਕੇ ਕਰੋ। ਆਹੋ, ਜੋ ਤੁਹਾਨੂੰ ਯਾਦ ਹੈ, ਤੁਸੀਂ ਜੋ ਆਪਣੇ ਮੈਂ ਬਜ਼ੁਰਗ ਦੱਸਣਾ ਬੋਲ। ਅੱਛਾ ਅੱਛਾ, ਉਹ ਜਿਹੜਾ ਦੇਵਾ ਸਿੰਘ ਸੀ ਨਾ, ਉਹ 2 ਭਰਾ ਸਨ, ਇੱਕ ਭੈਣ ਸੀ, ਠੀਕ। ਬਾਬਾ ਜੀ ਆਪਣਾ ਨਾਂ ਕੀ ਹੈ? ਮੁਹੰਮਦ ਸਦੀਕ। ਮੁਹੰਮਦ ਸਦੀਕ। ਤੇ ਤੁਹਾਡੇ ਫਾਦਰ ਦਾ ਨਾਮ, ਵਾਲਾ ਸਾਹਿਬ ਦਾ ਨਾਮ? ਮੁਹੰਮਦ ਖੁਸ਼ੀ ਮੁਹੰਮਦ ਤੇ ਦਾਦੇ ਦਾ ਨਾਮ? ਅੱਲਾ ਦਿੱਤਾ। ਬਰਾਦਰੀ ਕਿਹੜੀ ਆਪਣੀ? ਧੋਬੇ। ਧੋਬੇ। ਅੱਛਾ, ਜੱਦੀ ਪਿੰਡ? ਹਾਂ, ਅੱਛਾ, ਧੋਬਿਆਂ ਦੇ ਘਰ ਆਇਆ ਸਨ ਇੱਥੇ। ਬਰਾਦਰੀ ਸਾਰੀਆਂ ਹੀ ਬੈਠੀਆਂ ਸਨ ਇੱਥੇ? ਬੜਾ। ਅੱਛਾ, ਤੁਸੀਂ ਗੱਲ ਕਰ ਰਹੇ ਹੋ ਸਰਦਾਰ ਦੇਵਾ ਸਿੰਘ ਦੀ ਜਿਹੜੀ ਫੈਮਿਲੀ ਉਹਦੇ ਬਾਰੇ? ਅੱਛਾ, ਸਰਦਾਰ ਦੇਵਾ ਸਿੰਘ ਦੇ ਹਾਂ, ਉਹ 2 ਭਰਾ ਸਨ, ਅੱਛਾ। ਇੱਕ ਉਹਨਾਂ ਦੀ ਭੈਣ ਸੀ, ਦੂਸਰੇ ਭਰਾ ਦਾ ਕੀ ਨਾਂ ਸੀ? ਸਰਜਨ ਸਿੰਘ। ਸਰਜਨ ਸਿੰਘ। ਅੱਛਾ, ਤੇ ਭੈਣ ਦਾ ਨਾਂ? ਬਾਲ ਕੌਰ। ਬਾਲ ਕੌਰ। ਅੱਛਾ, ਠੀਕ ਹੈ। ਤੇ ਉਹਦੀ ਔਲਾਦ ਕੋਈ ਨਹੀਂ ਸੀ ਦੇਵਾ ਸਿੰਘ ਔਲਾਦ ਦੀ? ਨਹੀਂ ਸੀ ਦੋਵਾਂ ਦੀ। ਹਾਂ, ਉਹ ਵਿਆਹ ਸ਼ਿਆ ਹੋਇਆ ਸੀ ਉਹਦਾ? ਵਿਆਹ ਚੱਲਾ ਜਿਹਨ ਜਾਣ ਦੋਵੇਂ ਭਰਾ। ਅੱਛਾ, ਮਤਲਬ ਕਿ ਸ਼ਾਦੀ ਨੇ ਉਹਦੀ ਹੋਈ ਸੀ, ਔਲਾਦ ਕੋਈ ਨਹੀਂ ਸੀ, ਤੇ ਵਾਈ ਬੀਜੀ ਉਹੀ ਸਾਂਭਦਾ ਸੀ? ਮਾਲਕ ਮਜਾਰੇ ਵਾਂਦੇ ਸਨ, ਹਾਂ, ਉਹਨੂੰ ਵਾਈ ਦੀ ਲੋੜ ਹੀ ਨਹੀਂ ਸੀ ਐਡੀ। ਮਾਲਕ ਖੁੱਲਾ ਸੀ, ਬੜਾ ਲੈਂਡਲੌਰਡ ਮੈਨ ਪਈ ਸੀ। ਸੀ। ਹਾਂ ਉਹਨਾਂ ਫਿਰ ਮੁਗਲ ਲਿਆਂਦੇ ਭਾਗੜੀਆਂ ਤੋਂ, ਹਾਂ, ਭਰਾ ਬਣਾਏ, ਉਹ ਵਾਈ ਕਰਦੇ ਸਨ। ਅੱਛਾ ਅੱਛਾ ਅੱਛਾ, ਰਿਹਾਇਸ਼ ਕਿਹੜੀ ਸੀ ਉਹਦੀ? ਠੀਕ ਹੈ, ਠੀਕ ਹੈ। ਹਾਂ, ਉਹਦੀ ਰਿਹਾਇਸ਼ ਕਿਹੜੀ ਸੀ? ਇੱਥੇ ਜਗ੍ਹਾ ਕਿਹੜੇ ਸੀ? ਘਰ ਕਿਹੜੇ ਸਨ? ਆ ਸਾਡਾ ਜਿੱਥੇ ਆਪਣਾ ਹੁੰਦਾ ਆਪਣਾ ਜਵੇਦ। ਅੱਜ ਵੇ ਦਿਖਾ ਕੇ। ਅੱਛਾ, ਦੇਵਾ ਸਿੰਘ ਦਾ ਘਰ ਉਹਨੇ ਪੱਠੀ ਚਾੜ ਕੇ ਆਪ ਪੱਕੀਏ ਬਣਾਈਆਂ ਕੰਦਾ, ਆਪਣੀ ਪੱਠੀ ਚਾੜੀ ਸੀ। ਅੱਛਾ ਅੱਛਾ ਅੱਛਾ, ਮਤਲਬ ਆਪਣੀ ਭੱਠੀ ਬਣਾ ਲਈ, ਭੱਠਾ ਘਰ ਬਣਾਉਣ ਵਾਸਤੇ। ਠੀਕ ਹੈ। 3 ਖੂਹ ਸਾਂ ਉਹਦੇ ਦੇਵਾ ਸਿੰਘ ਦੀ? ਇੰਜੀ ਗੱਲ? 7 ਖੂਹ ਸਨ। 6-7 ਖੂਹ ਸਨ। ਨਾਂ ਯਾਦ ਨੇ ਤੁਹਾਨੂੰ? ਹੈ ਕਿਹੜੀ ਕਿਹੜੀ ਹੱਲ ਸੀ ਖੂਹਾਂ ਦੀ? ਨਾਂ ਯਾਦ ਨੇ? ਕਿਹਦੇ ਨਾਮ ਤੇ ਵੱਜਦਾ ਕੋਈ ਸੀ? ਆਰਾਮ ਦੇਖਿਆ ਵਾਲਾ, ਕਿੱਕਰ ਵਾਲਾ, ਹਾਂ, ਬਾਗ ਵਾਲਾ, 6-7 ਖੂਹ ਸਨ। ਅੱਛਾ, ਉਹ ਚੰਗੜਾ ਤੇਰੇ ਕੋਲ ਵੀ ਉਹ ਖੂਹ ਹੁਣ ਜਿਹੜਾ ਬੇਬਾਦ ਹੋ ਗਿਆ ਹੈ। ਠੀਕ ਹੈ। ਤੇ ਜਿਹੜਾ ਸਰਦਾਰ ਰੂੜ ਸਿੰਘ ਸੀ, ਇਹਦੇ ਕਿੰਨੇ ਖੂਹ ਸਨ?
ਉਹ ਮੈਂ ਕਿਹਾ ਉਦੋਂ ਕੋਈ ਰੀਸਾ ਮਾਲ ਦਾ ਪਟਵਾਰੀ ਸਾਂ। ਸਰਦਾਰ ਰੂੜ ਸਿੰਘ ਦਾ ਖੂਹ ਸੀ ਕਿੱਕਰ ਵਾਲਾ, ਹਾਂ ਹਾਂ ਕੁਟੀਆ ਵਾਲਾ, ਜੈਸੰਗ ਵਾਲਾ। ਅੱਛਾ ਅੱਛਾ, ਹਾਂਜੀ, ਇਹ ਖੂਸਨ ਰੂੜ ਸਿੰਘ ਦਾ। ਰੂੜ ਸਿੰਘ ਠੀਕ ਹੈ। ਇਹਦੇ ਕੋਲ ਵੀ ਪੈਲੀ ਬੰਨਾ ਸੀ ਬਾਬਾ ਜੀ, ਇਹ ਵੀ ਆਪਣਾ ਪੈਲੀ ਦੂਸਰਾ ਬੰਨਾ। ਵੱਡਾ ਗੱਲ ਚੋਈ ਸਾਹਿਬ ਵਿੱਚ 5 ਦੇ ਘਰ ਸਨ ਇੱਥੇ ਮਾਲਕਾਂ ਦੇ ਸਿੱਖਾਂ ਦਾ, ਹੋਰ ਸਭ ਮਜਾਰੀ ਸਨ ਇੱਥੇ, ਸਵਾਹ ਟੋਟੀਆਂ ਤੇ ਮਾਲ। ਕਿੰਨਾ ਰਕਬਾ ਜੀ ਪਿੰਡ ਕਹਿਰਵਾਲੀ ਦਾ ਪਿੰਡ ਟੋਟਲ? ਕਹਿ ਰਕਬਾ ਜੀ 16 ਪਿੰਡਾਂ ਨੂੰ ਲੱਗਦਾ ਜੀ। 129 ਮਰਬੇ, ਇਹ 125 ਮਰਬੇ, 125 ਮਰਬੇ। ਅੱਛਾ ਅੱਛਾ ਅੱਛਾ। 16 ਪਿੰਡਾਂ ਦਾ ਰਕਬਾ ਲੱਗਦਾ ਜੀ। ਹੂੰ ਸਾਡੇ ਠੀਕ, ਸਿਰ ਜਿਹੜਾ ਵੱਡਾ ਪਿੰਡ ਕੋਈ ਨਹੀਂ ਹੈਗਾ ਰਕਬੇ ਤੇ ਲਿਆ। ਹਾਂ ਹੂੰ। ਤਹਿਸੀਲ ਕਾਮੋਕੀ ਦਾ ਰਕਬੇ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਪਿੰਡ ਕਹਿਰਵਾਲੀ। ਵਾਹ ਜੀ ਵਾਹ। 16 ਪਿੰਡਾਂ ਦਾ ਰਕਬਾ ਲੱਗਦਾ। ਜੀ ਜੀ ਠੀਕ ਠੀਕ। ਮੇਲਾ ਸ਼ੇਲਾ ਲੱਗਦਾ ਸੀ ਪਿੰਡ 'ਚ? ਆਹੋ ਅੱਛਾ ਸਿੰਜ ਪੈਂਦੀ ਕੋਲ ਕਬੱਡੀ ਹੁੰਦਾ ਸੀ, ਘੋਲਦੇ ਹਨ ਪਹਿਲਵਾਨ। ਹਾਂ ਠੀਕ ਹੈ। ਤੇ ਆਪਣੇ ਪਿੰਡ ਦਾ ਕੋਈ ਹੈ ਮਸ਼ਹੂਰ ਪਹਿਲਵਾਨ ਕਬੱਡਰ? ਆਹੋ ਕੀ ਨਾਂ ਉਹਦਾ? ਉਹਦੇ ਨਾਲ ਨਵਾਬ ਕੱਕੇ ਜਿਹੀ ਸੀ। ਨਵਾਬ ਕੱਕੇ ਜ਼ਈ। ਆਹ ਅੱਛਾ, ਵਾਵਾ ਨਾਂ ਕਮਾਇਆ ਲਾਮ ਤੇ ਵੀ? ਆਹੋ ਤੂੰ ਜਾ ਘੋਲਦਾ ਸੀ ਉਹ। ਅੱਛਾ, ਤੇ ਸਿੱਖਾਂ ਚੋਂ ਹਿੰਦੂਆਂ ਚੋਂ ਗਿਆ ਸੀ ਬੰਦਾ ਜਿਹੜਾ ਘੋਲਾ ਘਲਦਾ? ਸਿੱਖਾਂ ਚ ਕਾਲ ਕੋਈ ਨਹੀਂ ਸੀ। ਤੇ ਮਿਰਜ਼ਾ ਸ਼ਰੀਫ ਇੱਕ ਮੁਗਲ ਹੋਇਆ, ਉਹ ਵੀ ਸਰੂ ਮਾਟੋ ਦੇ ਇਲਾਕੇ ਚ ਮਸ਼ਹੂਰੀ ਸੀ। ਅੱਛਾ ਸਹੀ। ਭਲਾ ਮਾਨਸਿਕ ਚਿਹਰਾ ਦਾ ਬੰਦਾ ਸੀ। ਬਾਬਾ ਜੀ ਜਿਹੜੇ ਤੁਹਾਡੇ ਪਿੰਡ ਛਿੰਝ ਲੱਗਦੀ ਸੀ, ਲਾਮ ਦੇ ਪਿੰਡਾਂ ਦੇ ਲੋਕ ਆਂਦੇ ਹਨ, ਵਾਵਾ ਰਸ਼ ਹੋਣਾ? ਬੜੇ ਆਉਂਦੇ ਸਨ, ਹਾਂ। ਇਹ ਵੀ ਜਾਂਦੇ ਸਨ। ਹੂੰ। ਨੱਡੇ ਲੱਗਦੀ ਸੀ, ਅੱਛਾ। ਠੱਠੇ ਗੁਲਾਬ ਸਿੰਘ ਲੱਗਦੀ ਸੀ, ਹਾਂ ਫਿਰ ਇਮਨਾਬਾਦ ਲੱਗਦੀ ਸੀ। ਹੂੰ। ਹਾਟ ਬਣ ਕੇ ਜਾਂਦੇ ਹਨ, ਛੋਟੇ ਹਾਥੇ ਪਰ ਸ਼ਰਾਬਾਂ ਦੀ ਬੋਤਲਾਂ ਸੀ ਹੁੰਦੀਆਂ ਨੇ ਇਹਨਾਂ ਨੇ। ਉਧਰੋਂ ਲੋਈ ਕੀ ਵੀ ਲੱਗਦੀ ਸੀ। ਨੋਈ ਕੇ ਵੀ ਜਾਂਦੇ ਹਨ, ਅੱਛਾ। ਕਪੱਤੇ ਵੀ ਬੜੇ ਹਨ ਇਲਾਕੇ ਚ। ਹੂੰ ਅੱਛਾ ਇਹ ਜਿਹੜੇ ਅੱਛਾ। ਸਨ ਇੱਥੋਂ ਦੇ ਸਿੱਖ ਜਿਹੜੇ ਆ। ਤਾਂ ਦੇ ਨਾਂ ਕਹਿ ਰਹੀ ਪੱਕਾ ਬੱਜਾ ਆ। ਹਾਂ ਅੱਛਾ ਠੀਕ ਹੈ ਠੀਕ ਹੈ। ਹਾਂ, ਇਹਨਾਂ ਬਦਲਣਾ ਚਾਹੁੰਦਾ। ਤੇ ਬਾਬਾ ਜੀ ਕੀ ਪਿੰਡ ਕਹਿਰਵਾਲੀ ਦਾ ਜਿਹੜਾ ਨਾਂ ਸੀ ਕਿਸੇ ਬੰਦੇ ਤੋਂ ਨਾਂ ਤੇ ਸੀ ਇਹ ਪਿੰਡ ਕੈ ਦਾ? ਸਿੰਘ ਮੇਰ ਸਿੰਘ ਦੋ ਭਰਾ ਸਨ। ਅੱਛਾ, ਇਹ ਚਵਿੰਡੇ ਤੋਂ ਆਏ ਸਨ, ਰੰਨਾਂ ਪਈਆਂ ਹੁੰਦੀਆਂ ਹਨ। ਚਿਵਿੰਡਾ ਬਾਜਵਾ। ਹਾਂ। ਅੱਛਾ, ਉੱਥੋਂ ਆਏ ਸਨ। ਉੱਥੋਂ ਆਇਆ ਨੂੰ ਤੇ ਇਹਨਾਂ ਕੋ ਵਾਧਾ ਵੱਧ ਗਿਆ ਸੀ। ਇਹਨਾਂ 17 ਦੋ ਬੰਦੇ ਮਾਰ ਛੱਡੇ ਹਨ ਜਾ ਕੇ ਪਾਣੀ ਤੋਂ। ਕਹਿਰ ਸਿੰਘ ਨੇ, ਮੇਰ ਸਿੰਘ ਹਾਂ। ਨੇ। ਅੱਛਾ ਉੱਥੋਂ ਵਾਧਾ ਵਧੇ, ਉਹਦਾ ਨਾਂ ਫਿਰ ਪੱਕਾ ਕਹਿਰ ਸਿੰਘ ਪੈ ਗਿਆ। ਪਾਣੀ ਨਹੀਂ ਸਨ ਦਿੰਦੇ ਸਤਰਾਲ ਜਿਹੜੇ ਇਹ ਬੜੇ ਨਾਮੀ ਪਹਿਲਵਾਨ ਹੋਏ ਨੇ। ਉਹ ਪਾਣੀ ਨਹੀਂ ਸੀ? ਪਾਣੀ ਨਹੀਂ ਸਨ ਦਿੰਦੇ। ਇਹਨਾਂ ਦਾ ਰਾਤ ਨੂੰ ਜਾ ਕੇ ਉਹ ਜਿਹੜਾ ਡੈਮ ਉਹਨਾਂ ਬਣਾਇਆ ਸੀ ਨਾ, ਛੰਭ ਜ਼ੈਲਦਾਰੀਆਂ ਨੇ ਛੰਭ ਬਣਾਇਆ ਸੀ। ਅੱਛਾ, ਉਹਦੇ ਜਿਹੜੇ ਨਾ ਫਿਰ ਫਟੇ ਖੋਲ ਦਿੱਤੇ ਸੀ। ਜੀ ਜੀ ਜਦੋਂ ਜੀ। ਫਟੇ ਖੋਲੇ ਨੇ ਨਾ, ਫਿਰ ਕਹਿਰ ਦੀ ਸਾਰੀ ਜਿਹੜੀ ਏਰੀਆ ਦੀ ਪਿੱਛੋਂ ਜਿੰਨੇ ਵੀ ਪਿੰਡ ਨੇ ਸਾਰੀ ਜੂ ਜਿਹੜੀ ਫਿਰ ਜਿਹੜੀ ਨਾ ਉਹਦੇ ਚ ਪਾਣੀ ਫਿਰ ਗਿਆ। ਬੰਦੇ ਤੱਕ ਪਹਿਲੀ ਵਾਰ ਪਾਣੀ ਬਾਅਦ ਹੋ ਪੜ ਗਈ। ਗਿਆ ਸੀ ਸਾਰਾ। ਅੱਛਾ ਹਾਂਜੀ, ਚਿੱਟਾ ਕਲਰ ਪਿਆ ਹੁੰਦਾ ਸੀ। ਅੱਛਾ ਅੱਛਾ ਅੱਛਾ। ਬਾਬਾ ਜੀ ਵਾਹ ਜੀ ਵਾਹ, ਬੜੀਆਂ ਗੱਲਾਂ ਨੇ। ਪਿੱਛੋਂ ਇੱਕ ਆਵਾਜ਼ ਆਈ ਕਿ ਜਿਹੜਾ ਕਹਿਰ ਸਿੰਘ ਸੀ ਤੇ ਮੇਰ ਸਿੰਘ ਸੀ, ਉਹਨਾਂ ਦੇ ਨਾਨਕੇ ਸਾਂ ਪਹਿਲੇ ਹੀ ਪਿੰਡ ਕਹਿਰ ਵਾਲੀ। ਹਾਂ, 17 ਨਾਨਕੇ ਸਾਂ। ਉਹਦਾ ਸਾਂਢੂ ਸੀ। ਅੱਛਾ 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 ਅੱਛਾ। ਉੱਥੇ ਇਹਨਾਂ ਕੋਲ ਕੋਈ ਵਾਧਾ ਵੱਧ ਕੇ ਕਪਾਤੋਂ ਉੱਥੋਂ ਟੋਰੇ ਸਨ ਚਵਿੰਡੇ ਬਾਜਵਿਆਂ ਤੋਂ। ਠੀਕ ਹੈ ਠੀਕ ਹੈ। ਉੱਥੇ ਆਲੇ ਇੱਥੋਂ ਫਿਰ ਵਾਧਾ ਵਧਿਆ ਹੌਲੀ ਉਹਨਾਂ ਆਖਿਆ ਇਹਨਾਂ ਨੂੰ ਦਵਾ ਕਰੋ। ਫਿਰ ਇੱਥੇ ਆ ਕੇ ਉਹਨਾਂ ਨੇ ਆਬਾਦ ਕੀਤਾ ਸਾਰਾ। ਉਹਨਾਂ ਆਖਿਆ ਸਿੱਖਾਂ ਨੇ ਉਹਦਾ ਸੀਰਾ ਸੰਧੂ। ਉਹਨਾਂ ਆਵਾਜ਼ ਯਾਰ ਵਗਾ ਫਸਲ ਨੂੰ ਲਾਪਾ ਡੰਗਰ ਖਾਣ। ਚੁੱਪ ਕਰੋ ਯਾਰ। ਅੱਛਾ। ਫਸਲ ਨੂੰ ਲਾਪਾ ਖਾਣ ਤੋਂ ਉਹਨਾਂ ਕਿਹਾ ਕਿ ਇਹਨਾਂ ਨੂੰ ਦਵਾ ਕਰੋ, ਜਨਾਨੀਆਂ ਬੰਦਿਆਂ ਇਹਨਾਂ ਨੂੰ ਇੱਥੋਂ ਕੱਢੋ। ਹਾਂ ਉਹਨਾਂ ਆਖਿਆ ਜੋ ਜਾ ਕੇ ਰੰਜ ਵੇਖਿਓ, ਉੱਥੇ ਪਿੰਡ ਪਾ ਲਓ। ਹਾਂ। ਐਥ ਬਨਾਲਾ ਉੱਥੇ ਵੀ ਨਾ ਟਿੱਬਾ ਚ। ਅੱਛਾ ਆ ਵੀ ਟਿੱਬੇ ਤੇ ਪਿੰਡ ਹੈ। ਅੱਛਾ ਜੀ। ਉਹ ਫਿਰ ਜੇ ਕਰੀ ਵੇਖਿਆ ਤੇ ਇੱਥੇ ਕੋਈ ਹੋਰ ਕਸਬਾ ਨਾ ਵੇਖਿਆ। ਹਾਂ। ਕਸਬਾ ਕਾਹਦਾ ਵੇਖਿਆ, ਸ਼ੇਰ ਪੈਂਦੇ ਸੀ ਬੱਕਰੀ ਨੂੰ। ਅੱਛਾ। ਹੂੰ। ਉਹ ਜਿਹੜੀ ਸੀ ਨਾ ਬੱਕਰੀ, ਉਹ ਸ਼ੇਰ ਨੂੰ ਨੇੜੇ ਨਹੀਂ ਸੀ ਆਉਣ ਦਿੰਦੀ। ਉਹ ਕਹਿਰ ਸਿੰਘ ਤੇ ਮੇਰ ਸਿੰਘ ਵੇਂਦੇ ਨੇ ਪਕੌੜਿਆਂ ਦੇ ਬੈਠੇ ਹੋਏ। ਉਹਨਾਂ ਕਿਹਾ ਕਿ ਇਹ ਪਿੰਡ ਜੁਗਣ ਟਿਕਰੀ ਜੁਮਣ ਵਾਲੀ ਹੈ, ਇੱਥੇ ਪਿੰਡ ਪਾਣ ਦੀ ਕਰੋ ਸਲਾਹ ਮੀਆਂ। ਹਾਂ। ਉੱਥੋਂ ਜੇ ਕਿ ਗਏ, ਉਹਨਾਂ ਆਖਿਆ ਜਾ ਕੇ ਸੰਧੂ ਨੇ ਇਹ ਸਾਨੂੰ ਉਹ ਰੰਜ ਦੇ ਦੇ। ਹੂੰ। ਰੰਜ ਦੇ ਕੇ ਦੇਤੀ ਤੇ ਉਹ ਉਹਨਾਂ ਬਲਾਦਰਾਂ ਦੇ ਹਾਲ ਮੰਗ ਕੇ ਮੁੰਜੀ ਲਾਤੀ, ਔਰ ਲੱਗੀ ਤੇ ਉਹ ਮੁੰਜੀ ਸੁੱਕ ਗਈ। ਹੂੰ। ਇਹ ਹੈ ਕਿ ਰਿਸ਼ਤੇਦਾਰ ਕੋ ਬੁਲਾ ਦੇ, ਕਿਸੇ ਕੋ ਜਾਈਏ ਮੈਨੂੰ ਘੜੀ ਖੁਲਵਾ ਦੇ ਹਲਾਂ ਦੀ ਜਾਂ ਕੋਈ ਸ਼ਾਇਦ ਹੀ। ਹਾਂਜੀ। ਉਹ ਜੇ ਕਰੀ ਉੱਥੇ ਉਹ ਸ਼ਾਇਦ ਉਹਨੇ ਆਖਿਆ ਸੰਧੂ ਨੇ ਘੜੇ ਮਸ਼ਕਾ ਲਿਆ ਕੇ ਪਾਣੀ ਲੈ ਜਾਓ। ਹਾਂ। ਤਾਨ ਮਾਰੀ, ਹੂੰ। ਮੇਸਾ ਪਾਣੀ ਨਹੀਂ ਮੈਂ ਦੇਣਾ। ਅੱਛਾ। ਉੱਠ ਰਿਹਾ ਦਾ ਕਹਿਰ ਸਿੰਘ ਨੂੰ ਨੇ ਇਸ ਗੱਲ ਦਾ ਗੁੱਸਾ ਨੇ ਆਖਿਆ ਇੰਜ ਕਰੀ ਜੋੜੀਆਂ ਆਪਣਾ ਫਾਂਦੇ ਤੇ ਕਾਇਮ ਰੱਖੀ ਹੁਣ। ਹੂੰ। ਤੂੰ ਇਹ ਮਾਨ ਕੀਤਾ ਨਾ ਆਪਣੇ ਜੀਆਂ ਦਾ। ਜੀ ਜੀ। ਉੱਥੋਂ ਫਿਰ ਜੇ ਕਰੀ ਉਹਨੇ ਨੇ ਨਾ ਪਾਣੀ ਹੂੰ। ਨਾ ਦਿੱਤਾ ਤੋਰਾ ਜੀ। ਰਾਤ ਨੂੰ ਫਿਰ ਲੈ ਕੇ ਨਾਲ ਡੋਗਰ 3-4 ਬੰਦੇ ਗਏ, ਉਹਨਾਂ ਨੇ ਟੂਸੀਆਂ ਮਰੋੜ ਕੇ ਹਾਂ। ਜੀ ਵੀ ਮਾਰੇ ਪਾਣੀ ਦੇ ਚਾਰੇ ਵਾਂਢੋ ਪੜਿਆ। ਹਾਂ। ਉੱਥੋਂ ਫਿਰ ਕਹਿਰ ਸਿੰਘ ਨਾਮ ਬਣ ਗਿਆ। ਹੂੰ। ਠੀਕ ਠੀਕ ਠੀਕ।
ਵਾਹ ਜੀ ਵਾਹ ਜੀ। ਉਹ ਜੇ ਕਰੀ ਨਾ ਫਿਰ ਉਹਨਾਂ ਨੇ ਆਖਿਆ ਵੀ ਤੇ ਕੰਮ ਖਰਾਬ ਹੈ, ਉਹ ਕੋ ਦਿਹਾੜੇ ਵਿੱਥ ਪਾ ਕੇ ਨਾ ਹਾਂ ਉਹਨਾਂ ਨਾਲ ਦਾਵਤ ਦੇ ਦਿੱਤੀ ਅੱਛਾ ਸੰਧੂ ਨੇ ਹਾਂ ਤੇ ਸਾਰੀ ਨੇ। ਹੂੰ ਇੱਕ ਵਾਰੀ ਇੱਥੇ ਆਉਂਦੇ ਤੇ ਕਹਿਰ ਸਿੰਘ ਨੂੰ ਮਾਰ ਦੇਣਾ। ਹੂੰ ਉਹ ਗਿਆ ਜੀ ਮਹਿਸੂਸ ਕਰਨ ਵਾਸਤੇ, ਜਿਹੜੇ ਜਵਾਨ ਉੱਥੇ ਮਾਰੇ ਹਨ ਉਹਨਾਂ ਦਾ ਮਹਿਸੂਸ ਕਰਨ ਵਾਸਤੇ ਜਾ ਰਿਹਾ। ਹਾਂ ਉਹਨੇ ਰਾਤ ਸ਼ਰਾਬ ਸ਼ੁਰੂ ਪਿਆ ਕੇ ਇਹਨੇ ਆਪੀ ਮਾਰ ਕੇ ਆਪੀ ਅਫਸੋਸ ਕਰਨ ਜਾ ਰਿਹਾ। ਆਹੋ ਅੱਛਾ ਮਹਿਸੂਸ ਕਰਨ ਵਾਸਤੇ ਜੇ ਕਿੜ ਗਿਆ ਤੇ ਉਹਨੇ ਨਾ ਬੈਠੇ ਬੁੱਠੇ ਤੇ ਉਹ ਜਿਹੜਾ ਇਹਨਾਂ ਸੰਧੂ ਉਹਨੇ ਸ਼ਰਾਬ ਪਿਆਇਆ, ਅੰਨਿਆ ਕਰ ਦਿੱਤਾ ਇਹਨੂੰ ਕਹਿਰ ਸਿੰਘ ਨੂੰ। ਕਹਿਰ ਸਿੰਘ ਨੂੰ। ਹਾਂ ਉਹ ਜੇ ਕੋਈ ਬੰਦੇ ਇਕੱਠੇ ਕਰ ਲਾ ਪੜੀ ਸਾਰੀ ਸੀ, ਉਹਨੂੰ ਇਸ ਗੱਲ ਦਾ ਦੁੱਖ ਆਇਆ ਕਿ ਮੇਰੀ ਭੈਣ ਤੇ ਰੰਡੀ ਹੋ ਜਾਣਾ। ਹੂੰ ਕੋਈ ਨਾ ਇਹਨੂੰ ਕੁਝ ਧਿਆਨ ਲਿਆ ਤੇ ਕਾਇਮ ਮੁੱਕ ਘੱਟ ਤੁਰ ਜਾ। ਹਾਂ ਆਂਦੇ ਨੇ ਕੁਦਰਤੀ ਨਾ ਮੱਝ ਉਹ ਸੰਧੂ ਨੂੰ ਲੱਭੀ ਸੀ, ਉਹ 12 ਮਹੀਨੇ ਦੁੱਧ ਦਿੰਦੀ ਸੀ। ਅੱਛਾ ਬੂਰ ਮੱਝ ਹਾਂ। ਹੂੰ ਉਹਨੇ ਉਹਨੂੰ ਦੁੱਧ ਪਿਆਤਾ, ਹੂੰ ਉਹ ਹੋਸ਼ ਆ ਗਈ, ਹਾਂ ਕਾਇਮ ਹੋ ਗਿਆ। ਆਂਦਾ ਭੈਣ ਕੀ ਪਿਆ, ਅੱਖਾਂ ਵਿੱਚ ਜਾਗਾ ਇਹ ਬੂਰੀ ਮੱਝ ਜਿਹੜੇ ਤੇਰੇ ਸੰਧੂ ਨੂੰ ਮਿਲੀ ਹੈ ਨਾ ਅਰਸ਼ਾਂ ਤੋਂ ਉਹਦਾ ਦੁੱਧ ਹੈ। ਇਹ 12 ਮਹੀਨੇ ਦੁੱਧ ਨਹੀਂ ਪੀਂਦਾ ਸੰਧੂ ਹੀ ਹੈ। ਹਾਂ ਉਹਨੇ ਆਖਿਆ ਤੇ ਕੰਮ ਵਾਵਾ ਬਣ ਗਈ। ਕੋਈ ਦਿਹਾੜੇ ਚਾਵਾ ਆਏ ਜੀ, ਬੰਦੇ ਬੰਦੇ ਲੈ ਕੇ ਤੁਸੀਂ ਤਾਂ ਘੋੜੇ ਤੇ ਚੜ ਕੇ ਨਿਕਲ ਆਇਆ। ਹੂੰ ਆ ਗਏ ਜੇ ਕਿ ਦਿਹਾੜੇ 10 ਵੀ ਲੰਘੇ ਤੇ ਉਹ ਜਨਾਬ ਰਾਤ ਨੂੰ ਪੈ ਗੁੱਜਰ ਰਾਤ ਨੂੰ ਚਾਰ ਦਿੰਦਾ ਸੀ ਡੰਗਰ ਅੱਛਾ ਉਸ ਮੱਝ ਦੇ ਉੱਤੇ ਬਹਿ ਕੇ। ਹਾਂ ਉਹ ਆਖਣ ਲੱਗੇ ਹੁਣ ਉਹਨੇ ਮਾਰੀਆਂ ਡਾਂਗਾ ਜਾਂ ਸੋਟੇ ਮਾਰੇ। ਉਹ ਆਖਿਆ ਮਾਰੀਆਂ ਕਿਉਂ, ਪੁੱਛ ਲਾ ਮਾਰਨੀ ਹੈ। ਏਡਾ ਜਵਾਨ ਸੀ ਬੱਲੇ ਬੱਲੇ ਸੰਧੂ ਜਿਹਾ, ਉਹ ਜਿਹੜਾ ਗੁੱਜਰ ਚਾਰ ਦਾ ਸੀ। ਅੱਛਾ ਉਸ ਅੱਛਾ ਮੱਝ ਨੂੰ ਜਿਹੜਾ ਚਾਹ ਹਾਂ ਉਹਦੇ ਉੱਤੇ ਲੰਮਾ ਪੈ ਰਹਿੰਦਾ ਸੀ ਰਾਤ ਨੂੰ। ਉਹ ਰਹੇ ਨਾਲ ਡੋਗਰ ਜਾਂ ਜਿੰਨੇ ਵੀ 2-3 ਦਿਨ ਉਹਨਾਂ ਆਖਿਆ ਥੱਲੇ ਖਿੱਚ ਕੇ ਸੁੱਟੋ, ਇਹਨੇ ਮੱਝਾਂ ਨੂੰ ਪੂਛਣਾ ਵੱਜਣ ਡਈਆਂ ਜਵਾਨ ਨੂੰ। ਹਾਂ ਹਾਂ ਥੱਲੇ ਸੁੱਟ ਕੇ ਉਹਨਾਂ ਗੁੱਜਰ ਨੂੰ ਮਾਰ ਦਿੱਤਾ। ਮੱਝ ਲੈ ਕੇ ਘਰ ਆ ਗਿਆ। ਉੱਥੋਂ ਲਾਪੀਆਂ ਪਰੇ ਲਾਪੀਆਂ ਆਉਣ ਪਏ ਤੇ ਜ਼ੁਲਮ ਹੋਇਆ ਫਲਾਣੇ ਢੀਂਗੇ। ਉਹਨਾਂ ਆਖਿਆ ਜੋ ਹੋ ਮਰਜ਼ੀ ਲੈ ਲਓ, ਮੱਝ ਨਹੀਂ ਦੇਣੀ। ਕਹਿਰ ਸਿੰਘ ਕਿਹਾ ਹਾਂ ਉਹ ਮੱਝ ਨਹੀਂ ਸੀ ਉਹਨਾਂ ਦਿੱਤੀ, ਉਹ ਜੋ ਉਹਨਾਂ ਵੱਢ ਛੱਡੀ ਸੀ। ਆ ਕੋਲ ਹੀ ਨੱਟਾ ਇੱਥੇ ਇੱਥੇ 12 ਮਹੀਨੇ ਨੂੰ ਮੇਰਾ ਮੁਕਦਾ ਲੱਭ ਗਿਆ। ਹੁਣ ਦੱਸੇ ਅਗਲੀ ਆਪਣੀ ਜੀ ਜੀ ਠੀਕ ਹੈ ਜੀ। ਇੱਥੇ ਮੁੱਕੀ ਗੱਲ ਉਹਨਾਂ ਮੱਝ ਮਾਰ ਛੱਡੀ ਲਓ। ਮੱਝ ਫਿਰ ਕਹਿਰ ਸਿੰਘ ਨੇ ਜਿਹੜੀ ਲਿਆਂਦੀ ਇੱਥੇ ਲੈਣ ਦੀ ਉਹ ਮਾਰ ਛੱਡੀ ਆਪੀ। ਇੱਥੇ ਕੋਲ ਹੀ ਨੱਟਾ ਇਹ ਬਾਜੂਆਂ ਦੇ ਪਿੰਡ ਨੇ 5-4। ਅੱਛਾ ਅੱਛਾ ਉੱਥੇ ਮੱਝ ਨਾਗ ਨਾ ਛੜੋ ਪਿੰਡਾਂ ਦੇ ਸਾਡੇ ਬਾਜੂਆਂ ਦੇ ਸਫਨਾਲਾ ਇੱਕ ਸਫਨਾਲਾ ਬਾਜੂਆ ਇੱਕ ਕੋਲ ਹੀ ਨੱਟਾ ਕੋਲ ਹੀ ਨੱਟਾ ਹਾਂ ਸਖਾਣਾ ਬਾਜਵਾ ਹਾਂਜੀ ਸਾਡਾ ਪਿੰਡ ਹਾਂ ਭੌਤਪੁਰ ਵਿੱਚ ਕੋਈ ਤੁਰ ਗਿਆ ਭੌਤਪੁਰ ਨਹਿਰ ਦੇ ਕੰਢੇ ਤੇ 3-4 ਪਿੰਡ ਫਿਰ ਉਹਨਾਂ ਨੇ ਇਧਰ ਲੈ ਇਧਰ ਠੀਕ ਹੈ ਜਦੋਂ ਗਏ ਨੇ ਹਾਂ ਬੜਾ ਸਿੱਖ ਸੀ ਇਕੱਠਾ। ਹੁਣ ਭਾਈ ਸ਼ੁਰੂ ਕਰੋ। ਅੱਛਾ ਜਿਵੇਂ ਗਏ ਬੜਾ ਜਿਹਾ ਸਿੱਖ ਇਕੱਠਾ ਹੋਇਆ ਸੀ। ਆਖਣ ਲੱਗੇ ਕਿ ਕਹਿ ਰਹੇ ਸੀ ਜਿਹੜੇ ਲੋਕ ਨੇ ਇਹ ਜਦ ਜੱਫੀਆਂ ਪਾਪਾ ਮਿਲ ਜਾਂਦੇ ਸਾਡੇ ਦੇ ਹੱਥਾਂ 'ਚ ਬਿਸਕੀਆਂ ਕੋਲ ਜਾਣ। ਮੈਂ ਬੀਨ ਵਜਾਣਾ ਤੇ ਤੂੰ ਕਰ ਗੱਲ ਨਾ ਨਾ ਚੁੱਪ ਜਾ ਹੁਣ ਖਮੋਸ਼ ਰਹਿ ਜਾ ਕਿਸੇ ਨੇ ਬੋਲਣਾ ਬਾਬੇ ਨਾਲ ਬੋਲਣਾ ਤਾਂ ਨਾ ਬੋਲਣਾ। अस्सलाम वालेकुम बाबा जी की हाल है? ਸ਼ੁਕਰ की ना जी अपना? ਅਬਦੁਲ ਗਨੀ ਅਬਦੁਲ ਗਨੀ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਫਜ਼ਲਦੀਨ। ਫਜ਼ਲਦੀਨ। ਤੇ ਬਾਬੇ ਦਾ ਨਾਂ ਕੀ ਸੀ ਦਾਦੇ ਦਾ? ਦਾਦੇ ਦੇ ਤੇਰਾ ਮੈਂ ਕਿੱਥੇ ਪੜਿਆ ਮੈਂ ਤੇ ਨਹੀਂ ਜਵਾਨ ਨਹੀਂ ਮਨ ਦਾ ਨਹੀਂ ਮੈਂ ਨਾ ਗੱਲ ਸੰਭਾਲ ਨਹੀਂ ਤੁਸੀਂ ਨਹੀਂ ਵੇਖਿਆ ਦਾਦਾ ਆਪਣਾ? ਮੇਰੀ ਇੱਕ ਮੈਂ ਤੇ ਇੱਕ ਉਮਰ ਦਾ ਘਰ। ਹਾਂ ਆਹ ਪਿੰਡ ਦੇ ਵਿੱਚ ਦੋਵੇਂ ਯਤੀਮ ਸਨ। ਨਾ ਸਾਡਾ ਮਾਂ ਨਾ ਪਿਓ ਭਾਲ ਕੇ ਫਿਰ ਜਿਹੜੇ ਹੋ ਗਏ। ਦਾਦਾ ਸਾਨੂੰ ਕਿਹਨੇ ਦੱਸਣਾ ਸੀ? ਵਾਈ ਆਂਡੇ ਹਾਂ ਵਾਈਆ ਹੂੰ ਠੀਕ ਹੈ ਠੀਕ ਹੈ। ਇਹ ਤੁਹਾਡੇ ਬਾਬਾ ਜੀ ਤੁਹਾਡਾ ਬੜਾ ਅਸੀਂ ਇੰਤਜ਼ਾਰ ਕੀਤਾ। ਪਿੰਡ ਕਹਿਰ ਵਾਲੀ ਹਾਂ। ਠੀਕ ਹੈ, ਇਹਦੇ ਬਾਰੇ ਸਾਨੂੰ ਦੱਸੋ। ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਰਦਾਰ ਸਨ ਵੱਡੇ ਜਿਹੜੇ ਤੁਹਾਡੇ ਹਾਣੀ ਸਨ, ਜਿਨ੍ਹਾਂ ਨੂੰ ਤੁਸੀਂ ਅੱਗੇ ਪਿੱਛੇ ਮੇਲਿਆਂ ਠੇਲਿਆਂ ਤੇ ਜਾਣਾ, ਆਪਣੇ ਹਾਣੀ ਤਰਾਣੀ ਜੋ ਵੀ ਤੁਸੀਂ ਜਾਣਦੇ ਹੋ ਸਾਰੀ ਗੱਲਬਾਤ ਦੱਸੋ। ਮੇਲਿਆਂ ਤੇ ਜਾਂਦੇ ਹਨ ਪੁੱਤਰਾ, ਹੂੰ ਮੇਰੀ ਗੱਲ ਸੁਣ ਲੈ। ਹੂੰ ਤੇ ਵਿਸਾਖੀ ਦੇ ਉੱਤੇ ਢੋਲ ਵੱਜ ਜਾਂਦੇ ਨੇ। ਅੱਛਾ। ਪਹਿਲਾਂ ਤਾਂ ਪਾਈ ਦੇ ਨੇ ਭੰਗੜੇ। ਹੂੰ ਹਾਂਜੀ। ਜੀ ਤੇ ਫਿਰ ਵਿਸਾਖੀ ਦੇ ਵੱਜ ਜਾਂਦੇ ਸੀ ਢੋਲ। ਹੂੰ ਹੂੰ ਆਪੋ ਆਪਣੇ ਪਿੰਡਾਂ ਦੀ ਫਿਰ ਜਾਂਦੀਆਂ ਹਨ ਹਾਥਾਂ ਬਣ ਕੇ। ਅੱਛਾ ਹਾਂ ਮਗਰ ਬੱਚਾ ਨਹੀਂ ਕੋਈ ਡਰ ਰਹਿੰਦਾ। ਹਾਂ, ਹਾਂ। ਹਾਂਜੀ। ਜੀ ਜੀ ਸਾਰੇ ਪਾਸ ਲਾਗੇ ਫਿਰਦੇ ਹਨ ਹੂੰ ਇਕੱਠੇ। ਤੇ ਜਿਹੜੀ ਮੇਰੇ ਕੋਲ ਗੱਲ ਪੁੱਛਣਾ ਕਿ ਨਹੀਂ, ਹਾਂ
ਮੈਂ ਤੇ ਇਸ ਤਰ੍ਹਾਂ ਦਾ ਯਤੀਮ ਪੜਿਆ ਬੜੇ ਬੀਬੀਆਂ ਚੰਗੀਆਂ ਹਨ ਮਾਵਾਂ ਹੈ ਜੀ ਹਾਂ ਜਿਹਨੇ ਆਖਣਾ ਨਾ ਇਹਨਾਂ ਕੁ ਬਾਲਾਂ ਲਿਆ ਦੇ ਭੱਜ ਕੇ ਹਾਂ। ਉਹ ਸਿੱਕੜੀਆਂ ਹਨ ਨਾ ਦੇਰਾ ਪਾ ਇਹਨਾਂ ਕੁ ਬਾਲਾਂ ਲਿਆ ਦੇ ਉਹਨਾਂ ਕੁਛ ਹੋਣਾ ਤੇ ਬਾਲਾਂ ਕੋ ਨਹੀਂ ਹੂੰ। ਮੈਂ ਤੁਹਾਨੂੰ ਪਤਾ ਮੈਂ ਲੱਸੀ ਪੀ ਕੇ ਜਾਣਾ ਅੱਛਾ ਲੱਸੀ ਪੀ ਕੇ ਜੇ ਮੈਂ ਕਿਹਾ ਲੁੰਡੀ ਪੀਣੀ ਹੈ ਹੂੰ ਕਦੀ ਤੈਨੂੰ ਲੁੰਡੀ ਦਿੱਤੀ ਵੀ ਆਏ ਘਿਓ ਜਿਹੜਾ ਨਾ ਸਾਈਆਂ ਦੀ ਜੰਜ ਜਿਹੜੀ ਹੈ ਨਾ ਉਹ ਜਾਈਆਂ ਜਾਂਦੀਆਂ ਤੁਰ ਕੇ ਜਾਈਦਾ ਸੀ ਹੂੰ ਨਾਲ ਭੱਜ ਜਾਣਾ ਉਦੋਂ ਪਤਾ ਕੀ ਆਵਾਜ਼ ਸੀ ਚਿੱਟੇ ਚੌਲ ਤੇ ਸ਼ੱਕਰ ਇੱਕ ਪਾਉਂਦਾ ਸੀ ਇੱਕ ਮਗਰੋਂ ਘਿਓ ਪਾਉਂਦਾ ਸੀ ਹੂੰ ਉਹ ਜਦੋਂ ਸਮੇਂ ਕਰਾ ਚੌਲ ਉਹਨੇ ਮੈਂ ਥਾਲੀ ਪਿਛਾਂ ਕਰ ਲੈਣੀ ਜਦੋਂ ਘਿਓ ਹੋਏ ਉਹਨੇ ਆਖਿਆ ਹਾਂਜੀ ਨਾ ਸਾਈਆਂ ਦਾ ਮੁਸਲਮਾਨਾਂ ਦਾ ਉਹ ਕਰਿਆ ਤੇ ਹੱਟੀਆਂ ਸਿੰਦੀਆਂ ਨਹੀਂ ਤਾਂ ਲੱਗੀਆਂ ਫਿਰਦੀਆਂ ਨੇ ਅੱਜ ਦੀ ਗੱਲ ਤੇ ਨਹੀਂ ਨਾ ਹਾਂ ਬੜੀ ਪੁਰਾਣੀ ਹੈ। ਜਦੋਂ ਪਾਕਿਸਤਾਨ ਬਣਿਆ ਕਿ ਨਹੀਂ ਮੈਂ ਚੰਗਾ ਟੈਲਵੇ ਆਪਣਾ ਦੋਵਾਂ ਦੀ ਵਾਈ ਕਰਦਾ ਹਾਂ ਅੱਛਾ, ਆ ਅੱਛਾ। ਬੰਦਾ ਰੱਖਿਆ ਆਪਣਾ ਤੁਹਾਡਾ ਪਿਆਰ ਜ਼ਿਆਦਾ ਕਿਹੜੇ ਘਰ ਨਾਲ ਸੀ ਕੀ ਤੁਹਾਡਾ ਪਿਆਰ ਆਣਾ ਜਾਣਾ ਆਉਣਾ ਜਾਣਾ ਹਾਂ ਸਿੱਖਾਂ ਵਿੱਚ ਹਾਂ ਕਿਹੜੇ ਘਰ ਨਾਲ ਸੀ ਉਹ ਰਾਜਾ ਰੂੜ ਸਿੰਘ ਅੱਛਾ ਰੂਪ ਪਿਆਰਾ ਸਿੰਘ ਪਿਆਰਾ ਸਿੰਘ ਅੱਛਾ ਹਾਂ ਕਰਤਾਰ ਸਿੰਘ ਕਰਤਾਰ ਸਿੰਘ ਅਮਰ ਸਿੰਘ ਹਾਂ ਇਹ ਸਾਰੇ ਇਹ ਸਾਰਿਆਂ ਘਰਾਂ ਤੁਸੀਂ ਆਣਾ ਜਾਣਾ ਹਾਂ। ਰੋਟੀ ਪਾਣੀ ਲੱਸੀ ਲੁੱਸੀ ਇਹ ਉਹ ਹਾਂ ਬਸ ਬਿਲਕੁਲ ਜੀ ਹਾਂ, ਠੀਕ ਹੈ ਠੀਕ ਔਰ ਹੈ ਉਂਝ ਮਾਨ ਤਾਂ ਕੋਈ ਨਹੀਂ ਹਾਂ ਕਿਸੇ ਦਾ ਬੈਤ ਨਹੀਂ ਹੋਇਆ ਵੀ ਕਿਸੇ ਦੇ ਨਾਲ ਰਹਿਣਾ ਅੱਛਾ ਅੱਛਾ ਹਾਂਜੀ। ਜਿੱਧਰੋਂ ਲੱਭੀ ਖਾ ਲਈ ਜਿੱਥੇ ਮੈਂ ਨਾ ਬਾਜਾ ਮਾਰ ਮਾਰ ਕੇ ਦੇਨੇ ਉਹ ਵਾਹ। ਜ਼ਮਾਨਾ ਹੀ ਬੜਾ ਚੰਗਾ ਸੀ ਪਿਆਰ ਵਾਲੇ ਲੋਕ ਹੁਣ ਸਨ ਤੇ ਕਾਲੀ ਕੋ ਨਹੀਂ ਰਹੀ ਹੂੰ ਮਾਂ ਇੱਕ ਆ ਜਿਹੜੀਆਂ ਕਬਰਾਂ ਨਾ ਇਹ ਵੀ ਸਾਰੀਆਂ ਭਰੀਆਂ ਨੇ ਅੱਜ ਹੀ ਮੈਂ ਕਬਰਾਂ 'ਚ ਗਿਆ ਉਂਝ ਮੇਰੇ ਜੋਗਾ ਥਾਂ ਆਵੇ ਪਰ ਉਹ ਜੇ ਮੇਰਾ ਇੱਥੇ ਥਾਂ ਹੈ ਹੂੰ ਚਲੋ ਜੀ ਅੱਲਾ ਖੈਰ ਕਰੇ ਠੀਕ ਹੈ ਸਹੀ ਸਹੀ ਇਹ ਜਿਹੜਾ ਹੈ ਨਾ ਮੇਲ ਦੀ ਤੂੰ ਗੱਲ ਕਰਨਾ ਹੈ। ਹੂੰ ਅੱਲਾ ਸੱਚਾ ਜਾਣਦਾ ਸਾਰੀ ਦੁਨੀਆ ਦਾ ਮੇਲ ਸੀ। ਤੂੰ ਸਿੱਖਾਂ ਦੇ ਨਾਂ ਲੈ ਤੇ ਕਿਹੜੇ ਕਿਹੜੇ ਹਨ ਸਾਰੀ ਦੁਨੀਆ ਦਾ ਮੇਲ ਸੀ ਹੂੰ ਹਾਂਜੀ ਇੱਕੋ ਖੂਹੀ ਦਾ ਪਾਣੀ ਪੀਂਦੇ ਹਨ ਹਾਂ ਇੱਕੋ ਹੀ- ਤੇ ਜੇ ਕੋ ਤੁਹਾਂ ਹਲਾਲ ਕੀਤਾ ਕਿ ਨਹੀਂ ਮੁਸਲਮਾਨਾਂ ਨੇ ਹਾਂ ਹਾਂ ਤੇ ਉਹ ਹਲਾਲ ਨਹੀਂ ਹਣਾ ਦਿੰਦੇ ਹਾਂ ਉਹ ਯਾਰ ਸਾਡੇ ਬਾਲ ਨਾਲ ਪਰ ਹੁਣ ਸਾਨੂੰ ਵੀ ਇੱਕ ਮਰੋੜ ਦੇ ਹਾਂ ਮਰੋੜ ਦੇ ਝਟਕਾ ਕਰਦੇ ਝਟਕਾ ਕਹਿਣਾ ਆ ਸਿਰਫ ਨਾ ਇਹ ਕੁਕੜਾ ਦਾ ਹੀ ਜੀ ਜੀ ਤੇ ਜਿਹੜੀ ਕੁਰਬਾਨੀ ਦਿੰਦੇ ਹਨ ਕਿ ਨਹੀਂ ਹਾਂ ਕੁਰਬਾਨੀ ਵਾਲਾ ਦੇਣੀ ਕੋਈ ਲੈ ਲੈਂਦਾ ਹੀ ਤੇ ਨਹੀਂ ਲੈਂਦਾ ਅੱਛਾ ਕੁਰਬਾਨੀਆਂ ਦੇ ਕੋਈ ਬਾਬਾ ਜੀ ਇਹਨਾਂ ਗੱਲਾਂ ਨੂੰ ਲੈ ਕੇ ਨਾ ਆਹ ਆ ਗਿਆ ਤੂੰ ਅੱਜ ਮੈਨੂੰ ਇੰਨਾ ਖਰਾਬ ਕੀਤਾ ਹੈ ਕੋਈ ਥਾਂ ਟਿਕਾਣਾ ਤੇ ਦੱਸਣਾ ਸੀ ਵੇਲੀ ਦਾ ਛੜੀ ਹੈ ਅੱਛਾ ਬਾਬਾ ਜੀ ਗੱਲ ਸੁਣੋ ਇਹ ਝਟਕੇ ਨੂੰ ਲੈ ਕੇ ਨਾ ਤੇ ਕੁਰਬਾਨੀ ਨੂੰ ਲੈ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਝਗੜਾ ਸੀ ਅਗਰ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਕੋਈ ਝਗੜਾ ਆਇਆ ਸੀ ਨਾ ਇਹ ਸਾਡੇ ਇਸ ਗੱਲ ਨੂੰ ਲੈ ਕੇ ਤੁਹਾਡੇ ਪਿੰਡ ਤੇ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਰਫੜ ਸਾਡੇ ਪਿੰਡ ਦੇ ਇਸ ਤਰ੍ਹਾਂ ਮੈਂ ਹੀ ਤੈਨੂੰ ਦੱਸਿਆ ਹੂੰ ਉਹਨਾਂ ਨੂੰ ਵਿਦਿਆ ਕੀਤਾ ਤਾਂ ਸਾਰੇ ਜਿੰਨੇ ਮੁਲਕ ਦੇ ਨਾ ਇਕੱਠਾ ਹੋਇਆ ਹੂੰ ਔਰ ਪੈਰ ਦੇ ਨੱਡੇ ਤੇ ਸਨ ਅੱਛਾ ਤੇ ਨੱਡੇ ਤੇ ਰਾਤੋਂ ਦੇ ਨਿਕਲ ਗਏ ਹਨ ਜਿਹੜੇ ਉੱਚੇ ਪਿੰਡ ਦੇ ਹੂੰ ਹੂੰ ਆਪਣੇ ਮਗ ਬਾਬਾ ਜੀ ਸਕੂਲ ਹੈ ਸੀ ਉਸ ਵੇਲੇ ਪਿੰਡ ਕੀ? 'ਚ ਸਕੂਲ ਹੈ ਸੀ ਸਾਡੇ ਪਿੰਡ ਹਾਂ ਕਹਿਰ ਵਾਲੀ ਔਕਾਰ ਬਣਿਆ ਸੀ ਉਹਨੇ ਬਣਿਆ ਹੀ ਸੀ ਹਲੇ ਇਹ ਨਵਾਂ ਸਾਰੇ ਸਿਖਾਣੀਏ ਜਾਂਦੇ ਹਨ ਤੇ ਪੜਦਾ ਕਿਹੜਾ ਹੈ ਉਹਦੇ ਚੋਂ ਜਮਾਤਾਂ ਦਾ ਸਾਰੇ ਪਟਵਾਰੀ ਲੱਗੇ ਹਾਂ ਮੇਰੀ ਜਮਾਤ ਦੇ ਵਿੱਚ ਜਿਹੜਾ ਚਾਰ ਜਮਾਤਾਂ ਪੜ ਜਾਂਦਾ ਸੀ ਨਾ ਹੂੰ ਉਹ ਹੀ ਪਟਵਾਰੀ ਲੱਗਾ ਪਟਵਾਰੀ ਬਣ ਜਾਂਦਾ ਹੈ। ਕਿਲੇ ਦਾ ਇਹ ਪਟਵਾਰੀ ਸਾਡੇ ਕੋਲ ਇੱਥੇ ਬੜਾ ਚਿਰ ਰਿਹਾ ਹਿਸਾਬ ਨਾਲ ਮੋਦੇ ਤੇ ਉਹਦੀ ਗੁਜ਼ਰ ਗਈ ਅੱਛਾ ਕਿਲਾ ਕਿਹੜਾ ਭਲਾ ਅਹਿਮਦਾਬਾਦ ਕਿਲਾ ਕਾਲਰ ਵਾਲਾ ਉਹ ਸਰਦਾਰ ਸੀ ਸਿੱਖ ਸੀ ਜਾਂ ਮੁਸਲਮਾਨ ਸੀ ਮੁਸਲਮਾਨ ਸੀ ਪਟਵਾਰੀ ਮੁਸਲਮਾਨ ਸੀ ਪਟਵਾਰੀ ਅੱਛਾ ਅੱਛਾ ਅੱਛਾ। ਉਹ ਬਾਕੀ ਜਿਹੜੇ ਸਾਡੇ ਪਿੰਡ ਦੇ ਨਾ ਲੋਕ ਹੂੰ ਇਹ ਬੱਚਾ ਸਾਰੇ ਮੁਸਲਮਾਨ ਸੀ ਇਹਨਾਂ ਦਾ ਤਨਾਜ਼ਾ ਕੋਈ ਤਨਾਜ਼ਾ ਤਾਂ ਪੈਂਦਾ ਨਾ ਕੋ ਵੱਡਾ ਗੋਸ਼ਤ ਕਰੇ ਕਿਉਂ ਜੀ ਹਾਂ। ਜਾਂ ਕੋ ਹੋਰ ਹਰਾਮ ਦਾ ਕੰਮ ਇਹ ਕਰੇ। ਮੁੱਕ ਮੁਕਾ ਸੀ ਤੁਹਾਡਾ ਹੋਇਆ ਆਪਸ ਚ ਉਹਨਾਂ ਝਟਕਾ ਨਹੀਂ ਕਰਨਾ ਤੁਸੀਂ ਸ਼ਰਾਬ ਉਹ ਪੀਂਦੇ ਹਨ ਸ਼ਰਾਬ ਨਹੀਂ ਸਾਰੇ ਆਦੀ ਸਨ ਅੱਛਾ ਹਾਂ ਮੈਂ ਬੁੱਢਾ ਹੁੰਦੇ ਨਹੀਂ ਜੀ ਅਜੇ ਵੀ ਤੁੰਬਾ ਮੇਰਾ ਮੇਰੇ ਹੂੰ ਸਹੀ ਠੀਕ ਹੈ ਚਲੋ ਸ਼ਹਿਰ ਕਿਹੜਾ ਲੱਗਦਾ ਸੀ ਬਾਬਾ ਉਸ ਵੇਲੇ ਸਾਨੂੰ ਹਾਂ ਕਹਿਰ ਵਾਲੀ ਪਿੰਡ ਨੂੰ ਕਾਹਦੇ ਪਿੰਡ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੀੜਾ ਗੁਜਰਾਂ ਲੱਤਾ ਵਾਲੇ ਜਾਂਦਾ ਸੀ ਰਾਤ ਵਿੱਚ ਲੰਮਿਆ ਪੈ ਪੈ ਕੇ ਨਾ ਉਹ ਜਿਹੜੀ ਚੰਗੀ ਆਉਂਦੀ ਸੀ ਹਾਂ ਉੱਥੇ ਪੈ ਪੈ ਕੇ ਨਾ ਲੰਮਿਆ ਤੇ ਥੱਕ ਜਾਣਾ ਫਿਰ ਉੱਠਣਾ ਤੇ ਫਿਰ ਤੁਰ ਪੈਣਾ ਠੀਕ ਹੈ ਠੀਕ ਦੇਵਾ ਸਿੰਘ ਦੀ ਦੇਵਾ ਸਿੰਘ ਜਿਹੜਾ ਨਾ ਹੂੰ। ਉਹਦੀ ਮੈਨੂੰ ਸੰਭਾਲ ਨਹੀਂ ਤੇ ਤਾਰ ਕੌਰ ਦੀ ਸੰਭਾਲ ਤਾਰ ਕੌਰ ਦੀ ਮੈਂ ਸ਼ਾਇਦ ਦੇ ਕੇ ਆਇਆ ਬੰਦੋ ਬੱਕਰੀ ਜਿਹੜਾ ਸੀ ਉਹਦੀ ਬੰਤੂ ਬੱਕਰੀ ਤੇ ਪਿਆਰੂ ਬੱਕਰੀ ਆ ਚੌਧਰੀ ਜਾਈਏ ਉਹ ਤੁਹਾਡੇ ਹਾਣੀ ਸਨ
ਆਹੋ ਅੱਛਾ ਹਾਂ ਨਹੀਂ ਮੇਰਾ ਕੋਨੇ ਸੀ ਹੂੰ ਸਾਰੇ ਛੋਟੇ ਸਨ। ਨਹੀਂ ਤੂੰ ਕੋਈ ਯਾਰ ਸੱਜਣ ਬੇਲੀ ਨਹੀਂ ਸੀ ਕੋਈ ਆਪਣਾ ਕਿਹੜਾ ਤੁਹਾਡਾ ਕੋਈ ਸਾਰੇ ਯਾਰ ਹੀ ਸਨਗੇ। ਹਾਂ ਤੂੰ ਕੋਈ ਗੱਲ ਸੁਣਾਓ ਉਹਨਾਂ ਨਾਂ ਲੈ ਕੇ ਦੀ ਦੱਸੋ ਜਿਹੜੇ ਯਾਰ ਸਨ। ਉਹਨਾਂ ਦੇ ਨਾਮ ਮੇਰੇ ਤੇ ਫਿਰ ਸਾਰੇ ਯਾਰ ਸਨ ਨਾਂ ਲਾ ਕੇ। ਦੱਸੋ ਹਰ ਕੋਈ ਸਿੱਖ ਦਾ ਨਾਮ ਦੱਸੋ ਕਿਸੇ ਉਹਨਾਂ ਜਿਹੜੇ ਤੁਹਾਨੂੰ ਤੁਸੀਂ ਜਿਹੜਾ ਪੁੱਛਦੇ ਹੋ ਨਾ ਜਿਹੜਾ ਤੁਹਾਡਾ ਮਤਲਬ ਹੈ ਵੀ ਉਹ ਕਿਸ ਤਰ੍ਹਾਂ ਦਾ ਸਾਰਿਆਂ ਦਾ ਨਾਮ ਲਈ ਜੇ। ਉਹ ਆਪ ਸਾਰਿਆਂ ਦੇ ਲਵੋ ਫਿਲਮ ਤਿਆਰ ਕਰਨੀ ਹੈ। ਜਿਹੜਾ ਰੂੜ ਸਿੰਘ ਸੀ ਰੂੜ ਸਿੰਘ ਅਰੂਰ ਸਿੰਘ ਕਾਛੜ ਦਾ ਮੁੰਡਾ ਸੀ ਉਹ ਮੇਰੇ ਦਿਮਾਗ 'ਚ ਜੰਮਿਆ ਚੰਗਾ ਬੰਦਾ ਹੈ। ਬੰਦਾ ਅਜੇ ਵਿਚਾਰਾ ਬਣਦਾ ਹੀ ਪਿਆ। ਅੱਛਾ ਮਾਲਕ ਜੇ ਸਨ ਸਾਡੇ ਮੁਰੱਬਿਆਂ ਦੇ ਮਾਲਕ ਸਨ ਕਿ ਹਾਂ 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 ਆ ਜਿਹੜੇ ਉਧਰੋਂ ਆਏ ਨੇ ਇਹਨਾਂ ਦਾ ਤੇ ਪਤਾ ਨਹੀਂ ਕੋਈ ਖੂਕਾਰੀ ਆ ਸੀ ਕਿ ਨਹੀਂ। ਤੂੰ ਸਿੱਖਾਂ ਦੇ ਨਾਂ ਦਾ ਸਾਰਿਆਂ ਦੇ ਉਹਨਾਂ ਨੇ ਫਿਲਮ ਤਿਆਰ ਮਤਲਬ ਕਰਨੀ। ਬਣਾਉਣ ਫਿਲਮ ਜਿਹੜਾ ਆਉਂਦੇ ਨੇ ਮੈਂ ਇਹ ਜਿਹੜਾ ਨਾ ਜਿਹਦਾ ਲੈਂਦੇ ਨਾਮ ਉਹਦਾ ਬੰਤੂ ਦਾ ਹਾਂ ਇਹ ਹਰਨਾਮ ਸਿੰਘ ਦੇ ਮੁੰਡੇ ਹਨ ਦੋਵੇਂ ਹੀ। ਅੱਛਾ ਹਾਂ ਤੇ ਦੂਜੇ ਜਿਹੜੇ ਹਨ ਉਹ ਪ੍ਰਤਾਪ ਸਿੰਘ ਦੇ ਹਨ। ਇਹਨਾਂ ਦਾ ਡੇਰਾ ਕਿੱਧਰ ਸੀ? ਆਪ ਚੌਧਰੀ ਆ ਪਿੰਡ ਦੇ ਨਾਲ ਕਿਹੜਾ ਨਾਂ ਕੀ ਸੀ ਡੇਰੇ ਦਾ? ਚੌਧਰੀ ਚੌਧਰੀ ਵਾਲਾ ਡੇਰਾ। ਅੱਛਾ ਅੱਛਾ ਠੀਕ ਠੀਕ ਟਾਲੀ ਵਾਲੇ ਹਾਂ ਟਾਲੀ ਵਾਲੇ ਖੂਹ ਵਾਲੇ ਟਾਲੀ ਵਾਲੇ ਆਹੋ ਉਹ ਹੀ ਇੱਥੇ ਤੇ ਰੂੜ ਸਿੰਘ ਹੈ ਡੇਰਾ। ਉਹ ਟਾਲੀ ਵਾਲੇ ਜਿਹੜੇ ਸੀ ਆਹੋ ਜਿਹਦੇ ਕੋਈ ਚੌਕਟ ਆ ਜਾਂਦੇ ਹੋ ਮਰ ਜਾਏ ਗੱਲ ਜਿਹੜੀ ਇਹੀ ਪੁੱਛਨੇ ਕਿ ਨਾਂ ਕੀ ਸੀ ਉਹਨਾਂ ਦਾ ਸਿੱਖਾਂ ਦਾ ਨਾਂ ਕੀ ਸੀ? ਉਹ ਮੰਗਲ ਸਿੰਘ ਮੰਗਲ ਸਿੰਘ ਉਹ ਸਿੰਘ ਹੀ ਸਨ ਸਾਰੇ ਯਾਰ ਸਿੰਘ ਮੰਗਲ ਸਿੰਘ ਲੀਲੇ ਤੇ ਮਧੇਛਾਂ ਦਾ ਖੂਹ ਕਿਹਦਾ ਸੀ? ਹਾਂਜੀ ਮਧੇਛਾਂ ਦਾ ਖੂਹ ਜਿਹੜਾ ਵੇ ਦੇਖਿਆ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਦਾ ਤੇ ਜੈ ਸਿੰਘ ਵਾਲਾ। ਜੈ ਸਗਾ ਇਹਨਾਂ ਦੇ ਜ਼ਮੀਨਾਂ ਜਿਹੜੀਆਂ ਹਨ ਨਾ ਇਹਨਾਂ ਦੀਆਂ ਰਾੜੀਆਂ ਹਨ ਤੁਹਾਡੇ ਅੰਦਰ ਨਹੀਂ ਕੋਈ ਵੀ। ਅੱਛਾ ਇਹਨਾਂ ਦੇ ਮੁਰੱਬੇ ਅੱਡੋ ਅੱਡੀ ਸਨ। ਅੱਛਾ ਅੱਛਾ ਤੇ ਬੋੜੇ ਮੁਰੱਬਿਆਂ ਦੇ ਵਾਲਾ ਮਾਲਕ ਸਨ ਕਿ ਚੰਗੇ ਮੈਂ ਨਾ ਬੋੜੇ ਵਾਲਾ ਜਿਹੜਾ ਖੂਹ ਇਹ ਕਿਹਦਾ ਸੀ? ਇਹ ਜਿਹੜਾ ਰੂਟ ਦੇ ਹੁੰਦੇ ਰੂੜ ਸਿੰਘ ਦਾ ਸੀ। ਤੇ ਕਿੱਕਰ ਵਾਲਾ ਇਹ ਨੇਰਾ ਰੂਟ ਸਿੰਘ ਦੇ ਕਿੱਕਰ ਵਾਲਾ ਵੀ ਰੂੜ ਸਿੰਘ ਦਾ ਸੀ। ਕਿਕਰਾ ਤੇ ਕੁਟੀਆ ਵਾਲਾ ਵੀ ਕੁੜੀਆ ਤੇ ਫਿਰ ਆਪ ਪਾਇਆ ਸੀ ਮਗਰ ਆਪ ਪਾਇਆ ਸੀ ਮਗਰ। ਇਹ ਕੋਈ ਬੇਲੀ ਤੇ ਨਹੀਂ ਨਾ ਤੇ ਘੱਗ ਵਾਲਾ ਖੂਹ ਜਿਹੜਾ ਸਾਡਾ ਖੂਹ ਇਹ ਕਿਹਦਾ ਸੀ? ਹਾਂਜੀ ਘੱਗ ਵਾਲਾ ਖੂਹ ਜਿਹੜਾ ਵੇ ਇਹ ਮੈਨੂੰ ਲੱਭਾ ਸਿੰਘ ਦਾ ਨੱਬਾ ਸਿੰਘ ਲੱਭਾ ਸਿੰਘ ਲੰਬੜ ਜਿਹੜਾ ਇਹਦੇ ਵਿੱਚ ਬਾਰੇ ਪੈ ਨਹੀਂ ਉਹਦੇ ਆਮ ਜਿਹੜਾ ਉਹਨਾਂ ਘਰ ਸੀ ਜਿਹੜਾ ਤੋਹਾਂ ਦੱਸਿਆ ਉਹ ਸਾਰਾ ਮੁਲਕ ਦਾ ਇੱਟ ਲੱਗ ਜਾਂਦੀ ਹੈ। ਅੱਛਾ ਅੱਜ ਇੱਥੇ ਬੈਠੇ ਅਸੀਂ ਇਹ ਮਕਾਨ ਕਿਹਦਾ ਸੀ? ਇਹ ਡੇਰਾ ਜਿਸ ਜਗ੍ਹਾ ਤੇ ਬੈਠੇ ਜਿਸ ਡੇਰੇ ਤੇ ਬੈਠੇ ਆ ਚਾਂਦ ਕਮੋਦ ਦੇ ਡੇਰੇ ਤੇ ਬੈਠੇ ਆ ਅਸੀਂ ਇਹ ਮਤਲਬ ਕਿਹਦੀ ਜਗ੍ਹਾ ਸੀ? ਮਹਿਮੂਦ ਵਾਲਾ ਗ੍ਰਾਮਰ ਸਕੂਲ ਵਾਲਾ ਜਿਹੜਾ ਡੇਰਾ ਘਰ ਸੀ ਜਗ੍ਹਾ ਕਿਹਦੀ ਸੀ? ਗੁਲਾਮ ਸਿੰਘ ਹਾਂ ਜਿਹੜਾ ਘਰ ਸੀ ਇੱਥੇ ਜਿੱਥੇ ਬੈਠੇ ਆ ਅਸੀਂ ਇਹ ਜਗ੍ਹਾ ਕਿਹਦੀ ਸੀ? ਇਹ ਜਿਹੜਾ ਬਾਬਾ ਕਮੋ ਇੱਥੇ ਆਣ ਕੇ ਪਹਿਲਾਂ ਬੈਠਾ ਹੈ ਆਹੋ। ਉਹ ਤੇ ਬੈਠਕ ਹੀ ਨਾ ਇਹ ਜਿਹੜਾ ਸੀ ਘਰ ਜਿਹਦਾ ਰਸ਼ੀਦ ਹੁੰਦਾ ਸੀ। ਮੈਨੂੰ ਨਹੀਂ ਇਹਨਾਂ ਦਾ ਇਹ ਜਿਹੜਾ ਨਹੀਂ ਸੀ ਢਾਇਆ ਇਹ ਵਾਲਾ ਹਾਂ ਇਹ ਫਰਜ਼ੰਦ ਖਾਂ ਕੇ ਘਰ ਦੇ ਨਾਲ ਸੀ ਜਿਹੜਾ ਮੈਂ ਤਾਂ ਪਹਿਲਾਂ ਪਤਾ ਵੀ ਮਾਲਕ ਜੇ ਸਨ ਇਹਨਾਂ ਦਾ ਫਰਜ਼ਾਨ ਖਾ ਗਏ ਆ ਜਿਹੜਾ ਜਿੱਥੇ ਅਸੀਂ ਬੈਠੇ ਆ ਨਾ ਇਹਨਾਂ ਦਾ ਬਾਪ ਫਰਜ਼ਾਨ ਸੀ ਫਰਜ਼ਾਨ ਸਿੰਘ ਜੰਦ ਸਿੰਘ ਫਰਜ਼ੰਦ ਸਿੰਘ ਅੱਛਾ 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 ਜਿੱਥੇ ਆ ਜਿਹੜਾ ਤੁਸੀਂ ਗੁਲਾਮ ਰਸੂਲ ਦਾ ਤੇ ਦੂਜਾ ਨਾਮ ਲੈਂਦੇ ਹੋ ਨਾ ਨਹੀਂ ਜਿੱਥੇ ਅਸੀਂ ਬੈਠੇ ਹਾਂ ਹੁਣ ਹਾਂ ਇਹਦਾ ਨਾਂ ਕੀ ਸੀ? ਪ੍ਰਜੰਦ ਸਿੰਘ ਫਰਜ਼ਾਨ ਸਿੰਘ। ਫਰਜ਼ੰਦ ਸਿੰਘ। ਫਰਜ਼ੰਦ ਸਿੰਘ ਦੀ ਜਗ੍ਹਾ ਸੀ। ਅੱਛਾ ਬਾਬਾ ਜੀ ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਸਾਡਾ ਵਤਨ ਨਹੀਂ ਰਹਿਣਾ। ਇਹਦੇ ਬਾਰੇ ਗੱਲ ਸੁਣਾਓ ਕਿਸ ਤਰ੍ਹਾਂ ਉਹਨਾਂ ਨੇ ਪਿੰਡ ਨਾ ਛੱਡਿਆ? ਇਹ ਨਹੀਂ ਪਤਾ ਉਹਨਾਂ ਨੂੰ ਸੀ ਪਤਾ? ਇਹ ਕਿਸੇ ਨੂੰ ਸਾਡੇ ਪਿੰਡ ਚ ਨਹੀਂ ਕਿਸੇ ਨੂੰ ਪਤਾ ਹੂੰ ਲਾਂਬੇ ਪਤਾ ਹੋਣਾ ਕੋਈ ਲੋਕਾਂ ਨੂੰ ਸਾਡੇ ਪਿੰਡ ਦੇ ਅੱਛਾ ਤੁਹਾਡੀ ਉਦੋਂ ਸ਼ਾਦੀ ਹੋਈ ਸੀ ਬਣੀ ਉਹ ਸ਼ਾਦੀ ਹੋਈ ਸੀ ਇੱਕ ਬੁੱਢੀ ਮਰ ਗਈ ਸੀ ਉਹਦੇ ਘਰ ਕੁੜੀ ਹੋਈ ਉਹ ਕਰ ਮਾਂ ਕੁੜੀ ਅੱਛਾ ਬਾਬਾ ਜੀ ਇਹ ਗੱਲ ਸੁਣਾਓ ਜਿਹੜਾ ਤੁਸੀਂ ਸੁਣਾਣ ਦੇ ਹੋ। ਜਦੋਂ ਪਾਕਿਸਤਾਨ ਇੰਡੀਆ ਬਣਿਆ ਹੈ ਹਾਂ ਹਾਂਜੀ ਉਦੋਂ ਪਤਾ ਸੀ ਉਹਨਾਂ ਲੋਕਾਂ ਨੂੰ ਕਿ ਤੁਹਾਨੂੰ ਪਤਾ ਸੀ ਕਿ ਅੱਡੋ ਅੱਡ ਹੋ ਜਾਣਾ ਤੂੰ ਉਹਨਾਂ ਤੁਰ ਜਾਣਾ ਤੁਸੀਂ ਇੱਥੇ ਜੇ ਰਹੇ। ਇੰਨਾ ਪਤਾ ਹੁੰਦਾ ਨਾ ਕਿਸੇ ਨੂੰ ਤੇ ਆਪਣਾ ਕੋ ਭਾਂਡਾ ਟੇਲਾ ਸਾਂਭ ਲੈਂਦਾ ਕੋਈ ਕਰ ਲੈਂਦਾ ਉਹ ਤੇ ਜਿਵੇਂ ਹੁਣ ਅਸੀਂ ਬੈਠੇ ਆ ਕਿ ਨਹੀਂ ਬੈਠੇ ਬੋਲਾ ਪੈ ਗਿਆ ਅੱਬਾ ਪਾ ਜਾਂਦਾ ਪੈਣ ਲੋਕ ਤੇ ਜਦੋਂ ਗਏ ਨੇ ਤੇ ਉਹਨਾਂ ਲੋਕਾਂ ਨੂੰ ਤੰਗ ਤੁੰਗ ਤਾਂ ਨਹੀਂ ਕੀਤਾ ਕਤਲੋ ਗਾਰਤ ਨਹੀਂ ਸੀ ਹੋਈ ਇਹਨਾਂ ਜਿਹੜੇ ਸਾਡੇ ਪਿੰਡ ਵਾਲੇ ਸਨ? ਸਾਡੇ ਪਿੰਡ ਚੀਜ਼ ਖੁਦਾ ਵੀ ਨਹੀਂ ਹੋਦੀ ਕੋਈ ਇਹਦੇ ਨਾਲ ਕਹਿ ਰਹੇ ਇਹ ਤਾਂ। ਤੇ ਇਹ ਤੋਂ ਖੈਰ ਮੇਰੀ ਤੁਰ ਗਏ ਸਨ। ਮੈਂ ਕਹਿਣਾ ਪਿਆ ਅਸੀਂ ਇਕੱਠੇ ਗਏ ਡੇਕ ਦੇ ਜਿਹੜੀ ਡੇਕ ਹੈ ਕਿ ਨਹੀਂ ਇਹ ਉਹਦੇ ਬਾਅਦ ਇਹ ਇਹਨੇ ਚੱਲਦਾ ਕੰਮ ਵਧੀਆ ਕਰਕੇ ਆਏ ਹੋ। ਖਾਲਕ ਦੀ ਬੇਬਹਾ ਦੀ ਤੇ ਅਸੀਂ ਤੇ ਫਿਰ ਸਾਡਾ ਤੇ ਜਿਹੜਾ ਪਿੰਡ ਸੀ ਨਾ ਟੋਲੇ ਦਾ ਟੋਲਾ ਇਕੱਠਾ ਹੀ ਸੀ ਨਾ ਉਹਨਾਂ ਦੀਆਂ ਬੁਸ਼ਕੀਆਂ ਸਾਡੇ ਕੋਲ ਹੀ ਸਨ ਪੈਸਾ ਟਕਾ ਵੀ ਉਹ ਜਮਾਲੀ ਖੁਰੇ ਇੱਥੇ ਵੀ ਕਿਟੋ ਗਿਆ ਕਿਤੇ ਉਹ ਜਮਾਲੀ ਰੂਟ ਤੇ ਨਾ ਲੈ ਗਿਆ ਹਾਂ 10 ਮਾਂ
ਜਿਹੜਾ ਇੱਥੇ ਰਹਿੰਦੀ ਕਿਸੇ ਦੀ ਮਾਂ ਤੇ ਲੈ ਜਾ ਕੋਈ ਕਸ਼ਮੀਰੀਅਨ ਪਲ ਜਾਂਦੀ ਹੈ। ਅੱਛਾ ਉਹ ਲੈ ਗਿਆ ਫਿਰ ਬਾਬਾ। ਹਾਂਜੀ ਉਹ ਜਿਹੜੀ ਮਾਨਤ ਦਿੱਤੀ ਸੀ ਰੂੜ ਸਿੰਘ ਨੇ ਉਹਨੂੰ ਉਹ ਲੈ ਗਿਆ। ਸਾਨੂੰ ਫੜਾਈਆਂ ਹਨ ਆਪ ਡਰਦੇ ਹਨ ਨਾ ਹਾਂ ਹਾਂ ਕਿ ਕੁਮਾਰੇ ਨਾ ਹੈ। ਸਹੀ ਹੈ। ਲਾਮ ਦੇ ਪਿੰਡਾਂ ਤੋਂ ਕੋਈ ਜਥੇ ਪੇ ਹਮਲਾ ਹੋਇਆ? ਅੱਛਾ ਇਹ ਪਿੰਡ ਹੀ ਬੜਾ ਇਮਾਨਦਾਰ ਸੀ, ਇੱਥੇ ਹਮਲੇ ਹੁੰਦੇ ਥੇ। ਸਹੀ ਹੈ ਸਹੀ ਹੈ। ਮਤਲਬ ਖੈਰ ਖਰੀਅਤ ਨਾਲ ਤੁਸੀਂ ਉਹਨਾਂ ਨੂੰ ਇਥੋਂ ਟੋਰਿਆ ਟਰਾਇਆ। ਨਾ ਹੀ ਨਾ ਗਏ। ਹਾਂ ਆ ਅੰਮ੍ਰਿਤਸਰੀ ਇਹ ਹੁਣ ਚੱਖਣ ਸਦਕਾ ਨਾ ਤੁਸੀਂ ਛੱਡ ਦਿੱਤਾ। ਉਧਰ ਸਾਡੇ ਵਾਲ ਸੀ ਬਣੀ ਸੀ ਦਾਲ ਤੇ ਰੋਟੀ, ਉਧਰ ਸੀ ਹਲਵਾ ਤੇ ਪੂੜੀਆਂ। ਜਿਹੜਾ ਆ ਜਾ ਨਾ ਉਹ ਹੋਏ ਝਲਕੀ ਵੇਖਾ ਪੂੜੀਆਂ ਚ ਹਲਵਾ ਉਹਨਾਂ ਖਾਂਦਾ ਪੈਣਾ, ਉਹਨਾਂ ਵੋਟ ਮਗਰ ਪਾ ਲੈਣਾ। ਅੰਮ੍ਰਿਤਸਰ ਜਿਹੜਾ ਸਾਡੇ ਵੋਟਾਂ ਦੇ ਵਿੱਚ ਗਿਆ ਖਾਣ ਵਿੱਚ। ਅੱਛਾ ਵੋਟ ਪਾਣ ਅੰਮ੍ਰਿਤਸਰ ਪੈਂਦੇ ਸਨ। ਮੈਨੂੰ ਪੱਕਾ ਪਤਾ ਹੈ ਅੰਮ੍ਰਿਤਸਰ ਦਾ ਗਿਆ ਵੋਟਾਂ ਪਾਣੀ। ਅੰਮ੍ਰਿਤਸਰ ਦਾ ਸਾਡੇ ਬਰੂਹਾਂ ਦੇ ਵਿੱਚ ਵੀ ਕਹਿਰ ਵਾਲੀ ਉਸ ਟਾਈਮ ਤਹਿਸੀਲ ਪਸਰੂਰ ਸੀ। ਸਨ 47 ਵੇਲੇ ਉਸ ਵੇਲੇ ਡਰੈਸ ਤਹਿਸੀਲ ਪਸਰੂਰ ਤਹਿਸੀਲ ਚੱਲਦਾ, ਪਸਰੂਰ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਲੱਗਦਾ। ਸਿਆਲਕੋਟ ਸੀ ਉਹ। ਜਿਹੜਾ ਸਰ ਅੱਛਾ ਅੱਛਾ ਥਾਣਾ ਤਹਿਸੀਲ ਸਤਰਾ। ਕਾਮੋ ਕੀ ਪਹਿਲਾਂ, ਫਿਰ ਉਸ ਤੋਂ ਬਾਅਦ ਤਹਿਸੀਲ ਗੁਜਰਾਂਵਾਲਾ ਬਣੀ ਹੈ, ਫਿਰ ਤਹਿਸੀਲ ਕਾਮੋ ਕੀ ਬਣੀ। ਹਾਂ ਪਹਿਲਾਂ ਤਹਿਸੀਲ ਪਸਰੂਰ ਸੀ ਕਹਿਰ ਵਾਲੀ। ਠੀਕ ਠੀਕ ਜੀ 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 ਸਹੀ ਹੈ। ਵਾਪਸ ਕੋ ਪਰਤਿਆ? ਇਹ ਜਦੋਂ ਦੇਵਾ ਸਿੰਘ ਮਰਿਆ ਨਾ ਕਿਤੇ ਹਾਂ ਉਦੋਂ ਵਾਕਈ ਇੱਥੇ ਕੋਈ ਤੋਂ ਜ਼ਿਆਦਾ ਸਰੋਵਰ ਵੀ ਗਏ ਸੀ ਨਾ। ਜੀ ਜੀ ਦੇਵਾ ਸਿੰਘ 47 ਤੋਂ ਪਹਿਲੇ ਮਰ ਗਿਆ ਸੀ। ਅੱਛਾ ਆਹੋ ਉਹਦੇ ਨੇ ਸਾਨੂੰ ਮਾਰਿਆ ਗਿਆ। ਮਗਰੋਂ ਅੱਛਾ ਜੀ। ਤਾਰਕੌਰ ਦੀ ਸੰਭਾਲ ਹੈ। ਹਾਂ ਹਾਂ ਤਾਰਕੌਰ ਦੇ ਉੱਤੇ ਪਾਈ ਹੋਣੀ ਚਾਦਰ ਹਾਂ ਵਿਰਸਾ ਸਿੰਘ ਬਾਈ 5-4 ਬੰਦੇ ਉਹਦੀ ਸ਼ਹਾਦਤ ਨੂੰ ਲੱਗਾ। ਅਫਸਰ ਬੜੇ ਲਾਇਕ ਸਨ, ਪੁੱਛਦੇ ਹੁੰਦੇ ਹਨ, ਹੁਣ ਤੇ ਪੁੱਛਦੇ ਕੋਈ ਨਹੀਂ। ਉਹਨੇ ਆਖਿਆ ਕਿ ਉਹਦਾ ਸ਼ਹਾਦਤੀ। ਮੈਂ ਕਿਹਾ ਜੀ ਉਹਦਾ ਸ਼ਹਾਦਤੀ ਤੇ ਕੋਈ ਨਹੀਂ, ਤੇ ਜਾਂ ਜਿਹੜੇ ਬੰਦੇ ਆਏ ਨੇ ਚਾਦਰ ਵਾਏ ਇਹਨਾਂ ਦਾ ਮੈਂ ਸ਼ਹਾਦਤੀ ਆ। ਇਹ ਜਾਂਦਾ ਮੈਂ ਚਾਦਰ ਪਾਈ ਹੈ ਵਿਰਸਾ ਸਿੰਘ। ਇਹ ਦੱਸੇ ਤੇ ਸਹੀ ਉਹਦਾ ਨੱਕ ਕਿਸ ਤਰ੍ਹਾਂ, ਉਹਦਾ ਮੂੰਹ ਕਿਸ ਤਰ੍ਹਾਂ, ਉਹਦੇ ਇਹ ਪੁੱਛੇ ਹੋ। ਉਹ ਪੁੱਛਿਆ ਤੇ ਉਹਨਾਂ ਛਾਇਆ ਤੇ ਉਹਨਾਂ ਦੀ ਆਈ। ਆਂਦਾ ਉਹ ਵੇਲਾ ਇਹ ਪੁੱਛਣ ਦਾ ਹੁੰਦਾ। ਉਹਨੇ 6 ਸਾਲ ਬਦੇ ਨੇ ਆਖਿਆ ਜੇ ਵੇਲਾ ਨਹੀਂ ਬੀਵੀ ਨਹੀਂ ਸੀ ਤੇਰੀ, ਬੀਵੀ ਤੇ ਆਂਗਾਂ ਵੀ ਜਾਣਦਾ ਬੰਦਾ ਹੈ। ਮੈਂ ਅੱਜ ਮੇਰੀ ਪੱਕੀ ਸ਼ਹਾਦਤ ਨਹੀਂ ਬਈ ਤੇਰੀ ਪੱਕੀ ਹੈ। ਹਾਂ ਤੂੰ ਗੱਲ ਕਰ ਪਈ ਕੀ ਨਾਮ ਲੈਣਾ। ਮੈਂ ਬੜਾ ਕੁਝ ਮੈਨੂੰ ਮਿਲਿਆ, ਮੈਂ ਨਹੀਂ ਨਾਮ ਲੈਣਾ। ਅੱਛਾ ਬਾਬਾ ਜੀ ਵਾਪਸ ਕੋਈ ਪਰਤਿਆ? ਕਿੱਥੋਂ 47 ਤੋਂ ਬਾਅਦ ਕੋਈ ਆਪਣਾ ਪਿੰਡ ਵੇਖਣ ਆਇਆ ਬਾਅਦ ਵਿੱਚ? ਨਾ ਕੋਈ ਨਹੀਂ ਆਇਆ? ਬਿਲਕੁਲ। ਕੋਈ ਖੱਤ ਪੱਤਰ ਆਂਦੇ ਰਹੇ ਜਾਂ? ਕਸਬਤਰ ਆਇਆ ਸੀ ਜੰਗੀਰੇ ਦਾ। ਜਗੀਰ ਸਿੰਘ ਉਹਨੇ ਦਾ? ਆਖਿਆ ਛੱਡ ਕੇ ਆਇਆ ਮਹਿਲ ਤੇ ਮਾੜੀਆਂ ਨੇ ਇੱਥੇ ਮੇਰੇ ਨੇ ਹੁੱਕੇ ਕਨਾਲੀਆਂ। ਹਾਂ ਸਹੀ। ਛੱਡ ਕੇ ਆਇਆ ਮੈਂ ਮਹਿਲ ਤੇ ਮਾੜੀਆਂ, ਆਹੋ ਤਾਂ ਇੱਥੇ ਆਏ ਮਿਲੇ ਨੇ ਹੁੱਕੇ ਕਨਾਲੀਆਂ। ਮੇਰੇ ਨੇ ਸਾਨੂੰ ਇੱਥੇ ਮਿਲੇ ਹੋਕੇ ਕਨਾਲੀਆਂ। ਹੁੱਕੇ ਕਨਾਲੀਆਂ। ਮਾਰੇ ਕਿਹੜਾ ਹੀ ਕਿੰਨੀ ਕੁ ਮਾਰ ਕੇ ਬਾਬੇ ਕਮੋਹ ਤੋਂ ਬਗੈਰ ਮਾਰ ਕੇ ਇੱਥੇ ਕੌਣ ਸਹੀ, ਤੇ ਉਹਨੂੰ ਪਿੰਡ 'ਚ ਹੀ ਨਾ ਵੜਨ ਦੇਣ। ਹਾਂ ਉਹ ਜਿਹੜੀ ਟੇਲ ਹੈ ਨਾ ਉਹਦਾ ਪਾਣੀ ਸਿੱਧਾ ਜਾਂਦਾ ਹੁੰਦਾ ਹੈ। ਰਹਿਮਤ ਖਾਨ ਉਹਨੇ ਪੁੱਛਿਆ ਉਹ ਟੇਲ ਵੱਜੀ ਹੈ, ਮੂੰਹ ਅੜ ਕੇ ਖਲੋ ਗਿਆ। ਆਂਦਾ ਨਾ ਟੇਲ ਹੀ ਵੱਜੀ ਹੈ ਤੇ ਨਾ ਤਾੜੀ ਨਿਕਲੀ ਹੈ। ਆਂਦਾ ਤਾੜ ਦੇ ਆਵਾਜ਼ ਨਹੀਂ ਬੱਗੀ। 5 ਦਿਨ ਹੋ ਗਏ ਬੈਠਿਆ, ਅਸਾਂ ਬੈਠੇ ਆ 5 ਦਿਨ ਹੋ ਗਏ ਬੈਠੇ ਕਬਰਾਂ ਦੇ ਵਿੱਚ। ਕਿਥੇ ਹੈ ਨਾ ਜੀ ਕੁਸ਼ਾਂ ਦਾ ਬੰਦਾ, ਉਹ ਏਡਾ ਮਾਲਕ ਸੀ ਉਹਨੂੰ ਖੂਹ 'ਚ ਨਹੀਂ ਹੁਣ ਵੜਨ ਦਿੰਦੇ। ਕਬਰਾਂ ਦੇ ਵਿੱਚ ਹੀ ਉਹਨੇ ਤਾਲ ਲਾਈਏ, ਕਬਰਾਂ ਦੇ ਵਿੱਚ ਗਾਈਏ, ਕਬਰਾਂ ਦੇ ਵਿੱਚ ਹੀ ਰਹਿੰਦੇ ਆ। ਉਹ ਤੇ ਫਿਰ ਮਗਰੋਂ ਚਾੜਿਆ ਖਬੀਰਾ ਉਹਨੇ, ਜਿੰਨੀ ਸੀ ਕਾਰਵਾਈ ਲੈ ਗਿਆ ਪਾ ਕੇ ਲੈ ਗਿਆ। ਮੈਂ ਨਾ ਗਿਆ ਤੇ ਦੁਪਹਿਰ ਲੱਗੇ ਉਹਦੇ ਤੇ ਲੋਵਾਂ ਵਗਦੀਆਂ ਹੁਣ ਤੇ ਹੁੰਦਾ ਕੁਝ ਵੀ ਨਹੀਂ। ਇੰਨੀ ਲੋਮ ਵਗੇ ਤੇ ਧੁੱਪ ਤੇ ਆਂਦਾ ਮੈਂ ਫਿਰ ਇਹਨਾਂ ਦਾ ਚਲਾਨ ਕਰ ਛੱਡਾ ਕਿ ਮਾਰਨੇ ਨਹੀਂ। ਆਂਦਾ ਚਲਾਨ ਨਹੀਂ ਕਰਨਾ, ਅਸਾਂ ਜਾ ਕੇ ਇਕੱਠਿਆਂ ਰੋਟੀ ਖਾਣੀ ਹੈ। ਵਾਹ ਜੀ। ਸਿਰਫ ਇਹਨੇ ਪੁੱਛਣਾ ਕਿ ਮੈਂ ਕੌਣ ਆ ਤੇ ਤੁਸੀਂ ਕੌਣ। ਇੰਨੀ ਗੱਲ ਪੁੱਛਣੀ। ਅੱਛਾ ਉਹ ਸਾਰੇ ਹੀ ਹੱਥ ਜੋੜ ਕੇ ਖਲੋ ਗਏ ਜਿੰਨੇ ਸਿੱਖ ਸੁੱਖ। ਮੈਂ ਕਿਹਾ ਬਾਬਾ ਜੀ ਇਹਦੇ ਅੱਗੇ ਇੰਦਾ ਵਾਸਤੇ ਤੁਹਾਡੇ ਨਾਲ ਕਲਾਮ ਹੀ ਨਾ ਕਰਾਂਗੇ, ਪਰ ਸਾਨੂੰ ਇੱਥੋਂ ਕੱਢ ਲਓ। ਉਹ ਪਾਣੀ ਪੈ ਮੀਂਹ ਦਾ ਪਿਆ ਨਾ ਤੇ ਕੋਈ ਲਾ ਬੀਜੀ ਕਿਲਾ ਲਾ ਉਹਨੇ ਬੀਜੀ। ਉਹਨੇ ਆਖਣਾ ਕੋਈ ਮੂੰਹਾਂ ਖਲਾਰ ਛੱਡੋ ਤੇ ਕੁਝ ਬੱਗੀ ਚ ਲਾ ਹਟੋ।
ਬਾਬੇ ਦੀ ਮੂੰਜੀ ਇੰਨੀ ਹੋਈ ਬੇਬਾਨ ਆ ਜਿਹੜੀ ਆ ਹੁਣ ਵੀ ਲੋਕਾਂ ਬਰਾਨ ਸਾਂਭੀ ਤੇ ਫਿਰ ਉਹਨੇ ਆਣ ਕੇ ਬਾਤ ਕੀਤੀ ਤੇ ਸਾਰਿਆਂ ਨਾਲੋਂ ਡਾਢਾ ਕਿਹੜਾ ਸੀ ਸਿੱਖ ਇੱਥੇ 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 ਪਿੰਡ ਦੇ ਵਿੱਚ ਸਾਰਿਆਂ ਨਾਲੋਂ ਡਾਢਾ ਸਾਰੇ ਡਾਡਾ ਜਿਹੜੇ ਮਰ ਗਿਆ ਜਿਹੜਾ ਮੰਨਦਾ ਨਹੀਂ ਸੀ ਕਿਸੇ ਨੂੰ ਦੇਵਾ ਸਿੰਘ। ਜਿਹੜਾ ਉਤਮ ਸਿੰਘ ਉਹਦਾ ਕੀ ਕਰਦਾਰ ਸੀ ਪਿੰਡ ਵਿੱਚ? ਤੇ ਨੰਬਰਦਾਰੀ ਉਹਦੇ ਕੋਲ ਸੀ ਭਲਾ 47 ਵੇਲੇ ਉਤਮ ਸਿੰਘ ਕੋਲ ਨੰਬਰਦਾਰੀ ਕਿਹਦੇ ਕੋਲ ਸੀ ਉਹਦਾ 47 ਪਿਓ ਵੇਲੇ? ਜਿਹੜਾ ਲੰਬੜਦਾਰ ਸੀ ਅੱਛਾ ਉਤਮ ਸਿੰਘ ਦਾ ਪਿਓ। ਉਹਨੂੰ ਵੀ ਲੰਬੜੀ ਮਿਲ ਗਈ। ਤੁਸੀਂ ਗੱਲ ਸੁਣੋ, ਤੁਸੀਂ ਦੱਸਿਆ ਕਿ ਜਗੀਰ ਸਿੰਘ ਦਾ ਖਾਤਾ ਆ, ਉਹ ਖਾਤੇ ਕੀ ਲਿਖਿਆ ਸੀ ਪਿੱਛੇ ਜਾ ਕੇ ਕਿੱਥੇ ਬੈਠੇ ਇੰਡੀਆ 'ਚ? ਦੇਖਿਆ ਉੱਥੇ ਹੋਰ ਅਸਾਂ ਕੋਈ ਨਹੀਂ ਜੀ ਸੁਣਿਆ ਮੈਂ ਤੇ ਬੰਦਾ ਆਖੇ ਨਹੀਂ ਇਹ ਨਹੀਂ ਪਤਾ ਲੱਗਾ ਤੁਹਾਨੂੰ ਪਿੱਛੇ ਜਾ ਕੇ ਕਿੱਥੇ ਬੈਠੇ ਹਾਂ ਸਿੱਖ ਕਹਿਰ ਵਾਲੀ ਦੇ ਇੰਡੀਆ 'ਚ ਬੈਠੇ ਤੇ ਇੰਡੀਆ ਉਹ ਤਾਂ 'ਚ ਬਹਿੰਦੇ ਫਿਰ ਜਾਂਦੇ ਹਨ ਅਸੀਂ ਬਹਿੰਦੇ ਫਿਰਨੇ ਆ ਅਜੇ ਪੱਕਾ ਪਤਾ ਨਹੀਂ ਕਿਤੇ ਬਹਿ ਅੱਗੇ ਉਤਮ ਸਿੰਘ ਦੀ ਕਿੰਨੀ ਪੈਲੀ ਸੀ ਇਹ ਦੱਸੋ ਨੇ? ਉਹਨਾਂ ਉਤਮ ਸਿੰਘ ਉਤਮ ਸਿੰਘ ਦੀ ਦੋ ਮਰ ਬਹਿੰਦੇ ਸੀ ਨਾ ਬਰਾਂ ਜਿਹੜੀ ਅੱਛਾ ਇੱਕ ਮਰ ਬਾਹਰ ਨਹਿਰੋਂ ਪਾਰ ਸੀ ਅਜੇ ਤੇ ਸੂਆ ਅੱਛਾ ਇੱਕ ਮੇਰਾ ਬਾਪ ਇਹਦੀ ਪਰ ਅੱਛਾ ਅੱਛਾ ਚੰਗੜ ਪਾਉਂਦੇ ਅੱਛਾ ਚੰਗੜ ਜੇ ਆਏ ਨੇ ਨਾ ਇਹ ਵੀ ਉੱਥੇ ਚੁੰਡੇ ਤੋਂ ਆਏ ਸਨ? ਖਰੇ ਕਿੱਥੋਂ ਆਏ ਹਨ ਕੁੜੀਆਂ ਚੁੰਡੇ ਤੋਂ ਆਏ ਸਨ ਵੀ। ਅਜੇ ਤਾਂ ਕਿਤੇ ਸਿੱਖਾਂ ਦੇ ਨਾਲ ਸਰਦਾਰ ਦੇਵਾ ਸਿੰਘ ਲੈ ਕੇ ਆਏ ਸੀ ਚੰਗੜਾ ਨੂੰ, ਸਿੱਖਾਂ ਦੇ ਜਿਹੜੇ ਉਹਨੂੰ ਬਸਰਾਖ ਹੁੰਦੇ ਨੇ। ਸਿੱਖਾਂ ਦੇ ਨਾਲ ਹੀ ਕਿਤੇ ਹਾਂਜੀ ਸਰਦਾਰ ਦੇਵਾ ਸਿੰਘ ਨਾਲ ਹੀ ਲੈ ਕੇ ਆਇਆ ਸੀ ਕਿ ਆਓ ਮੇਰਾ ਰਕਬਾ ਆਬਾਦ ਕਰੋ। ਠੀਕ ਠੀਕ। ਉਹਨੇ ਕੀ ਕਰਾਣਾ ਸੀ, ਉਹ ਤੇ ਮਰ ਗਿਆ ਸੀ ਮਗਰ ਅਵਤਾਰ ਕੌਰ ਨੇ ਅੱਜ ਸੀਧਾ ਹੀ ਮਜਾਰੇ ਰੱਖੇ ਨੇ। ਉਹਨੇ ਆਖਿਆ ਮੇਰੇ ਮਜਾਰਿਆਂ ਦੇ ਕਿਸੇ ਹੋਏ ਆਖਿਆ ਤੇ ਮੈਂ ਤੇ ਕਰਾ ਦੇਣੇ। ਉਹਨਾਂ ਨੇ ਉਹ ਬੀਬੀ ਫਿਰ ਘੋੜੇ ਦੇ ਸਾਰੀ ਜ਼ਮੀਨ ਦਾ ਰੋਜ਼ਾਨਾ ਜਿਹੜਾ ਨਾ ਆਪਣਾ ਵਿਜ਼ਿਟ ਕਰਦੀ ਸੀ, ਦੇਖਦੀ ਸੀ। ਦੇਵਾ ਸਿੰਘ ਦੀ ਭੈਣ ਸੀ ਜਿਹੜੀ? ਹਾਂਜੀ ਦੇਵਾ ਸਿੰਘ ਦੀ ਭੈਣ ਜਿਹੜੀ ਹੈ ਉਹ ਘੋੜੀ ਤੇ ਬਹਿ ਕੇ ਨਾ ਰੋਜ਼ਾਨਾ ਸਵੇਰ ਦੇ ਟਾਈਮ ਰੋਟੀ ਖਾਣ ਤੋਂ ਪਹਿਲਾਂ ਸਾਰੀ ਪੈਲੀ ਦਾ ਚੱਕਰ ਜਿਹੜਾ ਲਾ ਆਉਂਦੀ ਸੀ ਬੀਬੀ। ਉਹਦਾ ਤੁਹਾਂ ਨਾਂ ਲਿਆ ਨਾ, ਉਹਦਾ ਨਾਂ ਲੈਣਾ ਹੈ ਜਿੰਨੇ ਕੋਨੇ ਕਰ ਲਾਈ ਹੈ ਕਹਿੰਦੇ ਉਹ ਮੇਰੀ ਇਹਨੇ ਕੋ ਦੁਨੀਆ ਤੇ ਨਹੀਂ ਕੋਈ ਲੱਗਦਾ। ਅੱਛਾ ਕੀ ਤਰਲੇ ਲੈਣ ਦੱਸੋ? ਚੱਕਰ ਕਰਨਾ ਨਾਲੇ ਰੋਂਦੇ ਆਪੇ ਓਹੋ ਜਿਹਦਾ ਭਰਾ ਹੀ ਮਰ ਜਾਏ। ਕਿਹਨੇ ਮਾਰਿਆ ਜਿਹਦੇ ਭਰਾ ਨੂੰ? ਪਿੰਡ ਸਾਰੇ ਰੱਖੇ ਮਾਰਿਆ ਸੀ। ਕਿਉਂ? ਮਾਲਕ ਜੀ ਹੀ ਬੜਾ ਅੱਛਾ ਵੱਡਾ ਮਾਲਕ ਸੀ ਜੇ ਥਾਣੇ ਠਪਾਣੇ ਚ ਹਰ ਇੱਕ ਉਹਦੀ ਗੱਲ ਸੁਣੀ ਜਾਂਦੀ ਸੀ। ਦੇਵਾ ਸਿੰਘ ਦੀ। ਅੱਛਾ ਦੇਵਾ ਸਿੰਘ ਦੀ। ਹਾਂ ਤੇ ਉਹ ਤੋਂ ਬਾਅਦ ਦੇ ਵਿੱਚ ਜੱਟਾਂ ਨੂੰ ਸਿਖਾਉਂਦੇ ਨੇ, ਹੁਣ ਵੀ ਮਾਰਦੇ ਰਹਿੰਦੇ ਨੇ। ਤੇ ਉਹ ਫਿਰ ਇਕੱਠ ਕਰਕੇ ਨਾ ਉਹਨੇ ਆਪਣੇ ਮੈਨੂੰ ਇੱਕ ਦੁੱਲਾ ਤੇਲੀ ਤੇ ਇੱਕ ਜੁਮਾ ਨਹਿਰ ਆਪਣੇ ਹਮਰਾ ਰੱਖੇ ਸਨ। 3 ਬੰਦੇ ਹੁੰਦੇ ਨਾ, 3 ਬੰਦੇ ਹੁੰਦੇ ਤੇ ਕਦੀ ਕਿਸੇ ਗੱਲ ਨਹੀਂ ਪੈਣਾ। ਅੱਛਾ ਉਹਨਾਂ ਨੂੰ ਵੀ ਉਹਨਾਂ ਨਾਲ ਲਾ ਅੱਛਾ ਹਾਂਜੀ ਉਧਰ ਮਰਜੇ ਹਨ ਜਿਹਨੇ ਜਿਹੜੀ ਸਾਰੀ ਉਹ ਬਾਗਾ ਜਿਹੜੀ ਸਾਰੀ ਜ਼ਮੀਨ ਬੰਦੇ ਹਨ। ਅੱਛਾ ਉਹਨਾਂ ਦੀ ਜਾਣ ਜਾਣੀ ਸੀ ਤੇ ਉਹ ਘੋੜੀ ਲੈ ਗਏ। ਉਹਦੀ ਦੇਵਾ ਸਿੰਘ ਦੀ? ਹਾਂ ਘੋੜੀ ਲੈ ਗਏ। ਜੇ ਘੋੜੀ ਹੁੰਦੀ ਨਾ ਅੱਛਾ ਫੇਰ ਵੀ ਉਹਨੇ ਬਚ ਰਹਿਣਾ। ਅੱਛਾ ਫੇਰ ਉਹਦੇ ਦੋ ਤਰ੍ਹਾਂ ਦਾ ਲਾਰ ਨਾ ਕਰਿਆ ਕਰੋ। ਅੱਛਾ ਮੈਂ ਵੇਖੀ ਜੀ ਕੀਮਿਆਂ ਨੂੰ ਉਹਨੇ ਖੂਹ ਦਿੱਤਾ ਰੋਈ ਆਇਆ ਜੀ। ਹਾਂਜੀ ਅੱਛਾ ਉਹ ਮਗਰ ਰੱਤੀ ਛੱਡਦੇ ਹਨ ਤੇ ਜ਼ਮੀਨ ਕੋ ਨਹੀਂ ਸੁਣੇ ਘਾਟੀ। ਉਹਨੇ ਆਖਿਆ ਖੂਹ ਆਉਣ ਕੇ ਸਾਹਮਣੇ ਜਦੋਂ ਖਲੋਤੇ ਰਹੇ ਨਾ ਤੇ ਸੁਣੀ ਗੱਲ ਕਰਦੇ ਆ ਵੇਖਿਆ ਨਹੀਂ ਇਸ ਤਰ੍ਹਾਂ ਡਗੋਰੀ ਫੜੀ ਲਾਲ ਸਿੰਘ ਨੇ। ਉਹ ਆਂਦਾ ਸਿੱਖੋ ਤੁਹਾਡੇ ਵਿੱਚ ਮੈਨੂੰ ਬੰਦੇ ਕਿਸੇ ਨਹੀਂ ਸੀ ਮਾਰਦੇ। ਆ ਸੱਕਾ ਮੇਰਾ ਆਪਣੇ ਖੂਹ ਦਾ ਮਾਲਕ ਕੀਤਾ ਤੇ ਹੁਣ ਇਹਨੂੰ ਵੱਧ ਬਣ ਕੇ ਦੇਣਾ ਜੇ ਪਿੰਡ ਦਾ। ਇਹ ਤੋਂ ਬਗੈਰ ਮੈਨੂੰ 60 ਨਾ ਕੋ ਮਾਰੇ ਤੇ ਨਾ ਮੈਂ ਕਿਸੇ ਚੜਨੀ। ਬੰਦਾ ਜਿਹੜਾ 60 ਮਾਰ ਲੈਦਾ ਉਦੋਂ ਚੰਗੇ ਗੋਲੀਆਂ ਹੁੰਦੀਆਂ ਹਨ। ਉਹਨਾਂ ਦੇ ਸੱਟਾਂ ਦੇ ਮੇਰੇ ਉੱਤੇ 20 ਮਾਰ ਲਓ ਮੈਨੂੰ ਨਹੀਂ ਪਰਵਾਹ ਕੋਈ। ਬਾਕੀ ਇਹਦੀ ਜਾਨ ਜਿਹੜੀ ਹੈ ਨਾ ਇਹ ਮੇਰੇ ਸਿਰ 'ਚ ਵੱਜ ਗਈ ਹੈ। ਹਾਂਜੀ 2 ਤਰਬਾਨ ਸਾਹਿਬ ਰੋਂਦੇ ਫਿਰਦੇ ਹਨ ਤੇ ਖੂਹ ਸਾਂਭਿਆ। ਹਾਂਜੀ ਮੈਂ ਖੂਹ ਵਾਲੋ ਤੇ ਇਹ ਵੀ ਅੱਜ ਡਾਂਗ ਫੜ ਕੇ ਆ ਗਿਆ। ਹੁਣ ਮੈਂ ਮਰਿਆ ਮਰਾਇਆ ਹੁਣ ਵੀ ਚੱਕ ਮਾਰ ਦਿੱਤਾ। ਅੱਛਾ ਅੰਦਰੋਂ ਹੀ ਮਰ ਗਿਆ ਸੀ। ਹਾਂ ਉੱਤੋਂ ਦੇ ਆਸੇ ਦੀ ਲੋੜ ਸੀ, ਅੰਦਰੋਂ ਹੀ ਮਰ ਗਿਆ ਸੀ। ਜੀ 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 ਜੀ। 2 ਤਰ੍ਹਾਂ ਹੀ ਮਾਰ ਗਿਆ। ਇਹ ਸਿਰਫ ਗੱਲਾਂ ਸੁਣੀਆਂ ਨੇ ਹੋਰ ਵੇਖਿਆ ਤੇ ਨਹੀਂ ਨਾ ਭਾਈ। ਹਾਂਜੀ ਹਾਂਜੀ। ਤੇ ਬਾਅਦ 'ਚ ਫਿਰ ਉਹਨਾਂ ਦੀ ਭੈਣ ਨੇ ਫਿਰ ਤੇ ਕੋਈ ਸੱਜਣ ਤੇ ਨਹੀਂ ਨਾ ਹੁੰਦਾ। ਹੁਣ ਤੇਰਾ ਮੈਂ ਖਾਣਾ ਵੀ ਆ ਪੀਣਾ ਵੀ ਆ ਸਭ ਕੁਝ ਕਰਨਾ ਪਿਆ ਤੇ ਵਕਤ ਆ ਜਾ ਤੇ ਪਿਛਾਂ ਭੱਜ ਜਾ। ਮਤਲਬ ਦੇ ਦਖਤ ਦੀ ਛਾਂ ਤੇ ਬਹਿਣਾ ਉਹਨੇ ਸੁਲਸਲਾ ਫੜ ਦੇਣਾ। ਝੂਠੀ ਗੱਲ ਨਹੀਂ ਕੀਤੀ, ਝੂਠੀ ਸ਼ਾਇਦ ਨਹੀਂ ਦਿੱਤੀ ਬਿਲਕੁਲ। ਵਾ ਆਪਣੀ ਮੈਂ ਗੱਲ ਕਰਨਾ ਹੋਰ ਨਹੀਂ ਕਿਸੇ ਕਰਦਾ। ਉਹ ਸ਼ਾਇਦ ਉਹ ਦਿੱਤੀ ਤੇ ਤਾਂ ਵਜੇ ਨੇ ਬਚਣਾ ਕਿਉਂ ਸਣੇ। ਮੈਂ ਜੀ ਉਹਦਾ ਖਿਆਲ ਤੇ ਕੋਈ ਨਹੀਂ
ਹੁਣ ਦਾ ਮੈਂ ਹੈ ਵਾਂ ਫਿਰ ਦੇਵਾ ਸਿੰਘ ਦੀ ਭੈਣ ਨੇ ਜਿਹੜਾ ਵੇ ਇਸ ਨਿਜ਼ਾਮ ਸਾਰੇ ਨੂੰ ਸੰਭਿਆ ਫਿਰ ਸਾਹਮਣਾ ਵਿਚਾਰੀ ਨੇ ਕੀ ਹੀ ਰੋਂਦੀ ਫਿਰਦੀ ਸੀ ਲੱਭਦੀ ਫਿਰਦੀ ਸੀ ਭਰਾ ਨੂੰ ਹਾਂ ਮੈਂ ਛਣ ਹੋ ਗਈ ਅੱਛਾ ਅੱਛਾ ਅੱਲਾ ਕਰਕੇ ਉਹ ਨਾ ਵਿਖਾਏ ਕਿਸੇ ਨੇ ਐਡੀ ਦਾਨੀ ਤੇ ਐਡੀ ਜਵਾਨ ਤੇ ਇਸ ਤਰ੍ਹਾਂ ਦੀ ਸ਼ਕਲ ਕਿ ਜਿਹੜੀ ਵਿਚਾਰੀ ਉਹ ਵੇਖੀਏ ਤੇ ਅੰਦਰ ਰੱਬ ਦਿਆ ਅੱਲਾ ਕਰਕੇ ਕਿਸੇ ਦੇ ਉੱਤੇ ਦੇਣ ਹਾਂ ਤੇ ਇੱਕ ਮੇਰਾ ਤੇ ਇੱਕ ਉਮਰ ਡੋਗਰ ਸੀ ਇਹ ਸਾਡਿਆਂ ਨੇ ਕਿਹਾ ਹੁੰਦਿਆਂ ਨਹੀਂ ਮਾਂ ਪਿਓ ਮਰ ਗਿਆ ਭੈਣ ਭਰਾ ਵੀ ਸਾਰੇ ਉਹਨੇ ਮਰਦੀ ਪੜੀ ਸੀ ਦੁਨੀਆ ਮੇਰੀ ਸੰਭਾਲ ਦੇ ਵਿੱਚ ਕੌਰਾਂ ਦੇ ਵਿੱਚ ਰੋਟੀ ਖਾਂਦੇ ਰਹੇ ਇਸੇ ਤਰ੍ਹਾਂ ਹੀ ਕੌਣ ਦੀ ਜਦੋਂ ਬਿਮਾਰੀ ਆਈ ਹੈ ਹਾਂ ਥੋੜਾ ਨਿਕਲਣਾ ਹਾਂ ਕਿਸੇ ਦਾ ਵਗ ਪੈਣਾ ਕਿਸੇ ਦਾ ਵਗਣਾ ਹੀ ਨਹੀਂ ਚਲੋ ਜੀ ਅੱਲਾ ਦੇ ਕੌਣ ਦੀ ਬਿਮਾਰੀ ਪਈ ਸੀ ਹਾਂਜੀ 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 ਕਿਵੇਂ ਪਾਕਿਸਤਾਨ ਤੋਂ ਪਹਿਲਾਂ ਜੀ ਜੀ ਹਾਂ ਹਾਂ ਹਾਂਜੀ ਤੈਨੂੰ ਯਾਦ ਹੀ ਕਰ ਪੜਿਆ ਨਹੀਂ ਹਾਂ ਪੜਿਆ ਆ ਪੜਿਆ ਹੋਣਾ ਬੱਦੋ ਮੱਲੀ ਵੀ ਮੈਂ ਇੰਟਰਵਿਊ ਕੀਤਾ ਤੇ ਮੇਰਾ ਖਿਆਲ ਹੈ ਵੀ ਇਸ ਏਰੀਏ ਵਿੱਚ ਹੀ ਰਹੀ ਬੱਦਮਲੀ ਦੇ ਨੇੜੇ ਹੀ ਨਹੀਂ ਨਹੀਂ ਉਹ ਜਿਹੜੀ ਬਿਮਾਰੀ ਸੀ ਇਸ ਏਰੀਏ ਵਿੱਚ ਹੀ ਰਹੀ ਐਸੇ ਏਰੀਏ ਦੀ ਹਾਂ ਬੱਦਮਲੀ ਇੱਥੋਂ 15 ਕਿਲੋਮੀਟਰ ਸਰ ਹਾਂਜੀ ਹਾਂਜੀ ਸਾਡੇ ਇਸੇ ਏਰੀਏ ਦੇ ਵਿੱਚ ਹੀ ਸੀ ਕਬਰਾਂ ਦੇ ਵਿੱਚ ਰੋਟੀ ਖਾਂਦੇ ਨਾ ਕਿਲਾ ਜਿਹੜੇ ਨਾ ਪੀਆਂ ਕਿਲਾ ਪੂਰਾ ਭਰਿਆ ਗਿਆ ਸੀ ਤਾਂ ਜੀ ਮੈਂ ਕਬਰਾਂ ਦੇ ਵਿੱਚੋਂ ਨਹੀਂ ਆਇਆ ਹਾਂ ਇਹਨਾਂ ਦੇ ਵਿੱਚੋਂ ਨਹੀਂ ਮੈਂ ਕੋਲ ਕੋ ਮੈਂ ਜੋਗੇ ਬਤਾ ਰਿਹਾ ਕਿ ਨਹੀਂ ਤਾਂ ਬੇਲੀ ਪਈ ਹੈ ਉਹ ਬਿਮਾਰੀ ਜੀ 1947 ਤੋਂ ਪਹਿਲੇ ਕਿੰਨਾ ਚਿਰ ਪਹਿਲੇ ਆਈ ਇਹ ਤੌਣ ਦੀ ਬਿਮਾਰੀ ਸ਼ੁਰੂ ਹੋਈ ਜੀ 1932-33 ਤੋਂ ਸ਼ੁਰੂ ਹੋਈ ਹੈ ਅੱਛਾ ਤੇ 1900 ਤਕਰੀਬਨ 40 ਤੱਕ ਰਹੀ ਹੈ ਹੂੰ 1940 ਤੱਕ ਵਾਇਆ ਹੋ ਗਿਆ ਜੀ ਇੱਕ ਹਾਂਜੀ ਹੂੰ ਅਸਲ ਦੇ ਵਿੱਚ ਇਹ ਜਿਹੜੀ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਕਿੰਨੇ ਸ਼ਿਕਾਰ ਹੋਏ ਆ ਪਿੰਡ ਕਹਿਰਵਾਲੀ ਦੇ ਬਾਬਾ ਜੀ ਕਿੰਨੇ ਉਸ ਲੋਕ ਮਰੇ? ਬਿਮਾਰੀ ਨਾਲ ਉਹ ਮਰਨਾ ਹਾਂ ਉਹ ਚੰਗੇ ਗਿਣੇ ਜਾਂਦੇ ਹਨ ਅੱਛਾ ਹਾਂ ਮਹੱਲਿਆਂ ਦੇ ਪੰਜ ਮਾਲਕ ਗਿਣੇ ਹੋ ਗਏ ਹਨ ਹੂੰ ਔਰ ਇੱਥੇ ਛੋਟੇ ਜਿਹੇ ਛੋਟੇ ਸਾਥਮਾ ਪਰ ਉਹਦੀ ਵੇਖੀਏ ਇੱਕ ਪਾਸੇ ਲਾ ਕੇ ਨਾ ਤੋੜੀ ਪੁੱਤਰ ਮਰ ਜਾਣ ਮਗਰ ਮਾਪੇ ਵੱਜਦੇ ਨੇ ਨਾਲ ਹੀ ਮਰ ਜਾਣ ਵਧਾਉਣੀ ਵੀ ਹਾਂਜੀ ਫੇਰ ਪਰਾਂ ਭਾਕ ਮਿਆਰ ਕੇ ਅੱਗੇ ਨਜ਼ਰ ਮਰਾਜੀ ਹੋਰੀ ਬੜੇ ਇਸ ਤਰ੍ਹਾਂ ਨਾ ਜਿਵੇਂ ਇਸ ਤਰ੍ਹਾਂ ਦੇ ਪੁੱਤਰ ਤੋਂ ਲੱਭੋ ਨਾ ਤੇ ਮਾਪੇ ਮਗਰ ਕੀ ਕਰਦੇ ਮਾਈ ਹਰੀ ਦਾ ਪੁੱਤਰ ਮਰਿਆ ਸੈਨ ਦਾ ਉਹਨੇ ਆਖਿਆ ਮੇਰੀ ਕਬਰ ਕਰ ਛੱਡਿਆ ਜੀ ਉਹ ਤੇਰੀ ਜਿਉਂਦੀ ਦੀ ਕਰ ਛੱਡੀਏ ਆਂਦੀ ਮੈਂ ਨਹੀਂ ਜੇ ਜਿਉਣੀ ਅਜੇ ਕਰ ਦੇਣ ਪੈ ਮਗਰੋਂ ਇਹ ਮਰ ਗਈ ਮਰ ਗਈ ਅੱਛਾ ਕਿਹੜਾ ਟਾਈਮ ਸੀ ਜਦੋਂ ਤੁਸੀਂ ਛੱਡਣ ਗਏ ਸੋ ਉਹਨਾਂ ਨੂੰ ਜਦੋਂ ਗਏ ਨੇ ਤੋਂ ਸਿੱਖ ਭਰਾ ਸਾਡੇ ਗਏ ਨੇ ਤੋਂ ਮੈਂ ਕਿਹਾ ਰੋਟੀ ਖਾ ਲਈ ਸੀ ਸਵੇਰ ਦਾ ਟਾਈਮ ਸੀ ਨਾ 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 ਸ਼ਾਮਾਂ ਸ਼ਾਮ ਦਾ ਸ਼ਾਮ ਦਾ ਤੇ ਕਾਲੇ ਹੀ ਕਿਸੇ ਨਹੀਂ ਖਾਦੀ ਉਸੇ ਕੜੀਏ ਨਾ ਜੇ ਹੱਲਾ ਪਿਆ ਪਿਆ ਜਿਹੜਾ ਵਿੱਚ ਰਹਿ ਗਿਆ ਉਹਨੇ ਬਚਣਾ ਕੋਨੇ ਨਿਕਲ ਜਾ ਨਿਕਲ ਅੱਛਾ ਜਾ ਕੱਲੇ ਸਾਡੇ ਪਿੰਡ ਨੇ ਇੱਕ ਚੱਕਰਮਦਾਸ ਵੀ ਪਿੱਛੇ ਜੱਥਾ ਆਇਆ ਸੀ ਨਾਲ ਇਕੱਠੇ ਰਲ ਕੇ ਗਏ ਸਨ ਉਹ ਬੜੇ ਵੱਡੇ ਲੱਗੇ ਤੱਕ ਸਾਰੇ ਪਿੰਡਾਂ ਦੇ ਜਿਹੜਾ ਕੈਂਪ ਕਿਹੜੀ ਜਗ੍ਹਾ ਲੱਗਾ ਸੀ ਕੈਂਪ ਪਿੰਡਾਂ ਦੇ ਨੇ ਹਾਂਜੀ ਕੈਂਪ ਕਿਹੜੀ ਜਗ੍ਹਾ ਲੱਗਾ ਸੀ ਬਾਬਾ ਜੀ ਇਹਨਾਂ ਦਾ ਕੈਂਪ ਅੱਗੇ ਬੱਦੋਮਲੀ ਲੱਗਾ ਸੀ ਅੱਛਾ ਅੱਛਾ ਬੱਦੋਮਲੀ ਕਦੇ ਪੱਕਾ ਬੱਦੋਮਲੀ ਇਕੱਠੇ ਹੋਏ ਸਨ ਇੱਥੋਂ ਕਿੱਥੇ ਘੱਟ ਹੁੰਦਾ ਸੀ ਫਿਰ ਅੱਗੋਂ ਬੱਦੋਮਲੀ ਬੱਦੋਮਲੀ ਇਕੱਠੇ ਹੁੰਦੇ ਤੇ ਅੱਗੋਂ ਫਿਰ ਸਿੱਧਾ ਬਾਰਡਰ ਕ੍ਰਾਸ ਕਰ ਜਾਂਦੇ ਸਨ ਔਰ ਸਾਡੇ ਕੋਲ ਤੇ ਨਿਕਲ ਗਿਆ ਹੁਣ ਸਾਰੇ ਕੇ ਹਾਂ। ਇਹ ਦੌਦ ਭੈਣੀਆਂ ਤੋਂ ਬਾਰਡਰ ਪਿੰਡਾਂ ਦੇ ਕ੍ਰਾਸ ਪਿੰਡ ਕਰਦੇ ਨਿਕਲ ਜਾਂਦੇ ਹਨ ਫਿਰ ਅੱਗੋਂ ਬੱਦੋਮਲੀ ਜਾ ਕੇ ਇਹਨਾਂ ਦਾ ਕਰ ਬੱਦੋਮਲੀ ਮਰਦਾਨਾ ਹਾਂ। ਜਾਜੋ ਗਿੱਲ ਜੂ। ਜਿਹੜਾ ਬਾਰਡਰ ਹੈ ਨਾ ਜੀ ਆਪਣਾ ਇਹ ਕਾਂਗੜੇ ਦਾ ਬਾਰਡਰ ਤੇ ਉਥੋਂ ਕ੍ਰਾਸ ਕਰਦੇ ਹਨ ਮੀਰੋਵਾਲ ਕਾਂਗੜਾ ਪੁੱਤਰਾ। ਜਾਜੋ ਗਿੱਲ ਇੱਥੋਂ ਬਾਰਡਰ ਕ੍ਰਾਸ ਕਰਦੇ ਬੜਿਆ ਸਨ ਬਹਿਲਾ ਸਾਹਿਬ ਸਾਡੇ ਇਸ ਏਰੀਆ ਦੇ ਜਿੰਨੇ ਵੀ ਸਿੱਖ ਭਰਾ ਨੇ ਨਾ ਉਥੋਂ ਨਾ ਬਾਰਡਰ ਕ੍ਰਾਸ ਕੀਤਾ ਸੀ ਜੀ ਡਫਰਵਾਲ ਕਾਂਗੜਾ ਤੇ ਬਾਠਾਂ ਵਾਲਾ ਸ਼ਾਬਾਸ਼। ਇਹ ਏਰੀਆ ਇਹਨਾਂ ਕ੍ਰਾਸ ਕੀਤਾ ਸੀ ਸਾਡੇ ਇਲਾਕੇ ਦੇ ਸਿੱਖ ਭਰਾ ਕੋਈ ਕਰ ਛੱਡੇ ਕਿ ਮੈਨੂੰ ਤਾਂ ਕੋਈ ਕਰ ਛੱਡੇ ਇਹਨਾਂ ਮੁੰਡਿਆਂ ਨੂੰ ਕੱਖ ਵੀ ਨਹੀਂ ਹੁੰਦਾ ਠੀਕ ਇਸੇ ਤਰ੍ਹਾਂ ਦੇ ਖੇਲੇ ਖੁੱਲੇ ਜਾਂਦੇ ਹਨ ਨਾ ਉੱਥੇ ਫਿਰ ਜਾ ਕੇ ਵੰਡ ਇਹਨਾਂ ਦੀ ਹੁੰਦੀ ਸੀ ਫਿਰ ਬੈਠਦੇ ਹਨ ਪਿੰਡਾਂ 'ਚ ਅੱਛਾ ਬਾਬਾ ਜੀ ਇੱਕ ਗੱਲ ਹੋਰ ਦੱਸੋ ਤੁਸੀਂ ਲਾਮ ਦੇ ਪਿੰਡਾਂ ਦੀ ਕਿਤੇ ਸੁਣਿਆ ਉਸ ਵੇਲੇ ਕੋਈ ਘੱਟ ਵੱਧ ਅੱਗਾ ਛੰਗਾ ਲੱਗੀਆਂ ਹੋਣ ਨਾ ਅੱਛਾ ਬਿਲਕੁਲ ਕਿਤੇ ਨਹੀਂ ਇਸ ਇਲਾਕੇ 'ਚ ਕੋਈ ਗੱਲ ਨਹੀਂ ਤੁਸੀਂ ਸੁਣ ਇਸ ਇਲਾਕੇ ਦੇ ਵਿੱਚ ਕਿਸੇ ਅੱਗ ਨਹੀਂ ਲਾਈ ਹੂੰ ਆ ਸਾਡਾ ਤੇ ਇਲਾਕਾ ਜਿਹੜਾ ਨਾ ਬਾਬਾ ਸ਼ਰੀਫ ਬੇਗ ਸੀ ਵਿਚਾਰਾ ਜੀ ਉਹਨੇ ਫੜ ਕੇ ਢੰਡੋਰਾ ਪਾ ਦਿੱਤਾ ਇਹਦੇ ਘੋੜੀ ਲਾ ਕੇ ਤਾਂ ਐਲਾਨ ਕਰਦਾ ਫਿਰਦਾ ਆਂਦਾ ਸੀ ਦੁਨੀਆ ਆਉਣਾ ਮਗਰੋਂ ਉਹ ਵਸੇਗੀ ਕਿੱਥੇ ਹੂੰ ਅੱਗ ਨਾ ਲਾਇਓ ਜੇ ਬਿਲਕੁਲ ਹਾਂ ਕਿਤੇ ਨਹੀਂ ਸੀ ਅੱਗ ਲੱਗਣ ਦਿੱਤੀ ਐਡੇ ਚੰਗੇ ਲੋਕ ਵੀ ਆ ਸਨ ਬਾਬੇ ਬੇਗ ਨੇ ਕਮਾਲ ਕੀਤਾ ਬਾਬੇ ਸ਼ਰੀਫ ਬੇਗ ਵਰਗੇ ਵੀ ਲੋਕ ਆ ਸਨ ਜਿੰਨਾ ਕੱਗ ਨਾ ਕਿਤੇ ਲਾਇਓ ਜੇ ਇੱਥੇ ਲੋਕਾਂ ਨੇ ਆ ਕੇ ਵਸਣਾ ਜੀ ਜਿਹੜੇ ਸਾਡੇ ਉਧਰੋਂ ਮੁਸਲਮਾਨ ਲੋਕ ਆਣਗੇ ਉਹ ਕਿੱਥੇ ਬਿਲਕੁਲ ਮੈਂ ਤਾਂ ਉਹਨੂੰ ਆਪ ਪਿਸਤਾਂ ਵਿੱਚ ਵੇਖਿਆ
ਆਪਣੀ ਅੱਖੀ ਤੁਰ ਗਿਆ ਬਾਬੇ ਸ਼ੀਰ ਬੇਗ ਨੂੰ ਕਿੰਦਰ ਹੋ ਗਈ ਹੈ ਅੱਜ ਤੇ ਸਿਫਤ ਹੋ ਰਹੀ ਹੈ ਨਾ ਹਾਂ। ਚੰਗਿਆਈ ਹੈ। ਚੰਗਿਆਈ ਨੇ ਕਾਇਮ ਰਹਿਣਾ ਵੇ ਬੁਰਾਈ ਨੇ ਖਤਮ ਹੋ ਜਾਣਾ ਆਖਣਾ ਦੁਨੀਆ ਜਿਵੇਂ ਲਾਰਡ ਮਾਊਂਟ ਬੈਟਨ ਨੇ ਜੋ ਕੰਮ ਕੀਤਾ ਵੇ ਹਾਂ ਹਾਂ ਨਹੀਂ ਜੀ ਠੀਕ ਹੈ ਨਾ ਜਾਣ ਦਿਓ। ਨਹੀਂ ਹੋਏਗਾ ਨਹੀਂ ਉਹਨੇ ਦੁਨੀਆ ਮਰਵਾਈ ਹੈ। ਮੁਸਲਮਾਨਾਂ ਨੂੰ ਤੇ ਗੈਰ ਮੁਸਲਮਾਨਾਂ ਨੂੰ ਇਸੇ ਏਰੀਆ ਦੀ ਇਸ ਧਰਤੀ ਦੇ ਲੋਕਾਂ ਨੂੰ ਉਹਨੇ ਮਰਵਾਇਆ ਉਹਨੇ ਫਿਰ ਨਾ ਉਹਨੇ ਮਰਵਾਇਆ ਉਹ ਅਗਰ ਇੰਤਜ਼ਾਮ ਸਹੀ ਕਰਦਾ ਆਰਾਮ ਨਾਲ ਹਿਜਰਤ ਹੋਣੀ ਸੀ ਕਿਸੇ ਨੇ ਕੁਝ ਨਹੀਂ ਸੀ ਗੱਲ ਕਰਨਾ ਹੱਕ ਦੀ ਸਰ ਇਹੋ ਜੀ ਗੱਲ ਨੂੰ ਇਹ ਕਿਤਾਬ ਤੇ ਗੱਲ ਹੈ ਆਨ ਦੀ ਰਿਕਾਰਡ ਗੱਲ ਹੈ ਪਿੰਡਾਂ ਦੇ ਵਿੱਚ ਜਾਤੀ ਕਰ ਗਿਆ ਇਹ ਲਾਰਡ ਮਾਊਂਟ ਬੈਟਨ ਦਾ ਕਸੂਰ ਹੈ ਜਿਹਨੇ ਹਿਜਰਤ ਨਹੀਂ ਲੋਕਾਂ ਦੀ ਅੱਛੇ ਤਰੀਕੇ ਨਾਲ ਕਰਵਾਈ ਕੰਟਰੋਲ ਉਹਦੇ ਕੋਲ ਸੀ ਰਾਤ ਦੇ 12 ਵਜੇ ਤੱਕ 15 ਅਗਸਤ ਤੱਕ ਕੰਟਰੋਲ ਲਾਰਡ ਮਾਊਂਟ ਬੈਟਨ ਦੇ ਕੋਲ ਸੀ ਉਹ ਜੋ ਮਰਜ਼ੀ ਕਰ ਸਕਦਾ ਸੀ ਸਿਰਫ ਉਹ ਇਹੀ ਕਹਿੰਦਾ ਰਿਹਾ ਜੀ ਮੇਰੇ ਕੋਲ ਤੋਪਾਂ ਨੇ ਮੇਰੇ ਕੋਲ ਜਹਾਜ਼ ਨੇ ਮੈਂ ਫਲਾਹ ਕਰ ਦਾਂਗਾ ਮੈਂ ਇਹ ਕਰ ਦਾਂਗਾ ਉਹ ਕਰ ਦਾਂਗਾ ਹਿਜਰਤ ਜਿਹੜੀ ਸਾਰੇ ਆਰਾਮ ਨਾਲ ਹੋਏਗੀ ਮੁਸਲਮਾਨਾਂ ਦੀ ਵੀ ਤੇ ਦੂਜਿਆਂ ਹਿੰਦੂਆਂ ਦੀ ਵੀ ਤੇ ਸਿੱਖਾਂ ਦੀ ਵੀ ਮੁਸਲਮਾਨਾਂ ਦੀ ਇੱਕ ਦੂਜੇ ਦੀ ਜਗ੍ਹਾ ਤੇ ਆਰਾਮ ਨਾਲ ਚਲੇ ਜਾਣਗੇ ਲੇਕਿਨ ਉਹ ਸਭ ਉਹਦਾ ਫਰਾਡ ਸੀ ਫਿਰ ਬਾਅਦ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਵੇ ਗੁਰਦਾਸਪੁਰ ਦਾ ਅੰਮ੍ਰਿਤਸਰ ਦਾ ਜਲੰਧਰ ਦਾ ਫਿਰੋਜ਼ਪੁਰ ਦਾ ਉਹ ਵੀ ਰੈੱਡ ਕਲਫ ਮੁਕਰਰ ਕੀਤਾ ਸੀ ਉਹਨੇ ਹਾਂਜੀ ਰੈੱਡ ਕਲਫ ਮੁਕਰਰ ਕੀਤਾ ਸੀ ਲਾਰਡ ਮਾਊਂਟ ਬੈਟਨ ਨੇ ਹਾਂਜੀ ਲੇਕਿਨ ਪੰਜਾਬ ਦਾ ਗਵਰਨਰ ਜਿਹੜਾ ਸੀ ਉਸ ਟਾਈਮ ਉਹ ਵੀ ਤਰਲੇ ਲੈਂਦਾ ਰਿਹਾ ਵੇ ਉਹ ਵੀ ਤਰਲੇ ਲੈਂਦਾ ਲਾਰਡ ਮਾਊਂਟ ਬੈਟਨ ਅੱਗੇ ਕਿ ਪੰਜਾਬ ਦੀ ਤਕਸੀਮ ਦਾ ਐਲਾਨ ਫੌਰੀ ਕਰੋ ਲੋਕ ਪਰੇਸ਼ਾਨ ਹੋਣਗੇ ਲੋਕ ਮਰਨਗੇ ਲੋਕ ਜ਼ਲੀਲ ਹੋਣਗੇ ਲੇਕਿਨ ਲਾਰਡ ਮਾਊਂਟ ਬੈਟਨ ਨੇ ਜੂਨ ਹੀ ਲੰਗੀ ਉਹਦੇ ਪਿੰਡੇ ਤੋਂ ਉਹ ਆਪਣੇ ਉਹਨੇ ਉਹ ਕਿਰਦਾਰਾਂ ਦਾ ਕੀਤਾ ਵੇ ਹਲਾਕੋ ਖਾਂ ਚੰਗੇਜ਼ ਖਾਂ ਜਿਹੜੇ ਜਿਨ੍ਹਾਂ ਨੇ ਬੜੇ ਬੜੇ ਜ਼ੁਲਮ ਕੀਤੇ ਨੇ ਇਨਸਾਨਾਂ ਦੀ ਖੋਪੜੀਆਂ ਦੇ ਮਨਾਰ ਜਿਨ੍ਹਾਂ ਬਣਾਏ ਸਨ ਹਾਂਜੀ ਉਸ ਤੋਂ ਵੀ ਵੱਧ ਉਹਨੇ ਕੰਮ ਕੀਤਾ ਵੇ ਉਹਨੇ 50-60 ਲੱਖ ਬੰਦਾ ਜਿਹੜਾ ਮਰਵਾਇਆ ਵੇ ਤੇ 1.5 ਕਰੋੜ ਬੰਦੇ ਦੀ ਹਿਜਰਤ ਹੋਈ ਸੀ ਉਸ ਟਾਈਮ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਹਨੇ ਜ਼ੁਲਮ ਕੀਤਾ ਵੇ ਤਾਰੀਖ ਦੇ ਵਿੱਚ ਉਹ ਕਿਸੇ ਵੀ ਇਨਸਾਨ ਨੇ ਕੀਤਾ ਅੱਜ ਤੱਕ ਲੋਕ ਉਹਦਾ ਖਮਿਆਜ਼ਾ ਨਹੀਂ ਹਾਂਜੀ ਲੋਕ ਅੱਜ ਤੱਕ ਆਪਣੀਆਂ ਭੈਣਾਂ ਆਪਣੀਆਂ ਮਾਵਾਂ ਆਪਣੀਆਂ ਬੀਵੀਆਂ ਆਪਣੀਆਂ ਬੇਟੀਆਂ ਉਹ ਆਪਣੇ ਪਿਓਾਂ ਨੂੰ ਆਪਣੀ ਔਲਾਦਾਂ ਨੂੰ ਲੋਕ ਅਜੇ ਤੱਕ ਰੋ ਰਹੇ ਨੇ 70 ਸਾਲ ਹੋ ਗਏ ਹਿੰਦੁਸਤਾਨ ਪਾਕਿਸਤਾਨ ਬਣੇ ਨੂੰ ਦੁਨੀਆ ਅਜੇ ਤੱਕ ਰੋ ਰਹੀ ਹੈ ਅੱਜ ਸਿਰਾ ਨਾ ਇਹ ਕਿਸੇ ਪੜੇ ਮੁੰਡੇ ਖਿਆਲ ਨਹੀਂ ਦੁਨੀਆ ਅਜੇ ਤੱਕ ਰੋ ਰਹੀ ਹੈ ਅਸੀਂ ਵੀ ਅੱਜ ਇਸੇ ਗੱਲ ਵਾਸਤੇ ਬੈਠੇ ਹਾਂ ਕਿ ਆਪਣੇ ਪੁਰਾਣੇ ਦੁੱਖ ਫੋਲਣ ਵਾਸਤੇ ਪੁਰਾਣੀਆਂ ਗੱਲਾਂ ਸਾਡੇ ਵੀ ਵੜਕੇ ਵਡੇਰੇ ਹਿਜਰਤ ਕਰਕੇ ਆਏ ਨੇ ਉਹ ਜਦੋਂ ਗੱਲਾਂ ਸੁਣਾਉਂਦੇ ਹਨ ਤੇ ਦੜ ਕਰਕੇ ਜਾ ਪੈਂਦੇ ਨੇ ਕਿ ਸਾਡੇ ਨਾਲ ਇਹ ਹੋਇਆ ਸਾਡੇ ਆਪਣੇ ਵਾਲਦ ਸਾਹਿਬ ਦੀ ਗੱਲ ਸੁਣਾਉਂਦੇ ਆ ਬਜ਼ੁਰਗਾਂ ਦੀ ਉਹ ਆਂਦੇ ਨੇ ਜਦੋਂ ਅਸੀਂ ਸਾਤਕੀ ਨਹਿਰ ਪਾਰ ਕੀਤੀ ਗੰਗਾ ਨਗਰ ਤੋਂ ਅਸੀਂ ਆਏ ਆ ਜਦੋਂ ਮਹਾਜਰ ਹੋ ਕੇ ਤੇ ਇੱਕ ਰਾਜ ਪਿੰਡ ਸੀ ਮਟੀਲੀ ਉੱਥੇ ਸਾਨੂੰ ਪਿੰਡ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਲੇਕਿਨ ਉੱਠ ਪਿਆ ਸੀ ਉੱਥੇ ਸਾਨੂੰ ਖੁਰਾਕ ਵਗੈਰਾ ਮਿਲੀ ਹੈ ਉਹ ਅਸਾਂ ਖਾਧੀ ਫਿਰ ਜਦੋਂ ਅਸੀਂ ਸਾਤਕੀ ਨਹਿਰ ਪਾਰ ਕੀਤੀ ਹੈ ਫੋਟਾਬਾਦ ਦੇ ਕੋਲੋਂ ਫਿਰ ਦੁਨੀਆ ਬਿਮਾਰ ਹੋ ਗਈ ਹੈ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦੁਨੀਆ ਬਿਮਾਰ ਹੋਈ ਦੁਨੀਆ ਫਿਰ ਬੜੀ ਮਰੀ ਆਂਦੇ ਨੇ ਫਿਰ ਅਸੀਂ ਲੈਣ ਦੇ ਵਿੱਚ ਲਾ ਕੇ ਇੱਕ ਲੈਣ ਚ ਰੋਟੀ ਸਾਨੂੰ ਮਿਲਦੀ ਸੀ ਇੱਕ ਤੇ ਨਾਲ ਇੱਕ ਬੰਦਾ ਦਾਲ ਦਿੰਦਾ ਸੀ ਉੱਤੇ ਆਨੇ ਫਿਰ ਸਾਡੇ ਬਜ਼ੁਰਗ ਆਂਦੇ ਨੇ ਅਸੀਂ 35 ਮਰਬਿਆਂ ਦੇ ਮਾਲਕ ਹੋ ਕੇ ਗੰਗਾ ਨਗਰ ਦੇ ਵਿੱਚ ਅੱਜ ਹੱਥ ਵਿੱਚ ਰੋਟੀ ਲੈ ਕੇ ਮੰਗਦੇ ਬੰਦੇ ਕਰ ਰਹੇ ਹਾਂ ਉਹ ਜਦੋਂ ਸਾਡੇ ਬਜ਼ੁਰਗ ਸੁਣਾਉਂਦੇ ਸਨ ਨਾ ਫਿਰ ਰੋਂਦੇ ਸਨ ਸਾਡੇ ਬਜ਼ੁਰਗ ਫਿਰ ਬੜੀ ਅੱਲਾ ਮਿਹਰਬਾਨੀ ਕੀਤੀ ਜਿਹੜੇ ਜਿਉਂਦੇ ਹਨ ਹਾਂਜੀ ਤੇ ਫਿਰ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ ਤੇ ਪਿੰਡ ਦਾ ਵੱਡਾ ਮਾਲਕ ਸਾਨੂੰ ਬਣਾਇਆ ਜੀ ਕਿਹੜੇ ਪਿੰਡੋਂ ਆਏ ਹੋ ਹਾਂਜੀ 4KK ਗੰਗਾ ਨਗਰ ਤਹਿਸੀਲ ਪਦਮਪੁਰ ਜ਼ਿਲ੍ਹਾ ਗੰਗਾ ਨਗਰ ਰਿਆਸਤ ਬੀਕਾਨੇਰ ਹਾਂਜੀ ਸੂਬਾ ਰਾਜਸਥਾਨ ਇੱਥੇ ਵੀ ਕਿਤਾਬਾਂ ਚੁੱਕੀ ਫਿਰਦੇ ਨੇ ਮੈਂ ਨਾਲ ਪੈਨਸ਼ਨ ਬੁੱਟਰਾਂ ਦੇ ਪੈਨਸ਼ਨ ਨਾਲ ਲੱਗੇ ਇਹ ਤੁਹਾਨੂੰ ਗੱਲਾਂ ਯਾਦ ਰੱਖਣਾ ਚਾਹੀਦੀ ਜਿਹੜੀ ਇਹਨਾਂ ਰੱਖੀਆਂ ਨੇ ਜਿਹੜੇ ਬੰਦੇ ਇੱਥੇ ਕਹਿਰਵਾਲੀ ਦੇ ਵਿੱਚ ਮੌਜੂਦ ਸਨ ਹਾਂਜੀ ਬੜੀ ਬੜੀ ਤਕਨੀਕ ਉਂਝ ਲੋਕ ਹਜਮ ਨਹੀਂ ਕਰਦੇ ਇਹਨਾਂ ਨੂੰ ਆਹੋ ਦੱਸਣਗੇ ਨਹੀਂ ਉਹ ਕਮਾਉਣ ਦਾ ਕਹਿ ਜਾਏ ਨਾ ਕਹਿ ਜਾਏ ਕਿਸੇ ਦਾ ਨਹੀਂ ਉਹਦਾ ਐਡਾ ਮਾਲਕ ਹੋ ਕੇ ਤੇ ਖੂਹ ਤੇ ਨਹੀਂ ਵੜਨ ਦਿੰਦੇ ਸ਼ਾਹ ਕਸਮ ਅੱਲਾ ਦੀ ਉਹਦੀ ਤਾਰ ਨਿਕਲੀ ਵਿੱਚ ਕਬਰਾਂ ਦੀ ਬਾਬਾ ਜੀ ਉਹ ਬੜੇ ਵੱਡੇ ਜਿਗਰੇ ਦੇ ਮਾਲਕ ਸਨ ਉਹ ਲੋਕ ਜਿਗਰੇ ਦਾ ਤੇ ਸਬਰ ਵਾਲੇ ਸਨ ਜਿੱਦਣ ਉਹਨੇ ਪਾਣੀ ਪਿਆਇਆ ਨਾ ਅਮਾਨ ਦੀ ਗੱਲ ਲੋਵਾਂ ਵਗਦੀਆਂ ਤਾਂ ਕਣ ਕਹਿੰਦੀ ਸੀਗੇ ਹਾਂ ਇੰਨੀ ਲੋਭ ਅੱਗੇ ਤੇ ਪਿੰਡ ਇਸ ਤਰ੍ਹਾਂ ਧੁੱਪੇ ਖਿਲਾਰਿਆ ਤੇ ਠੰਡਾ ਰਹਿੰਦਾ ਮੈਂ ਇਹਨਾਂ ਦਾ ਚਰਾਨ ਨਾ ਕਰ ਛੱਡਣਾ ਮਰਨਾ ਕੋ ਜਾਏ ਇਹ ਮਰਦੇ ਨਹੀਂ ਇਸ ਤਰ੍ਹਾਂ ਬਾਬਾ ਆ ਕੇ ਕਸਮ ਦੀ ਤੇ ਬਾਬਾ ਜੀ ਹੁਣ ਫਿਰ ਕੀ ਕਰਨਾ ਚਾਹੀਦਾ ਹੁਣ ਮੈਂ ਦੇਗਾ ਧਰਾ ਕੇ ਆਇਆ ਮੈਂ ਜਾ ਕੇ ਇਕੱਠੀ ਰੋਟੀ ਖਾਣੀ ਹੈ ਦਿੱਤੀ ਜਾਨ ਕੁਰਾਨ ਦਿੱਤੀ ਇਹ ਪੜਦੇ ਹਾਂ ਹੋਰ ਕੀ ਬਣਾ ਸੁਣਾਓ ਨਾ ਮੈਂ ਜਾਣਾ ਪਿਆ ਅਗੋਂ ਜੋ 17 ਸੰਧੂਆਂ ਨੂੰ ਮਾਰਿਆ ਉਹ ਸੁਣਾਓ ਕੀ ਉਹ 17 ਸੰਧੂਆਂ ਨੂੰ ਜੋ ਮਾਰਿਆ ਉਹ ਕੀ ਬੋਲ ਸੀ ਉਹ ਜਿਹੜਾ ਉਹ ਤੇ ਕਹਿਰ ਵਿੱਚ ਬਣਦਾ ਆਓ ਸੁਣਾਓਗੇ ਉਹ ਸੁਣਾਓ ਉਹ ਛੇ ਜਿਹੜੇ ਜੁੜੇ ਜੇ 17 ਦੇ ਤੇ ਕਹਿ ਦਿਓ ਜਦੋਂ ਲੜਾਈ ਹੋਈ ਉਹ ਛੇ ਜਿਹੜੇ ਜੁੜੇ ਜੇ ਉਹ ਸੁਣਾਓ
ਵੀ ਚੰਗਾ ਭਲਾ ਜ਼ਬਾਨੀ ਚੜਿਆ ਹੈ ਸਾਰੀ ਕਹਿ ਰਹੇ ਜੱਜ ਕਿਸੇ ਵੀ ਹੋਣੇ ਆ ਸੁਣਾ ਆ ਗਿਆ ਨਾ ਜਾਂਦਾ ਜ਼ਬਾਨ 'ਚ ਹਾਂਜੀ ਕਹਿਰ ਵਾਲੀ ਦਾ ਵਿੱਚ ਸੀ ਜ਼ਿਕਰ ਸੀ ਕਾਰੀ ਤੇ ਬਣੀ ਕਹਿ ਰਹੀ ਸੁਣਾਓ ਫਿਰ ਸੁਣਾਓ ਤੁਹਾਡੇ ਚ ਕਿਹਨੂੰ ਯਾਦ ਉਹ ਆਪ ਹੀ ਲਿਖੇ ਇਹਨਾਂ ਨੇ ਆਪ ਹੀ ਬਣਾਇਆ ਨਹੀਂ ਜੀ ਇਸ ਸਾਰੇ ਲੋਕਾਂ ਨੂੰ ਇਹਨਾਂ ਨੂੰ ਯਾਦ ਨਹੀਂ ਜਿਹੜੇ ਇਸ ਵੇਲੇ ਪਹਿਲੇ ਬੰਦੇ ਹਨ ਹਾਂ ਹਾਂਜੀ ਕਿਹਨੂੰ ਯਾਦ ਥੋੜਾ ਜਿਹਾ ਕਿਸੇ ਨੂੰ ਯਾਦ ਹੈ ਯਾਰ, ਥੋੜਾ ਜਿਹਾ ਹਾਂ ਆ ਗਿਆ ਕਾਫ ਕਾਂਬਦਾ ਸੀ ਜਿਸ ਵੇਲੇ ਰੱਬ ਤਖਤ ਦੇ ਉੱਤੇ ਬਿਠਾਇਆ ਆਦਮ ਜਾਮ ਚਵਿੰਡੇ ਦੇ ਵਿੱਚ ਵਸੇ ਬੈਰ ਦੋਵਾਂ ਬਰਾਦਰਾਂ ਚ ਆਏ ਵਟਾ ਮਾਰ ਕੇ ਕਹਿ ਤਲਵਾਰ ਡਾਢੀ ਆਦਮ ਜਾਮ ਨੂੰ ਮਾਰ ਮੁਕਾਇਆ ਬਾਪੂ ਦੇਸ ਕਨਾਏ ਦਾ ਹੁਕਮ ਦੇ ਕੇ ਪਿਛੜਾ ਪਿੰਡ ਸੀ ਮਾਰ ਕਢਾਏ ਆਕੀ ਇੱਕ ਭਤੀਜੜਾ ਨਾਲ ਉਹਦੇ ਜਿਹਨੇ ਪਕੜਿਆ ਸੀ ਅਸਲਾਹ ਨੂੰ ਉਹਨੇ ਆਖਿਆ ਮੇਰਾ ਸਾਗ ਸਾੜੀ ਇਕਬਾਲ ਵਾਲੇ ਚਲੋ ਚੱਲੀਏ ਬਲ ਸਤਰਾਹ ਨੂੰ ਇਹ ਝਟੇ ਗਿਆ ਤੇ ਚੱਲੇ ਗਿਆ ਤੇ ਕਢਾਂਗੇ ਦੇਣ ਉਥੇ ਨਹੀਂ ਤੇ ਮਲੀਏ ਹੋਰ ਕੋਈ ਜਾ ਨਹੀਂ ਸੇ ਸਾਬਤੀ ਦੇ ਨਾਲ ਆਣ ਦਿੱਤਾ ਉੱਥੇ ਆਣ ਕੇ ਭਾਜੜਾ ਲਾਈਏ ਨਾ ਖਾਓ ਖਾਣੇ ਤੇ ਚੜੋ ਸ਼ਿਕਾਰ ਬੇਲੀ ਜੂ ਆਪਣੀਆਂ ਨਹੀਂ ਪਰਾਈਆਂ ਇੱਕ ਦਿਨ ਵਾਕਿਆ ਐਸਾ ਪਾਣੀ ਖੂਏ ਤੇ ਭਰਨ ਸਵਾਣੀਆਂ ਨੇ ਇੱਕ ਨਾ ਘੋੜਿਆਂ ਚਾਲ ਪਸੰਦ ਕੀਤੀ ਇੱਕ ਨਾ ਕਵਲੀਆਂ ਖੂਬ ਪਛਾਣੀਆਂ ਨੇ ਇੱਕ ਨਾ ਆਖਿਆ ਅਬਜ ਪਿਛਾਕੀਏ ਨੇ ਇੱਕ ਨਾ ਆਖਿਆ ਅੱਖੀਆਂ ਖੂਬ ਪਛਾਣੀਆਂ ਨੇ ਇੱਕ ਨਾ ਨੇ ਆਖਿਆ ਨਹੀਂ ਭਾਜਾ ਹਾਰ ਨੇ ਕਾਕਾ ਤੇ ਭਰ ਪਈਓ ਇਹਨਾਂ ਦਾ ਨਾ ਕੋਈ ਪਿੰਡ ਨਾ ਇਹਨਾਂ ਦਾ ਕੋਈ ਪੀੜ ਨਾ ਕੋਈ ਗੱਲ ਨਾ ਕੋਈ ਬਾਤ ਤੇ ਕਿ ਗੱਲਾਂ ਕੀਤੀਆਂ ਸਭ ਸਿਆਣੀਆਂ ਸਭਨਾਂ ਸਿਆਣੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਧਮਕ ਲੱਗੀ ਉਹਨਾਂ ਆਣ ਕੇ ਸੰਧੂ ਨੂੰ ਆਖਿਆ ਸਾਨੂੰ ਕੋਈ ਪਿੰਡ ਦੱਸੋ ਜਿੱਥੇ ਕਿਤੇ ਕੁੱਲੀ ਪਾ ਲਈਏ ਸਾਡੇ ਨਾਲ ਤੇ ਅਜਾ ਹੋਈ ਉਹਨੇ ਆਖਿਆ ਸਾਰੀ ਜੋ ਪਈ ਕਰਕੇ ਵੇਖ ਤੇ ਰੰਖ ਲੋ ਕੇ ਵੇਖਿਓ ਨੇ ਇੱਕ ਬੱਕਰੀ ਚੁਗਦੀ ਕਾਹ ਨਹੀਂ ਆ ਬਗਿਆੜ ਪਿਆ ਬਗਰੋਟਿਆਂ ਨੂੰ ਲੈ ਕੇ ਖੈਰਤੀ ਕਰ ਜ਼ਖਮ ਹੋਣ ਨਹੀਂ ਦਿੱਤਾ ਉਹਨੇ ਲੈ ਲਿਆ ਲੈ ਬਾਰਤੀ ਵਾਰ ਬਚਾ ਵੀ ਰੋਸ਼ਨ ਦੀ ਨੇ ਟਿਕਰੀ ਜੁਮਨਵਾਈ ਪਿੰਡ ਪੈਣ ਦੀ ਬਣੀ ਸਲਾਹ ਜੇ ਜਰਾ ਨਾ ਜਟਾ ਨੇ ਢਿੱਲ ਗਈ ਸੀ ਨਹੀਂ ਇਸ ਮਕਾਨ ਤੇ ਆਈਆਂ ਨੇ ਜਿਹੜਾ ਬੱਚਾ ਸਾਰ ਕੇ ਕੋਟ ਚ ਰੰਗੋ ਰੰਗ ਵੇਲੀਆਂ ਪਾਈ ਹਾਲ ਮਾਂ ਕੇ ਕੋਲ ਬਲਾਦ ਦੇ ਟਾਈਮ ਹੁੰਦੀਆਂ ਉਹ ਜਟਾਂ ਦਾ ਫਿਰ ਅੱਗੋਂ ਕੋ ਬਸਦੇ ਵੇਖ ਲਈਏ ਤੇ ਉਹਨਾਂ ਆਖਿਆ ਇਹਨੇ ਤੇ 1000 ਕੇ ਕੱਢਿਆ ਸੀ ਤੋਤੇ ਤੋਂ ਜਿਹੜੇ ਰਾਇਆ ਹੈ ਉਹਨਾਂ ਆ ਜਿਹੜਾ ਬੰਦ ਹੈ ਅਜੇ ਵੀ ਬਚਿਆ ਹੈ ਛੰਭਦਾ ਇਹਦੇ ਉੱਤੇ ਫਿਰ ਰਾਖੇ ਪਾ ਦਿੱਤੇ ਫਿਰ ਆਕੀ ਤੇ ਪਿਆ ਡੋਗਰ ਨੂੰ ਨਾਲ ਲੈ ਕੇ ਰਾਖੇ ਰੱਖੀਆਂ ਵੰਡ ਨਖੋੜੀਆਂ ਨੇ ਰੋਸ਼ਨ ਦੀਨ ਚੜੇ ਜਾ ਤਖਤਿਆਂ ਤੇ ਥੱਲੇ ਝੂਠੀਆਂ ਚਾਹ ਮਰੋੜ ਠੀਕ ਸੋਤੇ ਫਸਲ ਪੱਕਾ ਨਹੀਂ ਸੀ ਰਿਹਾ ਕੋਈ ਗੱਲ ਹਲਾਮ ਲੈਣੀ ਥੋੜੇ ਰੋਜ਼ ਗੁਜਰੇ ਕਰ ਚੜ ਕੇ ਆਪਸ ਉੱਤੇ ਗਿਆ ਘਰੀ ਮਕਾਨ ਦੇ ਨਾਲ ਸਾਵੇਂ ਸੰਧੂਆਂ ਤਿਆਰ ਕੀਤੇ ਉਹਦਾ ਮੁੰਡੀਆਂ ਸੀਸ ਕਟਾਮਨੇ ਨੂੰ ਰੋਸ਼ਨ ਦੀਨ ਦੇ ਨਾਵਾਂ ਨੇ ਆਖਿਆ ਸੀ ਨਹੀਂ ਮਾਰਨਾ ਘਰ ਹੈ ਪ੍ਰਾਹੁਣਾ ਚ ਬਣ ਕੇ ਆ